ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੇਰੇ ਨਾਲ ਇੱਕ ਵਾਰ ਫਿਰ ਡਾਕਟਰ ਅਮਰ ਸਿੰਘ ਆਜ਼ਾਦ, ਬੀ ਯੋਰ ਓਨ ਡਾਕਟਰ, ਐਪੀਸੋਡ ਨੰਬਰ 57। ਆਪਣਾ ਡਾਕਟਰ ਆਪ ਬਣੋ, ਲੜੀਵਾਰ ਨੰਬਰ 57। ਅੱਜ ਇਸ ਲੜੀਵਾਰ ਦੇ ਵਿੱਚ ਅਸੀਂ ਗੱਲ ਕਰਾਂਗੇ। ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਪਾਣੀ ਦੀ। ਪਾਣੀ ਕਿਹੜਾ ਪੀਣਾ ਚਾਹੀਦਾ, ਕਿਹੜਾ ਨਹੀਂ ਪੀਣਾ ਚਾਹੀਦਾ, ਕੀ ਸਮੱਸਿਆਵਾਂ ਆਈਆਂ ਪਾਣੀ ਦੇ ਵਿੱਚ, ਅਤੇ ਕਿੱਦਾਂ ਅਸੀਂ ਪਾਣੀ ਨੂੰ ਅੰਮ੍ਰਿਤ ਵਾਂਗੂ ਬਣਾ ਸਕਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਹਵਾ ਦੀ। ਹਵਾ ਜਿਹੜੀ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ। ਹਵਾ ਪਾਣੀ ਜਿਹੜੀ ਹੈ, ਇਹ ਦੋਨੋਂ ਚੀਜ਼ਾਂ ਜਿਹੜੀਆਂ ਸਾਡੇ ਲਈ ਬਹੁਤ ਜ਼ਰੂਰੀ ਨੇ। ਹਵਾ ਜਿਸ ਤੋਂ ਬਿਨਾਂ ਕੁਝ ਸੈਕਿੰਡ ਵੀ ਬੰਦਾ ਜਿਹੜਾ ਉਹ ਜਿੰਦਾ ਨਹੀਂ ਰਹਿ ਸਕਦਾ। ਹਵਾ ਬਹੁਤ ਜ਼ਰੂਰੀ ਹੈ ਅਤੇ ਹਵਾ ਹੀ ਸਭ ਤੋਂ ਜ਼ਿਆਦਾ ਇਸ ਵੇਲੇ ਪ੍ਰਦੂਸ਼ਿਤ ਹੋ ਰਹੀ ਹੈ, ਸਭ ਤੋਂ ਜ਼ਿਆਦਾ ਖਰਾਬ ਹੋ ਰਹੀ ਹੈ। ਹਵਾ ਕਿਸ ਤਰੀਕੇ ਦੇ ਨਾਲ ਸਾਨੂੰ ਸਾਡੇ ਅੰਦਰ ਬਿਮਾਰੀਆਂ ਪੈਦਾ ਕਰ ਰਹੀ ਹੈ ਅਤੇ ਕਿਸ ਤਰੀਕੇ ਦੇ ਨਾਲ ਹਵਾ ਦੇ ਨਾਲ ਹੀ ਅਸੀਂ ਆਪਣਾ ਇਲਾਜ ਕਰ ਸਕਦੇ ਹਾਂ। ਹਵਾ ਕਿੱਦਾਂ ਦੀ ਹੋਵੇ ਜਿਹੜੀ ਕਿ ਸ਼ੁੱਧ ਹੋ ਜਾਂਦੀ ਹੈ ਅਤੇ ਕਿੱਦਾਂ ਦੀ ਹੋਵੇ ਜਿਹੜੀ ਕਿ ਅਸ਼ੁੱਧ ਹੋ ਜਾਂਦੀ ਹੈ। ਹਵਾ ਜਿਹੜੀ ਕਿ ਰੈਡੀਕਲ ਅਤੇ ਫ੍ਰੀ ਰੈਡੀਕਲਸ ਦੀ ਵੀ ਗੱਲ ਹੁੰਦੀ ਹੈ, ਉਹ ਵੀ ਹਵਾ ਦੇ ਇੱਕ ਪਾਰਟ ਹੀ ਹੁੰਦਾ। ਇਸ ਤੋਂ ਇਲਾਵਾ ਜਿਹੜਾ ਆਕਸੀਡੈਂਟ ਅਤੇ ਐਂਟੀ ਆਕਸੀਡੈਂਟ ਦਾ ਵੀ ਇਹਦਾ ਹਵਾ ਦੇ ਨਾਲ ਹੀ ਸੰਬੰਧ ਹੁੰਦਾ, ਜਿਹਦੇ ਬਾਰੇ ਅਕਸਰ ਜਿਹੜੇ ਸਾਨੂੰ ਮੈਡੀਕਲ ਟਰਮਨੋਲੋਜੀ ਦੇ ਵਿੱਚ ਸੁਣਨ ਨੂੰ ਮਿਲਦਾ ਹੈਗਾ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤੋ। ਡਾਕਟਰ ਸਾਹਿਬ, ਹਵਾ ਕਿੰਨੀ ਜ਼ਰੂਰੀ ਚੀਜ਼ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਹਵਾ ਦੇ ਕਰਕੇ ਬਿਮਾਰ ਹੋ ਰਹੇ ਹਾਂ, ਜਦ ਕਿ ਹਵਾ ਹੀ ਜੀਵਨ ਹੈ। ਹਵਾ ਹੀ ਜੀਵਨ ਹੈ, ਪਰ ਉਹਦੇ ਕਰਕੇ ਹੀ ਅਸੀਂ ਬਿਮਾਰ ਹੋ ਰਹੇ ਹਾਂ। ਕੀ ਇਹ ਸੱਚ ਹੈ? ਬਿਲਕੁਲ ਸਹੀ ਹੈ, ਕਿਉਂਕਿ ਦੇਖੋ ਸਾਡਾ ਜਿਹੜਾ ਹੁਣੇ ਮੈਨੂੰ ਜਦੋਂ ਆਪਾਂ ਹਵਾ 'ਤੇ ਕਰਨ ਲਈ ਗੱਲ ਸੋਚ ਰਹੇ ਸੀਗੇ ਤਾਂ ਮੇਰੇ ਮਨ 'ਚ ਦੋ ਪੁਰਾਤਨ ਜਿਹੜੀ ਵਿਚਾਰ ਆ ਰਹੇ ਸੀਗੇ, ਜਿਹੜੇ ਬਹੁਤ ਪੁਰਾਤਨ ਨੇ। ਗੁਰੂ ਸਾਹਿਬ ਨੇ ਹਵਾ ਨੂੰ ਗੁਰੂ ਨਾਲ ਕੰਪੇਅਰ ਕੀਤਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਤ। ਅਸੀਂ ਆਮ ਤੌਰ 'ਤੇ ਬਹੁਤ ਸਰਸਰੀ ਜੇ ਸਮਝਦੇ ਹਾਂ ਵੀ ਗੁਰੂ ਸਾਹਿਬ ਨੇ ਹਵਾ ਪਾਣੀ ਅਤੇ ਧਰਤੀ ਦੀ ਮਹੱਤਤਾ ਦੱਸਣ ਵਾਸਤੇ ਉਹਨੂੰ ਕੰਪੇਅਰ ਕਰਤਾ ਸਾਡੇ ਰਿਸ਼ਤਿਆਂ ਨਾਲ। ਲੇਕਿਨ ਇੱਦਾਂ ਨਹੀਂ ਹੈ, ਇੰਨੀ ਸਤਹੀ ਗੱਲ ਨਹੀਂ ਹੈ। ਬਹੁਤ ਗਹਿਰੀ ਗੱਲ ਹੈ, ਬਹੁਤ ਗਹਿਰਾ ਫਲਸਫਾ ਹੈ ਕਿ ਹਵਾ ਨੂੰ ਗੁਰੂ ਕਿਉਂ ਕਿਹਾ। ਦੂਸਰੀ ਆਪਣੇ ਆਮ ਤੌਰ 'ਤੇ ਸਮਾਜ 'ਚ ਇੱਕ ਉਹ ਹੈਗੀ ਹੈ, ਸ਼ਾਇਦ ਬਾਬਾ ਕਬੀਰ ਜੀ ਦੀ ਹੈ, ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਏ। ਗੁਰੂ ਗੋਬਿੰਦ ਦੋ ਖੜਾ ਕਾਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣੇ ਜਿਤ ਗੋਬਿੰਦ ਦਿਓ ਮਿਲਾਏ। ਕਿ ਹਵਾ ਜਿਹੜੀ ਹੈ ਉਹ ਪਰਮਾਤਮਾ ਅਤੇ ਸਾਡੇ ਵਿਚਾਲੇ ਇੱਕ ਲਿੰਕ ਹੈ। ਫਿਰ ਗੁਰਬਾਣੀ 'ਚ ਤੁਕ ਹੈ ਜਿਹੜੀ ਉਹ ਬੜੀ ਪਿਆਰੀ ਤੁਕ ਹੈ ਕਿ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਆ, ਜਲ ਤੇ ਤੇਰੇ ਭਵਨ ਸਾਜਿਆ। ਤੋ ਸਾਚੇ ਤੇ ਪਵਨਾ ਭਇਆ, ਪਰਮਾਤਮਾ ਤੋਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਬਣੀ? ਹਵਾ ਬਣੀ। ਤੋ ਇਹ ਇੱਕ ਬਹੁਤ ਗਹਿਰਾ ਫਲਸਫਾ ਹੈ, ਔਰ ਗਹਿਰੀ ਫਲਸਫਾ ਤਾਂ ਬਾਅਦ 'ਚ ਬਣਦਾ। ਇੱਕ ਗਹਿਰਾ ਸੱਚ ਹੈ ਜੋ ਪਰਮਾਤਮਾ ਦੇ ਜੋ ਬ੍ਰਹਿਮੰਡ ਦੇ ਨਿਯਮ ਨੇ ਉਹਦੇ ਅਨੁਸਾਰ ਬਣੀ ਹੋਈ ਹੈ ਕਿ ਜਿਹੜੀ ਹਵਾ ਹੈ ਉਹ ਜਿਹੜੀ ਪਰਮਾਤਮਾ ਰੂਪੀ ਊਰਜਾ ਹੈ, ਜਾਂ ਊਰਜਾ ਰੂਪੀ ਪਰਮਾਤਮਾ ਕਹਿ ਲਓ, ਉਹਦੇ ਵਿਚਾਲੇ ਸਾਡੇ ਵਿਚਾਲੇ ਪਦਾਰਥ ਦੀ ਪਹਿਲੀ ਸ਼ਕਲ ਹੈ। ਪਦਾਰਥ ਦੀ ਸਭ ਤੋਂ ਸੂਖਸ਼ਮ ਸ਼ਕਲ ਜਿਹੜੀ ਹੈ, ਜਿਹੜਾ ਸਾਡਾ ਮੂਲ ਜਿੱਥੋਂ ਅਸੀਂ ਬਣਦੇ ਹਾਂ, 5 ਤੱਤ ਕਹਿੰਦੇ ਆਪਾਂ, ਉਹ 'ਚ 3 ਹੀ ਤੱਤ ਨੇ ਅਸਲ 'ਚ ਪਦਾਰਥ: ਹਵਾ, ਪਾਣੀ ਅਤੇ ਮਿੱਟੀ, ਗੁਰੂ, ਪਿਤਾ ਅਤੇ ਮਾਤਾ। ਬਾਕੀ ਜਿਹੜੇ 2 ਨੇ, ਊਰਜਾ ਅਤੇ ਆਕਾਸ਼। ਊਰਜਾ ਕਿੱਥੇ ਸਥਿਤ ਹੈ? ਆਕਾਸ਼ ਸਥਿਤ ਹੈ, ਤਾਂ ਉਹ ਤਾਂ ਖੁਦ ਪਰਮਾਤਮਾ ਹੈ। ਸੋ ਊਰਜਾ ਅਤੇ ਆਕਾਸ਼ ਖੁਦ ਪਰਮਾਤਮਾ ਨੇ, ਜਿੱਥੋਂ ਹਵਾ, ਪਾਣੀ ਅਤੇ ਮਿੱਟੀ ਪੈਦਾ ਹੋਏ। ਹਵਾ ਸਭ ਤੋਂ ਪਹਿਲਾਂ ਪੈਦਾ ਹੋਈ ਅਤੇ ਪਦਾਰਥ ਦਾ ਸਭ ਤੋਂ ਸੂਖਸ਼ਮ ਰੂਪ ਹੈ, ਜਿੱਥੋਂ ਅੱਗੇ ਪਾਣੀ ਅਤੇ ਮਿੱਟੀ ਉਸ ਤੋਂ ਜਿਹੜੇ ਬਾਅਦ 'ਚ ਹੋਂਦ 'ਚ ਆਏ। ਤੋ ਇੱਕ ਤਾਂ ਇਹ ਸੱਚ ਹੈਗਾ, ਇਹ ਸੱਚ ਨੂੰ ਸਾਨੂੰ ਪਛਾਣਨਾ ਜ਼ਰੂਰੀ ਹੈ, ਕਿਉਂਕਿ ਜੇ ਸੱਚ ਨੂੰ ਅਸੀਂ ਝੁਠਲਾਵਾਂਗੇ ਤਾਂ ਦੇਖੋ ਸਾਡੇ ਜਿਹੜੇ ਜੋ ਕੁਛ ਚਾਰ ਚੁਫੇਰੇ ਵਰਤਾਰਾ ਦੇਖ ਰਹੇ ਹਾਂ ਉਹ ਕਿੱਥੋਂ ਨਿਕਲਦਾ? ਉਹ ਨਿਕਲਦਾ ਕਿ ਅਸੀਂ ਐਡੇ ਕੁ ਮੂਰਖ ਹਾਂ ਕਿ ਅਸੀਂ ਸਾਰਾ ਕੁਛ ਆਪਣੇ ਪੁਰਖਿਆਂ ਨੂੰ ਵੀ ਭੁੱਲ ਗਏ। ਅਸੀਂ ਉਪਨਿਸ਼ਦਾਂ ਨੂੰ ਵੀ ਭੁੱਲ ਗਏ, ਅਸੀਂ ਗੁਰਬਾਣੀ ਨੂੰ ਵੀ ਭੁੱਲ ਗਏ,
ਅਸੀਂ ਆਪਣੀ ਦਾਦਾਗਿਰੀ ਕਰ ਰਹੇ ਹਾਂ। ਤੁਹਾਨੂੰ ਰੋਜ਼ ਮਿਲ ਜਾਣਗੇ ਵੀ ਸੜਕਾਂ ਦੇ ਉੱਪਰ ਕੂੜਾ ਇਕੱਠਾ ਕੀਤਾ ਹੋਇਆ ਹੈ, ਉਹਦੇ ਵਿੱਚ ਪਲਾਸਟਿਕ ਹੈ, ਵਿੱਚ ਰਬੜ ਹੈ, ਵਿੱਚ ਸੁਆਹ ਆਖੇ ਹੈ, ਉਹਨੂੰ ਅੱਗ ਲਾਈ ਪਈ ਹੈ, ਤਾਂ ਧੂੰਆਂ ਉੱਡ ਰਿਹਾ ਅਤੇ ਹਵਾ ਪਲੂਟ ਕਰ ਰਿਹਾ। ਠੀਕ ਹੈ ਨਾ। ਅਤੇ ਉਹ ਆਮ ਦੇਖੋਗੇ ਤੁਸੀਂ, ਜਿੱਥੇ ਕੋਈ ਉਹ ਡੰਪ ਬਣਾਏ ਹੋਏ ਆ ਕੂੜਾ ਸਿੱਟਣ ਦੇ, ਉੱਥੇ ਅੱਗ ਲਾਈ ਪਈ ਹੁੰਦੀ। ਦਿੱਲੀ ਵੀ ਚਲੇ ਜਾਓ ਤੁਸੀਂ, ਉਹ ਕੀ ਕੀਤਾ ਪਿਆ, ਵੱਡੇ ਵੱਡੇ ਪਹਾੜ ਬਣੇ ਪਏ ਆ, ਉੱਥੇ ਫਿਰ ਉਹ ਪਹਾੜ ਨੂੰ ਛੋਟਾ ਰੱਖਣ ਵਾਸਤੇ ਜਾਣ ਕੇ ਅੱਗ ਲਾਏ ਆਉਂਦੇ ਆ ਜਾ ਕੇ, ਤਾਂ ਕਿ ਉਹ ਛੋਟੇ ਹੋ ਜਾਣ। ਅਤੇ ਉਹ ਨਹੀਂ ਅਦਰਵਾਈਜ਼ ਤਾਂ ਦਿੱਲੀ ਅਨਮੈਨੇਜੇਬਲ ਹੋ ਜਾਏਗਾ। ਉਹਨੂੰ ਫਿਰ ਅੱਗ ਲਾ ਦਿੰਦੇ, ਅੱਗ ਲਾ ਕੇ ਅੱਗ ਉਹ ਕਿੱਥੇ ਜਾਏਗੀ, ਹਵਾ 'ਚ ਜਾਏਗੀ ਸਾਰਾ ਕੁਛ। ਤਾਂ ਇਹ ਜਿਹੜਾ ਵਰਤਾਰਾ ਹੈ ਕਿ ਅਸੀਂ ਕੁਛ ਸੋਚਦੇ ਹੀ ਨਹੀਂ, ਫਿਰ ਅਸੀਂ ਧੜਾ ਧੜ ਜਿਹੜੇ ਵਹੀਕਲ ਚਲਾ ਰਹੇ ਹਾਂ ਜਿਹਦੇ 'ਚ ਧੂੰਆਂ ਛੱਡ ਰਹੇ ਹਾਂ, ਡੀਜ਼ਲ ਹੈ, ਪੈਟਰੋਲ ਹੈ, ਕੋਲਾ ਹੈ, ਬਲ ਜਿਹੜੇ ਥਰਮਲ ਪਾਵਰ ਪਲਾਂਟ ਕੋਲਾ ਬਾਲੀ ਜਾਂਦੇ ਹਾਂ। ਕੋਲਾ ਬਾਲ ਕੇ ਅਸੀਂ ਸਾਰਾ ਵਾਤਾਵਰਨ ਦਾ ਸੱਤਿਆਨਾਸ਼ ਮਾਰਤਾ ਹੋਇਆ। ਔਰ ਫਿਰ ਮੁੜ ਕੇ ਕੋਲੇ ਦੀ ਸੁਆਹ ਬਣ ਗਈ। ਫਿਰ ਹੁਣ ਸੁਆਹ ਮਰੀਜ਼ ਉਹ ਭੱਠਿਆਂ ਵਾਲਿਆਂ ਨੂੰ ਮਜਬੂਰ ਕੀਤਾ ਜਾ ਰਿਹਾ, ਭੱਠਿਆਂ ਵਾਲਿਆਂ ਦੇ 'ਤੇ ਬੰਦਸ਼ ਲਾਈ ਜਾ ਰਹੀ ਕਿ ਤੁਸੀਂ ਮਿੱਟੀ ਨਹੀਂ ਵਰਤ ਸਕਦੇ, ਤੁਸੀਂ ਸੁਆਹ ਵਰਤੋ। ਕਿਉਂ? ਕਿਉਂਕਿ ਸੁਆਹ ਸੰਭਾਲੀ ਨਹੀਂ ਜਾ ਰਹੀ, ਇੰਨੀ ਜ਼ਿਆਦਾ ਪੈਦਾ ਹੋ ਰਹੀ ਹੈ। ਤਾਂ ਕਿਤੇ ਨਾ ਕਿਤੇ ਅਸੀਂ ਮਤਲਬ ਇੱਕ ਐਸਾ ਵਿਕਾਸ ਦਾ ਮਾਡਲ ਖੜਾ ਕਰਤਾ ਜਿਹੜਾ ਕਿ ਵਿਨਾਸ਼ ਦਾ ਮਾਡਲ ਹੈ, ਜਦੋਂ ਕਿ ਕੁਦਰਤ ਬਿਲਕੁਲ ਇਹਦੇ ਉਲਟ ਹੈ। ਕੁਦਰਤ ਦੇ ਵਿੱਚ ਸਾਰੇ ਜਿਹੜੇ ਸਾਈਕਲ ਨੇ ਉਹ ਜਿਹਨੂੰ ਕਹਿੰਦੇ ਆ ਸਸਟੇਨੇਬਲ ਨੇ। ਪੰਜਾਬੀ 'ਚ ਕਹੀਏ ਸਸਟੇਨੇਬਲ ਦਾ ਪੰਜਾਬੀ ਬਣਦੀ ਹੈ ਚਿਰੰਜੀਵੀ, ਜਿਹੜੇ ਕਦੇ ਵੀ ਮਰਦੇ ਨਹੀਂ। ਹਵਾ ਜਿੰਨੀ ਮਰਜ਼ੀ ਵਰਤੀ ਜਾਓ ਹੋਰ ਬਣ ਜਾਂਦੀ ਹੈ, ਪਾਣੀ ਜਿੰਨਾ ਮਰਜ਼ੀ ਵਰਤੀ ਜਾਓ ਸਾਈਕਲ ਹੋ ਕੇ ਫਿਰ ਵਾਪਸ ਆ ਜਾਂਦਾ ਹੈ। ਮਿੱਟੀ ਦੇ ਖੁਰਾਕੀ ਤੱਤ ਜਿੰਨੇ ਮਰਜ਼ੀ ਲਈ ਜਾਓ ਉਹ ਫਿਰ ਸਾਈਕਲ ਹੋ ਕੇ ਰੀਸਾਈਕਲ ਹੋ ਜਾਂਦੇ ਆ। ਜੋ ਤੁਸੀਂ ਆਪਣਾ ਵੇਸਟ ਵਾਪਸ ਧਰਤੀ 'ਚ ਫਿਰਦੇ ਹੋ ਤਾਂ ਉਹ ਧਰਤੀ ਦੀ ਖੁਰਾਕ ਨੇ। ਸਾਡੀ ਪਾਰਟੀ ਸਾਡੇ ਲਈ ਵੇਸਟ ਹੈ, ਲੇਕਿਨ ਧਰਤੀ ਵਾਸਤੇ ਉਹ ਅੰਮ੍ਰਿਤ ਹੈ, ਕਿਉਂਕਿ ਧਰਤੀ ਨੇ ਫਿਰ ਮੁੜ ਕੇ ਉਹਨੂੰ ਰੀਪ੍ਰੋਸੈਸ ਕਰ ਦੇਣਾ। ਅਸੀਂ ਧਰਤੀ 'ਚੋਂ ਪੈਦਾ ਕੀਤਾ ਭੋਜਨ ਖਾਧਾ, ਸਾਡੀਆਂ ਅੰਤਰਾਂ 'ਚ ਗਿਆ, ਉਹ ਅਸੀਂ ਪਾਰਟੀ ਕੀਤੀ, ਵਾਪਸ ਧਰਤੀ 'ਚ ਗਈ, ਧਰਤੀ ਨੇ ਫਿਰ ਉਹਨੂੰ ਮਿੱਟੀ ਬਣਾਇਆ, ਫਿਰ ਮਿੱਟੀ ਬਣਾ ਕੇ ਫਿਰ ਭੋਜਨ ਪੈਦਾ ਕਰਤਾ। ਤਾਂ ਇਹ ਕੁਦਰਤ ਦੇ ਸਾਈਕਲ ਬਿਲਕੁਲ ਵੱਖਰੇ ਨੇ, ਜਿਹੜੇ ਕਿ ਸਸਟੇਨੇਬਲ ਨੇ, ਜਿਹੜੇ ਕਿ ਚਿਰੰਜੀਵੀ ਨੇ। ਔਰ ਅਸੀਂ ਜੋ ਕੁਛ ਕਰ ਰਹੇ ਹਾਂ ਉਸ ਸਾਰੇ ਦਾ ਬਿਲਕੁਲ ਵਿਰੋਧ ਕਰ ਰਹੇ ਹਾਂ। ਜਿਹ 'ਚ ਹਵਾ ਜਿਹੜੀ ਪ੍ਰਦੂਸ਼ਿਤ ਹੁੰਦੀ ਹੈ ਸਭ ਤੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਹਵਾ ਅਸੀਂ ਵਰਤਦੇ ਵੀ ਸਭ ਤੋਂ ਜ਼ਿਆਦਾ। ਅਸੀਂ ਹਜ਼ਾਰਾਂ ਲੀਟਰ ਹਵਾ ਰੋਜ਼ ਲੈਂਦੇ ਅੰਦਰ, ਔਰ ਹਜ਼ਾਰਾਂ ਲੀਟਰ ਦੇ ਅੰਦਰ ਜੇ ਜ਼ਹਿਰੀਲਾ ਮਾਦਾ ਹੋਏਗਾ, ਹੁਣ ਜ਼ਹਿਰੀਲੇ ਮਾਦੇ ਕਿਹੜੇ ਨੇ ਹਵਾ 'ਚ ਅਤੇ ਕਿੱਥੋਂ ਆਉਂਦੇ ਆ, ਉਹ ਬੜਾ ਸਪਸ਼ਟ ਹੈ। ਜੇ ਮੈਂ ਜ਼ਹਿਰੀਲੇ ਮਾਦੇ ਗਿਣੂੰਗਾ ਤਾਂ ਤੁਹਾਨੂੰ ਸਪਸ਼ਟ ਹੋ ਜਾਏਗਾ ਕਿ ਆ ਕਿੱਥੋਂ ਰਹੇ ਹੋ। ਦੇ ਜ਼ਹਿਰੀਲੇ ਮਾਦੇ ਦੇ ਅੰਦਰ ਕੀ ਹੈ? ਗੈਸਾਂ ਨੇ। ਗੈਸ ਕਿਹੜੀ ਹੈ? ਨਾਈਟ੍ਰੋਜਨ ਆਕਸਾਈਡਸ ਨੇ, ਸਲਫਰ ਆਕਸਾਈਡ ਹੈ, ਕਾਰਬਨ ਡਾਈਆਕਸਾਈਡ ਹੈ, ਠੀਕ ਹੈ, ਕਾਰਬਨ ਮੋਨੋਆਕਸਾਈਡ ਹੈ, ਅਮੋਨੀਆ ਗੈਸ ਹੈ, ਹਾਈਡਰੋਜਨ ਸਲਫਾਈਡ ਗੈਸ ਹੈ। ਹੋਰ ਕਿੰਨੀਆਂ ਗੈਸਾਂ ਜਿਹੜੀਆਂ ਜਦੋਂ ਕੋਈ ਜਦੋਂ ਮਰੇ ਡੰਗਰ ਅਤੇ ਹੋਰ ਸਾਰਾ ਕੁਛ ਟੁੱਟਦਾ ਹੈ, ਗਲਦਾ ਸੜਦਾ, ਉਹਦੇ 'ਚੋਂ ਗੈਸਾਂ ਨਿਕਲਦੀਆਂ ਨੇ, ਸੀਵਰੇਜ 'ਚੋਂ ਨਿਕਲਦੀਆਂ ਨੇ। ਤਾਂ ਉਹ ਗੈਸਾਂ ਨੇ ਸਾਰੀਆਂ, ਤਾਂ ਉਹ ਸਾਰੀਆਂ ਗੈਸਾਂ ਕਿੱਥੇ ਜਾਂਦੀਆਂ ਨੇ? ਹਵਾ 'ਚ ਜਾਂਦੀਆਂ ਨੇ। ਹਵਾ 'ਚ ਉਸ ਮਾਤਰਾ 'ਚ ਹੋਣਗੀਆਂ। ਫਿਰ ਜੇ ਤੁਸੀਂ ਪਾਰਟੀਕਲ ਦੀ ਗੱਲ ਕਰੋਗੇ, ਜਿਹੜੇ ਕਣ ਨੇ, ਉਹਦੇ 'ਚ ਵਿਗਿਆਨੀਆਂ ਨੇ ਸਮਝਣ ਵਾਸਤੇ ਉਹਨੂੰ ਦੋ ਹਿੱਸਿਆਂ 'ਚ ਵੰਡਿਆ। 2.5 ਮਾਈਕਰੋਮੀਟਰ ਕਣ, 2.5 ਅਤੇ 10 ਦੇ ਵਿਚਾਲੇ, ਅਤੇ 10 ਤੋਂ ਵੱਡੇ। 2.5 ਮਾਈਕਰੋਮੀਟਰ ਵਾਲੇ ਜਿਹੜੇ ਕਣ ਨੇ ਉਹ ਸਭ ਤੋਂ ਖਤਰਨਾਕ ਹੁੰਦੇ ਆ। ਜਿਹੜੇ ਛੋਟੇ ਨੇ, ਜਿੰਨਾ ਛੋਟਾ ਉਨਾ ਹੀ ਖੋਟਾ। 2.5 ਤੋਂ 10 ਵਾਲੇ ਜਿਹੜੇ ਨੇ ਉਹ ਘੱਟ ਖਤਰਨਾਕ ਹੁੰਦੇ ਆ, ਕਿਉਂਕਿ ਉਹ ਅਸੀਂ ਕਫ ਆਊਟ ਕਰ ਸਕਦੇ ਹਾਂ। ਜਿਹੜੇ 2.5 ਮਾਈਕਰੋਮੀਟਰ ਵਾਲੇ ਜਿਹੜੇ ਕਣ ਨੇ ਉਹਦੇ 'ਚ ਕਿੰਨੇ ਹੀ ਢੰਗਾਂ ਨਾਲ ਉਹ ਵੱਧ ਖਤਰਨਾਕ ਨੇ। ਪਹਿਲੀ ਗੱਲ ਤਾਂ ਉਹ ਬਹੁਤ ਸਿੱਧੇ ਗਹਿਰੇ ਫੇਫੜਿਆਂ ਦੇ ਵਿੱਚ ਡੂੰਘੇ ਜਾਂਦੇ ਆ, ਅਤੇ ਉਸ ਥਾਂ 'ਤੇ ਬੈਠਦੇ ਆ ਜਿੱਥੋਂ ਅਸੀਂ ਖੰਘ ਕੇ ਵੀ ਨਹੀਂ ਕੱਢ ਸਕਦੇ। ਫਿਰ ਅਸੀਂ ਕਹਿੰਦੇ ਸਾਨੂੰ ਅਸਥਮਾ ਹੋ ਗਿਆ, ਸਾਨੂੰ ਰੋਜ਼ ਖੰਘ ਲੱਗੀ ਰਹਿੰਦੀ ਹੈ। ਜਾਂ ਜਿਹੜੇ ਬੀੜੀਆਂ ਪੀਣ ਵਾਲੇ ਤੁਸੀਂ ਦੇਖੇ ਹੋਣੇ ਆ, ਉਹ ਕਿਵੇਂ ਖੰਘਦੇ ਆ, ਕਿਉਂਕਿ ਉਹਦੇ ਅੰਦਰ ਵੀ ਫੇਫੜਿਆਂ 'ਚੋਂ ਜੰਮਿਆ ਹੁੰਦਾ। ਉਹ ਖੰਘ ਕੀ ਹੈ? ਖੰਘ ਸਰੀਰ ਵਿਚਾਰਾ ਜਿਹਨੂੰ ਫੇਫੜੇ ਚਾਹੀਦੇ ਆ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਰ ਵੇਲੇ। ਤਾਂ ਤੁਸੀਂ ਪਾਓਗੇ ਕਿ ਬੀੜੀ ਸਮੋਕਰ ਜਿਹੜੇ ਨੇ ਹਰ ਵੇਲੇ ਖੰਘੀ ਜਾਂਦੇ ਆ। ਇੱਦਾਂ ਹੀ ਜਿਹੜੇ ਪ੍ਰਦੂਸ਼ਣ ਸ਼ਹਿਰਾਂ 'ਚ ਰਹਿੰਦੇ ਆ, ਉਹਨਾਂ 'ਚ ਕਰੋਨਿਕ ਕਫ ਬਹੁਤ ਕਾਮਨ ਹੋ ਗਈ ਅੱਜ ਕੱਲ੍ਹ, ਕਿ ਖਾਂਸੀ ਨਹੀਂ ਹਟਦੀ।
ਤਾਂ ਉਹ 2.5 ਮਾਈਕਰੋਮੀਟਰ ਵਾਲੇ ਕਣ ਨੇ, ਪਹਿਲੀ ਗੱਲ ਤਾਂ ਉਹ ਫੇਫੜਿਆਂ ਡੂੰਘੇ ਜਾਂਦੇ ਆ, ਦੂਜੀ ਗੱਲ ਉਸ ਦੇ ਖੂਨ 'ਚ ਜਾਂਦੇ ਆ ਕਿ ਛੋਟੇ ਨੇ ਉਹ ਖੂਨ 'ਚ ਵੀ ਵੜ ਜਾਂਦੇ ਆ ਹਵਾ ਦੇ ਨਾਲ ਹੀ, ਆਕਸੀਜਨ ਦੇ ਨਾਲ ਹੀ। ਹਵਾ 'ਚ ਉੱਥੇ ਜਾਣਗੇ ਤਾਂ ਫਿਰ ਇਕੱਲੇ ਫੇਫੜਿਆਂ ਨੂੰ ਨੁਕਸਾਨ ਕਰਨਗੇ, ਉਹ ਸਾਡੇ ਹਾਰਟ ਨੂੰ ਨੁਕਸਾਨ ਕਰਨਗੇ, ਬਲੱਡ ਵੈਸਲ ਨੂੰ ਨੁਕਸਾਨ ਕਰਨਗੇ, ਜਿੱਥੇ ਵੀ ਜਾਣਗੇ ਕੋਈ ਜ਼ਹਿਰ ਹੈ, ਜ਼ਹਿਰੀਲੇ ਨੇ ਉਹ, ਤਾਂ ਉਹ ਉੱਥੇ ਹੀ ਨੁਕਸਾਨ ਕਰਨਗੇ। ਸੋ ਜਿਹੜੇ ਛੋਟੇ ਪਾਰਟੀਕਲ ਹੁੰਦੇ ਆ 2.5 PM ਕਹਿੰਦੇ ਆ ਉਹਨੂੰ ਪਾਰਟੀਕੂਲੇਟ ਮੈਟਰ 2.5 ਮਾਈਕਰੋਮੀਟਰ ਇੱਕ, ਅਤੇ ਇੱਕ ਪਾਰਟੀਕੂਲੇਟ ਮੈਟਰ 10 ਮਾਈਕਰੋਨ। 10 ਤੋਂ ਵੱਡੇ ਤਾਂ ਜਿਹੜੇ ਨੇ ਉਹ ਰੇਤ ਹੈ, ਜਿਹੜੇ ਰੇਤ ਦੇ ਵੱਡੇ ਵੱਡੇ ਕਣ ਹੁੰਦੇ ਜਿਹੜੇ ਆਮ ਤੌਰ 'ਤੇ ਹਵਾ 'ਚ ਜਾਂਦੇ ਹੀ ਨਹੀਂ, ਉਹ ਬੈਠ ਜਾਂਦੇ ਸਿੱਧੇ, ਮਾੜਾ ਜਿਹਾ ਉੜਨਗੇ, ਜੇ ਬਹੁਤੀ ਤੇਜ਼ ਹਵਾ ਚੱਲੇਗੀ ਤਾਂ ਥੋੜ੍ਹਾ ਜਿਹਾ ਉੜਨਗੇ। ਜਿੱਦਾਂ ਰਾਜਸਥਾਨ ਦੀ ਨਹੀਂ ਹੁੰਦੀ ਵੀ ਅੱਜ ਤੁਸੀਂ ਪਾਓ ਤਾਂ ਟਿੱਬਾ ਸੜਕ ਦੇ ਇਸ ਪਾਸੇ ਪਿਆ ਹੁੰਦਾ, ਹਨੇਰੀ ਚੱਲਦੀ ਹੈ ਤਾਂ ਕੱਲ੍ਹ ਨੂੰ ਤੁਸੀਂ ਜਾਣੇ ਤਾਂ ਟਿੱਬਾ ਉਸ ਪਾਸੇ ਉਹੀ ਟਿੱਬਾ ਉੱਧਰ ਪਿਆ ਹੁੰਦਾ। ਕਿਉਂ? ਕਿਉਂਕਿ ਉਹ ਇੰਨਾ ਕੀ ਉੜ ਸਕਦੇ ਆ, ਨੇ ਤੇਜ਼ ਤੋਂ ਤੇਜ਼ ਹਵਾ 'ਚ ਵੀ ਉਹ ਮਾੜਾ ਜਿਹਾ ਹਵਾ ਤੇਜ਼ ਆਈ, ਬੁੱਲਾ ਆਇਆ, ਮਾੜਾ ਜਿਹਾ ਚੱਕਿਆ ਉਹਨੇ, ਉਹ ਨਾਲ ਦੂਜੀ ਥਾਂ 'ਤੇ ਫਿਰ ਬੁੱਲੇ ਦਾ ਅਸਰ ਖਤਮ ਹੋ ਗਿਆ। ਉਹ ਹੁੰਦੇ 10 ਤੋਂ ਉੱਪਰ ਵਾਲੇ ਪਾਰਟੀਕਲ। 2 10 ਵਾਲੇ ਜਿਹੜੇ ਪਾਰਟੀਕਲ ਹੁੰਦੇ ਜਿਹੜੇ ਕਿ ਹਵਾ 'ਚ ਤੈਰਦੇ ਰਹਿੰਦੇ ਆ, ਆਮ ਹਵਾ 'ਚ ਵੀ, ਲੇਕਿਨ ਉਹ ਆਉਂਦੇ ਕਿਤੇ ਨਾ ਕਿਤੇ ਇਹੋ ਜਿਹੀ ਥਾਂ ਤੋਂ ਨੇ, ਜਿੱਦਾਂ ਸਾਡੇ ਪੋਲੂਟਿੰਗ ਵਹੀਕਲਸ ਨੇ, ਡੀਜ਼ਲ ਪੈਟਰੋਲ ਵਾਲੇ ਵਹੀਕਲਸ ਨੇ, ਉੱਥੋਂ ਆਉਣਗੇ। ਇੰਡਸਟਰੀ 'ਚ ਆਉਣਗੇ, ਜਿੱਥੇ ਕੋਲਾ ਬਲਦਾ ਉੱਥੋਂ ਆਉਣਗੇ, ਜਾਂ ਜਿੱਥੇ ਇਹੋ ਜਿਹੇ ਕੋਈ ਹੋਰ ਪ੍ਰੋਸੈਸਿਸ ਨੇ, ਕੋਈ ਸ਼ੂਗਰ ਫੈਕਟਰੀ ਹੈ, ਕੋਈ ਸ਼ਰਾਬ ਦੀ ਫੈਕਟਰੀ ਹੈ, ਜਿਹਨਾਂ ਥਾਵਾਂ ਤੋਂ ਉਹ ਜਿਹੜੇ ਪਾਰਟੀਕਲ ਆਉਣਗੇ, ਉਹਦੇ 'ਚ 2.5 PM ਵਾਲੇ ਵੀ ਆਉਣਗੇ ਅਤੇ 2.5 ਤੋਂ 10 PM ਵਾਲੇ ਵੀ ਆਉਣਗੇ। ਤੋ ਜਿਹੜੇ 2.5 ਅਤੇ 10 PM ਦੇ ਵਿਚਾਲੇ ਵਾਲੇ ਹੁੰਦੇ ਉਹ ਰਿਲੇਟਿਵਲੀ ਘੱਟ ਖਤਰਨਾਕ ਹੁੰਦੇ ਆ, ਅਤੇ ਉਹ ਉਦੋਂ ਹੀ ਉਹ ਜਿਹੜੀ ਮਿੱਟੀ ਹੁੰਦੀ ਹੈ ਉਹ ਆਮ ਤੌਰ 'ਤੇ ਜਦੋਂ ਤੇਜ਼ ਹਵਾ ਚੱਲਦੀ ਤਾਂ ਉਦੋਂ ਹੀ ਜ਼ਿਆਦਾ ਹੁੰਦੇ ਆ। ਲੇਕਿਨ ਜਿਹੜੇ ਬਹੁਤ ਜਿਹੜੇ ਖਤਰਨਾਕ ਪਾਰਟੀਕਲ ਨਿਕਲਦੇ ਆ, ਵਹੀਕਲ 'ਚੋਂ ਨਿਕਲਦੇ ਆ, ਕਾਰਖਾਨਿਆਂ 'ਚੋਂ ਨਿਕਲਦੇ ਆ, ਤੁਸੀਂ ਦੇਖੋਗੇ ਕਿ ਉਹ ਜ਼ਿਆਦਾ ਉੜੇ ਹਵਾ 'ਚ ਤੈਰਦੇ ਰਹਿੰਦੇ। ਸੋ ਦੂਜਾ ਉਹਨਾਂ 2.5 ਮਾਈਕਰੋਮੀਟਰ ਵਾਲਿਆਂ ਦਾ ਕੀ ਔਗਣ ਹੈ ਕਿ ਉਹ ਹਵਾ 'ਚ ਤੈਰਦੇ ਰਹਿੰਦੇ ਹਮੇਸ਼ਾ ਹੀ। ਇੱਕ ਵਾਰੀ ਹਵਾ 'ਚ ਆਏ ਫਿਰ ਉਹ ਥੱਲੇ ਨਹੀਂ ਬੈਠਣਗੇ। ਜਿਹੜੇ ਵੱਡੇ ਪਾਰਟੀਕਲ ਨੇ, ਜਦੋਂ ਹੀ ਹਵਾ ਮਾੜੀ ਜਿਹੀ ਸਟਿਲ ਹੋਏਗੀ, ਰੁਕੇਗੀ, ਤੇਜ਼ ਚੱਲ ਰਹੀ ਹੈ ਤਾਂ ਹਵਾ 'ਚ ਨੇ, ਜੇ ਮੱਧਮ ਹੋ ਗਈ ਤਾਂ ਉਹ ਥੱਲੇ ਬੈਠ ਜਾਣਗੇ। ਜੇ ਤੁਸੀਂ ਰੋਜ਼ ਦੇਖਦੇ ਹੋ ਆਪਣੇ ਬਾਹਰ ਛੱਤ ਦੇ ਉੱਪਰ ਕੁਛ ਨਾ ਕੁਛ ਜੰਮਿਆ ਪਿਆ ਹੁੰਦਾ ਨਾ, ਉਹ ਕਿਹੜੇ ਪਾਰਟੀਕਲ ਹੁੰਦੇ ਆ? ਜਿਹੜੇ 2.5 ਅਤੇ 10 ਦੇ ਵਿਚਾਲੇ ਵਾਲੇ ਪਾਰਟੀਕਲ ਨੇ, ਜਾਂ 10 ਤੋਂ ਤਾਂ ਉਹ ਪਾਰਟੀਕਲ ਨੇ। ਅਤੇ 2.5 ਵਾਲੇ ਹਮੇਸ਼ਾ ਹਵਾ 'ਚ ਤੈਰਦੇ ਰਹਿੰਦੇ ਆ। ਸੋ 2.5 ਵਾਲੀ ਜਿਹੜੀ ਪੋਲਿਊਸ਼ਨ ਹੁੰਦੀ ਆ ਉਹ ਬਹੁਤ ਖਤਰਨਾਕ ਹੁੰਦੀ ਹੈ। ਦੂਜੀ ਗੱਲ ਫਿਰ ਉਹ ਦੂਰ ਤੱਕ ਜਾਂਦੇ ਆ, ਕਿਉਂਕਿ ਹਵਾ ਕਦੀ ਖੜ੍ਹਦੀ ਨਹੀਂ ਹੈ, ਹਵਾ ਤਾਂ ਬਾਰਡਰ ਵੀ ਕ੍ਰਾਸ ਕਰ ਜਾਂਦੀ ਹੈ, ਹਵਾ ਤਾਂ ਸਾਰੀ ਦੁਨੀਆ ਦੀ ਸਾਂਝੀ ਹੈ। ਉਹ ਜਿਹੜੇ 2.5 ਦੇ ਤੁਸੀਂ ਗੱਲ ਕਰ ਰਹੇ ਹੋ ਡਾਕਟਰ ਸਾਹਿਬ, ਉਹ ਇੱਦਾਂ ਹੁੰਦਾ ਕਿ ਮੰਨ ਲਓ ਕਿ ਇੱਕ ਹਨੇਰੇ ਕਮਰੇ 'ਚ ਆਪਾਂ ਬੈਠੇ ਹਾਂ, ਉੱਥੋਂ ਰੌਸ਼ਨੀ ਆ ਰਹੀ, ਅਤੇ ਜਿਹੜੇ ਰੌਸ਼ਨੀ ਦੇ ਵਿੱਚ ਆਪਾਂ ਨੂੰ ਕਣ ਉੜਦੇ ਨਜ਼ਰ ਆ ਰਹੇ ਨੇ, ਉਹ ਵਾਲੇ ਹੁੰਦੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਜਿਹੜੇ ਹਮੇਸ਼ਾ ਹੀ ਰਹਿੰਦੇ ਆ, ਉਹ ਉੜਦੇ ਨਜ਼ਰ ਆ ਰਹੇ, ਜਿਹੜੇ ਹਵਾ 'ਚ ਹਮੇਸ਼ਾ ਹੀ ਰਹਿੰਦੇ ਆ। ਉਹ ਬਿਲਕੁਲ ਸਹੀ ਕਿਹਾ ਤੁਸੀਂ। ਉਹਦੇ 'ਚ ਉਹ ਹਵਾ, ਉਹ ਜਦੋਂ ਰੌਸ਼ਨੀ ਪੈਂਦੀ ਤਾਂ ਉਹ ਚਮਕਦੇ ਆ ਤਾਂ ਉਹ ਦਿਖਦੇ ਆ, ਅਦਰਵਾਈਜ਼ ਰੂਟੀਨ 'ਚ ਆਪਾਂ ਨੂੰ ਦਿਖਦੇ ਨਹੀਂ। ਤੋ ਉਹ ਜੋ ਰੋਸ਼ਨੀ ਪੈਂਦੀ ਹੈ ਖਿੜਕੀ 'ਚੋਂ, ਫਿਰ ਸਾਨੂੰ ਪਤਾ ਲੱਗਦਾ ਵੀ ਕਿੱਦਾਂ ਦੀ ਹਵਾ ਲੈ ਰਹੇ ਹਾਂ, ਕਿੱਦਾਂ ਦੀ ਹਵਾ ਲੈ ਰਹੇ ਹਾਂ। ਉਹ ਹਮੇਸ਼ਾ ਹੀ ਹੁੰਦਾ ਇੱਦਾਂ। ਸੋ ਉਹ ਜਿਹੜਾ ਤਰੀਕਾ ਹੈਗਾ ਉਹ ਐਂਬੀਐਂਟ ਏਅਰ ਉਹਨੂੰ ਕਹਿੰਦੇ। ਲੋਕਲ ਏਅਰ ਜਿਹੜੀ ਹੈ, ਜੇ ਮੰਨ ਲਓ ਇੱਕ ਫੈਕਟਰੀ ਲੱਗੀ ਹੋਈ ਹੈ, ਫੈਕਟਰੀ ਦੇ ਵਿੱਚੋਂ ਪੋਲਿਊਸ਼ਨ ਧੂੰਆਂ ਨਿਕਲ ਰਿਹਾ ਕੋਲੇ ਦਾ, ਉਹਦੇ 'ਚ ਜਿਹੜੇ ਤਾਂ ਪਾਰਟੀਕਲ ਹੋਣਗੇ ਵੱਡੇ, ਉਹਦਾ ਥੋੜ੍ਹੀ ਦੂਰ ਜਾ ਕੇ ਹੌਲੀ ਹੌਲੀ ਥੱਲੇ ਬੈਠ ਜਾਣਗੇ। ਉਹ ਜਿਵੇਂ ਬਠਿੰਡੇ ਵਾਲੇ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਵੀ ਸਾਡੇ ਸਿਰ 'ਚ ਪੈਂਦੀ ਹੈ ਸਵਾ, ਉਹ ਕਿਹੜੇ ਪਾਰਟੀਕਲ ਸੀਗੇ? ਜਿਹੜੇ ਵੱਡੇ ਸੀਗੇ, ਜਿਹੜੇ ਕਿ ਉਹਨਾਂ ਦੇ ਸਿਰਾਂ 'ਚ ਪੈਂਦੇ ਸੀਗੇ, ਛੱਤਾਂ 'ਤੇ ਸੌਂਦੇ ਸੀ, ਉਹਨਾਂ ਦੇ ਕੱਪੜੇ ਖਰਾਬ ਹੁੰਦੇ ਸੀਗੇ, ਛੱਤਾਂ ਕਾਲੀਆਂ ਹੋ ਜਾਂਦੀਆਂ ਸੀਗੀਆਂ, ਉਹ ਜਿਹੜੇ ਵੱਡੇ ਪਾਰਟੀਕਲ ਸੀ। ਜਿਹੜੇ ਛੋਟੇ ਵਾਲੇ ਸੀ ਉਹ ਤਾਂ ਫਿਰ ਦੂਰ ਤੱਕ ਮਾਰ ਕਰਦੇ ਆ, ਦੂਰ ਤੱਕ ਜਾਂਦੇ ਹੋ। ਤਾਂ ਇਹ ਹੈ ਵਰਤਾਰਾ ਜਿਹੜੀ ਪ੍ਰਦੂਸ਼ਣ ਦਾ, ਹਵਾ ਦੇ ਪ੍ਰਦੂਸ਼ਣ ਦਾ। ਤਾਂ ਹਵਾ ਦਾ ਪ੍ਰਦੂਸ਼ਣ ਜ਼ਿਆਦਾ ਜਿਹੜੇ ਵਹੀਕਲਸ ਕਰਦੇ ਆ, ਤੁਹਾਡੇ ਕਾਰਖਾਨੇ ਕਰਦੇ ਆ, ਕੋਲਾ ਬਾਲਦੇ ਆ, ਥਰਮਲ ਪਾਵਰ ਪਲਾਂਟਸ ਕਰਦੇ ਆ, ਠੀਕ ਹੈ, ਇੱਟਾਂ ਵਾਲੇ ਪੱਠੇ ਕੱਢਦੇ ਆ। ਜਦੋਂ ਪੁਰਾਣੀਆਂ ਬਲਦੇ ਹੁੰਦੇ ਸੀਗੀਆਂ ਅੰਗੀਠੀਆਂ, ਉਹ ਵੀ ਕਰਦੀਆਂ ਸੀਗੀਆਂ। ਤਾਂ ਇਹ ਸਾਰਾ ਕਿਤੇ ਨਾ ਕਿਤੇ ਜਿਹੜਾ ਇਹ ਵਰਤਾਰਾ ਹੈ, ਜਿੱਥੇ ਕੰਸਟਰਕਸ਼ਨ ਚੱਲ ਰਹੀ ਹੈ, ਉੱਥੇ ਬਹੁਤ ਜ਼ਿਆਦਾ ਮਿੱਟੀ ਉੱਡਦੀ ਹੈ, ਉੱਥੇ ਸੀਮੈਂਟ ਉੱਡਦਾ ਆਓ। ਸੋ ਉਹ ਥਾਵਾਂ 'ਤੇ ਜਿਹੜੇ ਪਾਰਟੀਕਲ ਇਹ ਮੇਨ ਸੋਰਸਿਸ ਨੇ ਪ੍ਰਦੂਸ਼ਿਤ ਕਰਨ ਦੇ। ਜਿਹੜੇ ਤੁਸੀਂ ਇਮੈਜਨ ਕਰੋ, ਜਿਹੜੇ ਵਿਚਾਰੇ ਪੁਲਿਸ ਵਾਲੇ ਆਪਾਂ ਦੇਖਦੇ ਹਾਂ ਬੜਾ ਟੋਰੀਫਾਈਡ ਵਰਦੀ ਪਾ ਕੇ ਖੜ੍ਹੇ ਹੁੰਦੇ ਆ, ਅਤੇ ਖੜ੍ਹ ਕੇ ਚੌਂਕਾਂ ਦੇ ਵਿੱਚ ਉਹ ਟ੍ਰੈਫਿਕ ਕੰਟਰੋਲ ਕਰ ਲਏ ਹੁੰਦੇ ਆ, ਉਹ ਤੁਸੀਂ ਦੇਖੋ ਉਹਨਾਂ ਦਾ ਹਾਲ ਕੀ ਹੁੰਦਾ ਹੋਊਗਾ। ਜਿਸ ਸਾਡੇ ਸਿਪਾਹੀ ਨੇ 7 ਘੰਟੇ 8 ਘੰਟੇ ਉੱਥੇ ਚੌਂਕ 'ਚ ਖੜ੍ਹੇ ਰਹਿਣਾ, ਜਿੱਥੇ ਹਰ ਵੇਲੇ ਡੀਜ਼ਲ ਹੈ, ਤੁਸੀਂ ਮੈਨੂੰ ਅੱਧਾ ਘੰਟਾ ਖੜ੍ਹ ਕੇ ਦਿਖਾਓ ਉਹ ਉਸ ਥਾਂ 'ਤੇ। ਮੈਨੂੰ ਤਾਂ ਬਹੁਤ ਵਾਰੀ ਕਿਸੇ ਨੂੰ ਵੇਟ ਕਰਨਾ ਪੈ ਜਾਂਦਾ ਜਦੋਂ
5-10 ਮਿੰਟ ਵੀ ਖੜਨਾ ਪੈ ਜੇ ਤਾਂ ਨਾਲ ਦੀ ਨਾਲ ਮਹਿਸੂਸ ਹੋਣ ਲੱਗ ਜਾਂਦਾ ਵੀ ਤੁਸੀਂ ਗਲਤ ਥਾਂ 'ਤੇ ਖੜ੍ਹੇ ਹੋ। ਕੋਈ ਤੁਹਾਨੂੰ ਨਾਲ ਦੀ ਨਾਲ ਉਸ ਨੱਕ ਦੇ ਅੰਦਰ ਤੁਹਾਡੇ ਖੁਜਲੀ ਹੋਣ ਲੱਗ ਜਾਂਦੀ ਹੈ, ਗਲਾ ਘਿਚ ਕਰਨ ਲੱਗ ਜਾਂਦਾ ਹੈ, ਖਾਂਸੀ ਉੱਠਣ ਲੱਗ ਜਾਂਦੀ ਹੈ। ਉਹ ਜਿਹੜੇ ਸਾਡੇ ਉਹ ਟ੍ਰੈਫਿਕ ਦੇ ਸਾਡੇ ਵੀਰ ਹੁੰਦੇ ਆ ਜਿਹੜੇ 8-8 ਘੰਟੇ 9-9 ਘੰਟੇ ਖੜ੍ਹ ਕੇ ਉੱਥੇ ਉਹ ਟ੍ਰੈਫਿਕ ਕੰਟਰੋਲ ਕਰਦੇ ਆ, ਔਰ ਸਾਰਾ ਧੂੰਆਂ ਉਹਨਾਂ ਦੇ ਅੰਦਰ ਜਾਂਦਾ। ਸੋ ਉਹ ਸਾਰਾ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਜਿਹੜਾ ਹੈ, ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਵਰਤਾਰਾ ਜਿਹੜਾ ਹਵਾ ਦਾ ਇੱਕ ਪੱਖ ਉਹਦਾ ਇਹ ਆ ਕਿ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ। ਇਹਦੇ ਵਿੱਚ ਜਿਹੜੀਆਂ ਸਾਹ ਦੀਆਂ ਬਿਮਾਰੀਆਂ ਤਾਂ ਹੋ ਹੀ ਰਹੀਆਂ ਨੇ, ਫੇਫੜਿਆਂ ਦੀਆਂ, ਜਿਹੜੀਆਂ ਅੱਜ ਨੋਨ ਹੈ ਕਿ ਕਾਰਡੀਓਵਾਸਕੂਲਰ ਡਿਜ਼ੀਜ਼ ਜਿਹੜੀਆਂ ਨੇ ਉਹਦੇ 'ਚ ਮੇਜਰ ਕੰਟਰੀਬਿਊਟਰ ਏਅਰ ਹੈ। ਯਾਨੀ ਜਿਹੜੇ ਦਿਲ ਦੇ ਦੌਰੇ ਦੇ ਨੂੰ ਜਿਹੜੇ ਉਹ ਉਹਦੇ ਵਿੱਚ ਵੀ ਜਿਹੜਾ ਨੰਬਰ 1 ਕੰਟਰੀਬਿਊਟਰ ਹੈ ਉਹ ਹਵਾ ਦਾ ਜਿਹੜਾ 2.5 ਮਾਈਕਰੋਮੀਟਰ ਵਾਲੇ ਕਣ ਨੇ ਉਹ ਜ਼ਿਆਦਾ ਨੇ, ਕਿਉਂਕਿ ਉਹਦੇ ਅੰਦਰ ਬਹੁਤ ਜ਼ਿਆਦਾ ਜ਼ਹਿਰੀਲੀਆਂ ਗੈਸਾਂ ਵੀ ਨੇ ਅਤੇ ਬਹੁਤ ਜ਼ਿਆਦਾ ਜ਼ਹਿਰੀਲੇ ਜਿਹੜੇ ਪਾਰਟੀਕਲ ਨੇ ਬਹੁਤ ਗਹਿਰੇ ਤੱਕ ਜਾਂਦੇ ਹੋ, ਕਿਉਂਕਿ ਹਵਾ ਬਹੁਤ ਜ਼ਿਆਦਾ ਲੈਂਦੇ ਅਸੀਂ। ਤਾਂ ਕੁਦਰਤੀ ਗੱਲ ਜਿੰਨੀ ਜ਼ਿਆਦਾ ਚੀਜ਼ ਲਓਗੇ ਤਾਂ ਉਹਦੇ ਜਿਹੜੇ ਉਹਦੇ ਅੰਦਰ ਜੋ ਕੋਈ ਗੰਦਮੰਦ ਹੈ ਉਹਨੇ ਜ਼ਿਆਦਾ ਜੰਮੇਗਾ ਨਾ, ਤਾਂ ਜਿੰਨਾ ਪਾਣੀ 'ਚ ਉਸ ਤੋਂ ਘੱਟ ਜਾਏਗਾ, ਫਿਰ ਖਾਣੇ 'ਚ ਉਸ ਤੋਂ ਵੀ ਘੱਟ ਜਾਏਗਾ। ਤਾਂ ਲੱਗਦਾ ਹੈ ਕਿ ਹਵਾ ਸਾਡੀ ਪ੍ਰਦੂਸ਼ਿਤ ਹੈ, ਇਹ ਆਪਣੇ ਹੱਥ 'ਚ ਨਹੀਂ ਹੈ, ਕਿਉਂਕਿ ਇਹ ਸਮਾਂ ਇਹੋ ਜਿਹਾ ਹੈ ਕਿ ਜਦੋਂ ਜੇਕਰ ਇਹਨੂੰ ਸੁਧਾਰਨ ਚੱਲਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਸਦੀ ਦੇ ਵਿੱਚ ਵੀ ਆਪਾਂ ਸੁਧਾਰ ਪਾਵਾਂਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਟੈਕਨੋਲੋਜੀ ਹੋਰ ਵੱਧਦੀ ਚਲੀ ਜਾਏਗੀ, ਹੋਰ ਚੀਜ਼ਾਂ ਆਉਂਦੀਆਂ ਚਲੀ ਜਾਣਗੀਆਂ ਅਤੇ ਪ੍ਰਦੂਸ਼ਣ ਜਿਹੜਾ ਉਹ ਵੱਧਦਾ ਚਲਾ ਜਾਏਗਾ। ਬੇਸ਼ੱਕ ਕਿ ਇਲੈਕਟ੍ਰੋਨਿਕ ਕਾਰਾਂ, ਇਲੈਕਟ੍ਰੋਨਿਕ ਜਿਹੜੇ ਵਹੀਕਲਸ ਦੀ ਜਿਹੜੀ ਇਸ ਵੇਲੇ ਚੱਲਣ ਸਟਾਰਟ ਹੋਣ ਲੱਗਿਆ, ਪਰ ਇਹਨੂੰ ਆਉਣ ਲੱਗਿਆ ਵੀ ਬੜਾ ਸਮਾਂ ਲੱਗ ਜਾਏਗਾ, ਪਰ ਉਦੋਂ ਤੱਕ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਰਹਿਣਗੀਆਂ। ਹੋਰ ਜਿਹੜੇ ਕਾਰਖਾਨੇ ਅਤੇ ਇਹਨਾਂ ਚੀਜ਼ਾਂ ਤੋਂ ਧੂੰਆਂ ਜਿਹੜਾ ਨਿਕਲਣਾ ਹਾਲੇ ਬੰਦ ਨਹੀਂ ਹੋ। ਜਿਹੜੀ ਚੀਜ਼ ਆਪਣੇ ਹੱਥ 'ਚ, ਹੁਣ ਮੰਨ ਲਓ ਕਿ ਆਪਾਂ ਇੱਦਾਂ ਦੀ ਹਵਾ ਲੈ ਰਹੇ ਹਾਂ, ਇਹਦੇ ਬਾਵਜੂਦ ਵੀ ਆਪਾਂ ਬਿਮਾਰ ਨਾ ਹੋਈਏ, ਕੀ ਕਰੀਏ ਆਪਾਂ? ਇੱਕ ਗੱਲ ਜਿਹੜੀ ਰਹਿ ਗਈ ਮੇਰੇ ਖਿਆਲ 'ਚੋਂ ਵੀ ਆਪਾਂ ਦੋਸਤਾਂ ਨਾਲ ਸਾਂਝੀ ਕਰ ਲਈ ਹੈ, ਜਿਹਨੂੰ ਕਲਾਈਮੈਟਿਕ ਚੇਂਜ ਕਹਿੰਦੇ ਆ, ਜਲਵਾਯੂ ਤਬਦੀਲੀ। ਜਲਵਾਯੂ ਤਬਦੀਲੀ ਕਿਉਂ ਹੋ ਰਹੀ ਹੈ? ਕਿਉਂਕਿ ਸਾਡੇ ਗ੍ਰੀਨ ਹਾਊਸ ਗੈਸਿਸ ਜਿਹਨੂੰ ਕਹਿੰਦੇ ਆ, ਉਹ ਗੈਸਿਸ ਹਵਾ ਦੀਆਂ, ਗ੍ਰੀਨ ਹਾਊਸ ਦਾ ਮਤਲਬ ਜਿਹੜਾ ਦੱਸ ਦਈਏ, ਗ੍ਰੀਨ ਹਾਊਸ ਦਾ ਮਤਲਬ ਇਹ ਹੁੰਦਾ ਜਿਸ ਤਰ੍ਹਾਂ ਆਪਾਂ ਗ੍ਰੀਨ ਹਾਊਸ ਲਾਉਂਦੇ ਹਾਂ ਤਾਂ ਉਹਦੇ ਜਿਹੜੀ ਹਵਾ ਸੂਰਜ ਦੀ ਰੋਸ਼ਨੀ ਉਹ ਸਾਡੇ ਅੰਦਰ ਆਉਂਦੀ ਹੈ ਅਤੇ ਪਰ ਵਾਪਸ ਨਹੀਂ ਜਾਂਦੀ। ਗ੍ਰੀਨ ਹਾਊਸ ਉੱਥੇ ਲਾਇਆ ਜਾਂਦਾ ਜਿੱਥੇ ਟੈਂਪਰੇਚਰ ਘੱਟ ਹੁੰਦਾ, ਅਤੇ ਟੈਂਪਰੇਚਰ ਅਸੀਂ ਪੌਦੇ ਉਗਾਉਣ ਲਈ ਹਾਈ ਰੱਖਣਾ। ਗ੍ਰੀਨ ਹਾਊਸ ਦਾ ਮਤਲਬ ਇਹ ਹੁੰਦਾ ਕਿ ਗ੍ਰੀਨ ਹਾਊਸ ਇਫੈਕਟ ਕਹਿੰਦੇ ਨੂੰ। ਜਦੋਂ ਹਵਾ ਦੇ ਅੰਦਰ ਪੋਲਿਊਸ਼ਨ ਹੁੰਦਾ ਹੈ, ਪ੍ਰਦੂਸ਼ਿਤ ਹਵਾ ਹੁੰਦੀ ਹੈ, ਤਾਂ ਉਹ ਜਿਹੜਾ ਐਡਾ ਵੱਡਾ ਕਈ ਕਿਲੋਮੀਟਰਾਂ ਦਾ, ਕਈ ਮੀਲਾਂ ਦਾ ਪ੍ਰਦੂਸ਼ਿਤ ਹਵਾ ਦਾ ਜਿਹੜਾ ਬਲੈਂਕਟ ਬਣ ਜਾਂਦਾ ਹੈ ਪੂਰਾ, ਉਹ ਜਦੋਂ ਸੂਰਜ ਦੀ ਰੋਸ਼ਨੀ ਆ ਜਾਂਦੀ ਹੈ ਤਾਂ ਉਹਨੇ ਵਾਪਸ ਵੀ ਜਾਣਾ ਹੁੰਦਾ। ਆ ਤਾਂ ਜਾਂਦੀ ਹੈ ਉਹ, ਲੇਕਿਨ ਇੱਥੇ ਕਿ ਟਰੈਪ ਹੋ ਜਾਂਦੀ ਹੈ ਅਤੇ ਵਾਪਸ ਨਹੀਂ ਜਾ ਸਕਦੀ। ਤਾਂ ਉਹਦੇ ਨਾਲ ਕੀ ਹੋਏਗਾ? ਉਹਨੂੰ ਕਹਿੰਦੇ ਗਲੋਬਲ ਵਾਰਮਿੰਗ। ਤਾਂ ਗਲੋਬਲ ਵਾਰਮਿੰਗ ਜਿਹੜੀ ਹੋ ਰਹੀ ਹੈ ਉਹਦਾ ਅਸਰ ਅਸੀਂ ਦੇਖ ਰਹੇ ਹਾਂ ਕਿੱਡਾ ਖਤਰਨਾਕ ਹੋ ਰਿਹਾ ਕਿ ਐਤਕੀ ਦੇਖੋ ਹੀਟ ਵੇਵ ਆਈ, ਨਾਲ ਦੀਆਂ ਫਸਲਾਂ ਜਿਹੜੀਆਂ ਨੇ ਉਹਦੀ ਝਾੜ ਘਟ ਗਈ, ਝਾੜ ਘਟ ਜਾਂਦੀ ਹੈ, ਬਿਮਾਰੀਆਂ ਵੱਧ ਜਾਂਦੀਆਂ ਨੇ। ਮੌਸਮ ਜਿਹੜੇ ਨੇ, ਮੌਸਮ ਦੀ ਜਿਹੜੀ ਦੇਖੋ ਕਿੱਡੀ ਤਬਦੀਲੀ ਹੋ ਗਈ ਹੈ। ਬਾਰਿਸ਼ਾਂ ਦਾ ਪੈਟਰਨ ਹੀ ਬਦਲ ਗਿਆ। ਜਦੋਂ ਮੈਂ ਬਚਪਨ 'ਚ ਬਾਰਿਸ਼ ਦੇਖਦਾ ਸੀਗਾ ਤਾਂ ਬਾਰਿਸ਼ ਹੀ ਵੱਖਰੀ ਸੀ। ਮੈਨੂੰ ਵੀ ਯਾਦ ਹੈ ਜੀ, ਉਦੋਂ ਤਾਂ ਮਤਲਬ ਇਹ ਕਹਿ ਸਕਦੇ ਹਾਂ ਵੀ ਉਹ ਬਾਰਿਸ਼ ਤਾਂ ਵੱਖਰਾ ਹੀ ਕਿਸਮ ਦਾ ਇੱਕ ਨਜ਼ਾਰਾ ਹੋਇਆ ਕਰਦਾ। ਜਿਹੜੀ ਝੜੀ ਲੱਗਦੀ ਸੀ, ਝੜੀਆਂ ਜੇ ਪੰਜਾਬੀ ਦੇ ਵਿੱਚ ਨਿੱਕੀ ਕਣੀ ਦਾ ਮੀਂਹ ਵਰਸੇਂਦਾ, ਨਿੱਕੀ ਕਣੀ ਦਾ ਮੀਂਹ ਵਰਸੇਂਦਾ ਜਿਹੜਾ ਕਈ ਦਿਨ ਚੱਲੀ ਜਾਂਦਾ ਹੁੰਦਾ ਸੀਗਾ। ਔਰ ਜਿਹੜੇ ਕੱਚੇ ਮਕਾਨਾਂ ਸੀ ਉਹ ਨਿੱਕੀ ਕਣੀ ਉਹਨਾਂ ਨੂੰ ਖਰਾਬ ਕਰਦੀ ਹੁੰਦੀ ਸੀ, ਹੋਣ ਲੱਗ ਜਾਂਦੇ ਸੀਗੇ। ਔਰ ਬਾਅਦ 'ਚ ਈਵਨ ਜਿਹੜੇ ਇਹੋ ਜਿਹੇ ਕਲਚਰਲ ਸਾਡੇ ਬਣੇ ਹੋਏ ਸੀਗੇ ਕਿ ਅਰਦਾਸਾਂ ਕਰਦੇ ਸੀਗੇ ਵੀ ਹਾਏ ਬੰਦ ਹੋ ਜਾਏ ਮੀਂਹ ਹੁਣ। ਤਾਂ ਉਹ ਜਿਹੜਾ ਝੜੀ ਲੱਗਦੀ ਹੁੰਦੀ ਸੀ ਬੰਦ ਖਤਮ ਹੋ ਗਈ, ਉਹ ਝੜੀ ਨਹੀਂ। ਹੁਣ ਕੀ ਉਹਦਾ ਉਲਟਾ ਆ ਗਿਆ, ਕਲਾਊਡ ਬਸਟ, ਕਿ ਬੱਦਲ ਉੱਡਦਾ ਇੱਕੋ ਜਗ੍ਹਾ ਸਾਰਾ ਪਹਾੜ 'ਚ ਜਾਂਦਾ, ਪਹਾੜ ਚੱਕਰ ਮਾਰਦਾ, ਉੱਥੇ ਜਾ ਕੇ ਬਸਟ ਹੋ ਜਾਂਦਾ। ਮਤਲਬ ਬਸਟ ਹੋ ਜਾਂਦਾ ਮਤਲਬ ਇੱਕਦਮ ਪ੍ਰੈਸੀਪੀਟੇਟ ਹੋ ਜਾਂਦਾ। ਔਰ ਜਿਹੜਾ ਜੇ ਉਹ ਬੱਦਲ ਨਾ ਪ੍ਰੈਸੀਪੀਟੇਟ ਹੁੰਦਾ ਇੱਕਦਮ, ਤਾਂ ਜਿਹੜਾ ਪਿੱਛੇ ਬੱਦਲ ਆ ਰਿਹਾ ਸੀ ਉਹਨੇ ਰੁਕਣਾ ਸੀਗਾ ਅਤੇ ਪਲੇਨ 'ਚ ਪੈਣਾ ਸੀਗਾ, ਦੂਜੇ ਸੌਖਾ ਪੈ ਜਾਂਦਾ। ਕੁਝ ਥਾਵਾਂ 'ਤੇ ਫਲੈਸ਼ ਫਲੱਡ ਹੋ ਜਾਂਦਾ ਬਿਕਾਜ਼ ਆਫ ਕਲਾਊਡ ਬਸਟ, ਕੁਝ ਥਾਵਾਂ 'ਤੇ ਸੌਖਾ ਪੈ ਜਾਂਦਾ ਜਿਹੜੀ ਕਿਉਂਕਿ ਉਸ ਬੱਦਲ ਨੇ ਰੁਕਣਾ ਸੀ ਨਾ ਪਿੱਛੋਂ। ਉਹ ਬੱਦਲ ਮੰਨ ਲਓ ਖੜ੍ਹ ਜਾਂਦਾ ਪਹਾੜ 'ਚ ਇੱਕ ਵਾਰੀ ਜਾ ਕੇ, ਇੱਕਦਮ ਕਲਾਊਡ ਬਸਟ ਨਾ ਹੁੰਦਾ, ਤਾਂ ਜਿਹੜਾ ਪਿੱਛੇ ਬੱਦਲ ਆ ਰਿਹਾ ਸੀਗਾ ਉਹਨੇ ਪਿੱਛੇ ਵਸਣਾ ਸੀਗਾ। ਹੁਣ ਉਹ ਕਲਾਊਡ ਬਸਟ ਹੋ ਗਿਆ, ਉਹ ਵੀ ਅੱਗੇ ਆ ਜਾਂਦਾ। ਉਹ ਕੁਝ ਥਾਵਾਂ 'ਤੇ ਫਲੱਡਿੰਗ ਹੋ ਜਾਂਦੀ ਹੈ, ਕੁਝ ਥਾਵਾਂ 'ਤੇ। ਤਾਂ ਇਹ ਸਾਰਾ ਕੁਝ ਆਪਣੇ ਸਾਹਮਣੇ ਵਾਪਰ ਰਿਹਾ। ਇਹ ਹੁਣ ਕੋਈ ਪਹਿਲਾਂ ਤਾਂ ਅੱਜ ਤੋਂ 10 ਸਾਲ ਪਹਿਲਾਂ ਤਾਂ ਭਵਿੱਖਬਾਣੀਆਂ ਹੁੰਦੀਆਂ ਸੀ ਵੀ ਐਂ ਹੋਊਗਾ। ਅੱਜ ਤੁਹਾਡੇ ਸਾਹਮਣੇ ਹੋ ਰਿਹਾ ਸਭ ਕੁਝ। ਪਰ ਮੈਨ ਮੇਡ ਵੀ ਕਲਾਊਡ ਬਸਟ ਹੋ ਰਹੇ ਨੇ, ਇਹ ਵੀ ਇੱਕ ਸਾਇੰਸ ਦਾ ਇੱਕ ਹਿੱਸਾ ਕਿਹਾ ਜਾ ਰਿਹਾ। ਉਹ ਮੈਨ ਮੇਡ ਕਲਾਊਡ ਬਸਟ ਇੱਕ ਵੱਖਰਾ ਮਸਲਾ ਹੈ ਮੇਰੇ ਖਿਆਲ 'ਚ। ਇਹ ਕੋਈ ਮੈਨ ਮੇਡ ਕਲਾਊਡ ਬਸਟ ਨਹੀਂ ਹੈਗੇ।
ਇਹ ਜਿਹੜੇ ਇਹ ਕਲਾਊਡ ਬਸਟ ਹੋ ਰਹੇ ਆ ਕਿ ਮੈਨ ਮੇਡ ਕਲਾਊਡ ਬਸਟ ਨਹੀਂ, ਮੈਨ ਮੇਡ ਕਲਾਊਡ ਬਸਟ ਪੋਸੀਬਲ ਹੋ ਗਏ ਆ। ਇਹ ਪੋਸੀਬਲ ਹੋ ਗਿਆ ਕਿ ਵਿਗਿਆਨ ਅਗਰ ਕਲਾਊਡ ਬਸਟ ਕਰਨਾ ਚਾਹੇ ਤਾਂ ਕਰ ਸਕਦਾ, ਲੇਕਿਨ ਇਹ ਕਲਾਊਡ ਜੇ ਬਸਟ ਜਿਹੜੇ ਹੋ ਰਹੇ ਨੇ ਇਹ ਬਿਕਾਜ਼ ਆਫ ਕਲਾਈਮੈਟਿਕ ਚੇਂਜ ਨੇ। ਇਹ ਕਲਾਈਮੈਟਿਕ ਚੇਂਜ ਇੱਦਾਂ ਦੀ ਹੋ ਗਈ ਹੈ ਕਿ ਦੂਜੀ ਗੱਲ ਜਿਹੜੇ ਜੰਗਲ ਕੱਟੇ ਗਏ ਆ, ਜਿਹੜੇ ਫੋਰੈਸਟ ਕਵਰ ਘਟ ਗਿਆ ਧਰਤੀ ਦਾ, ਉਹ ਰਿਸਪੋਂਸੀਬਲ ਹੈ। ਕਿਉਂਕਿ ਫੋਰੈਸਟ ਕਵਰ ਜਿਹੜਾ ਸੀਗਾ ਉਹਦੇ ਅੰਦਰ ਆਪਣੀ ਇੱਕ ਬਿਊਟੀ ਸੀਗੀ ਕਿ ਉਹ ਉਹਨੂੰ ਰੈਗੂਲੇਟ ਕਰਦਾ ਸੀਗਾ, ਉਹ ਜਿਹੜੀ ਰੈਗੂਲੇਸ਼ਨ ਸੀਗੀ ਫੋਰੈਸਟ ਦੀ ਉਹ ਖਤਮ ਹੋ ਗਈ। ਤਾਂ ਉਹ ਜਿਹੜਾ ਕਿਤੇ ਨਾ ਕਿਤੇ ਵਰਤਾਰਾ ਕਲਾਈਮੈਟਿਕ ਚੇਂਜ ਦਾ ਵੀ ਹੈਗਾ। ਅਤੇ ਕਲਾਈਮੈਟਿਕ ਚੇਂਜ ਵੀ ਬੜੀ ਖਤਰਨਾਕ ਹੋ ਸਕਦੀ ਹੈ ਜਦੋਂ ਉਹ ਜਦੋਂ ਸਮੁੰਦਰ ਦਾ ਪਾਣੀ ਤੋਂ ਉੱਪਰ ਆਏਗਾ ਹੀ ਆਏਗਾ, ਉਹਦੇ ਨਾਲ ਜਿਹੜੇ ਟਾਪੂ ਨੇ ਜਾਂ ਜਿਹੜੇ ਸਮੁੰਦਰਾਂ ਦੇ ਕੰਢਿਆਂ 'ਤੇ ਰਹਿਣ ਵਾਲੇ ਲੋਕ ਨੇ ਉਹ ਇਫੈਕਟ ਹੋਣਗੇ, ਉਹ ਇੱਕ ਵੱਖਰਾ ਮਸਲਾ ਆ ਗਿਆ। ਲੇਕਿਨ ਉਹਦੇ ਨਾਲ ਜਿਹੜੇ ਮੌਸਮਾਂ ਦੀ ਤਬਦੀਲੀ ਆ ਗਈ, ਉਹਦੇ ਅੰਦਰ ਸੋਕਾ ਫਲੱਡ ਅਤੇ ਸੋਕੇ ਦੀ ਆ ਗਈ ਸਮੱਸਿਆ, ਫਸਲਾਂ ਦਾ ਪੈਟਰਨ ਬਦਲ ਗਿਆ। ਫਸਲਾਂ ਬਹੁਤ ਹੀ ਸੈਂਸਿਟਿਵ ਹੁੰਦੀਆਂ ਨੇ, 1 ਡਿਗਰੀ ਟੈਂਪਰੇਚਰ ਦੇ ਹਿਸਾਬ ਨਾਲ ਫਸਲ ਜਿਹੜੀ ਆ ਉਹਦਾ ਡਿਫਰੈਂਟ ਬਿਹੇਵੀਅਰ ਹੋ ਜਾਂਦਾ। ਈਵਨ ਜਾਨਵਰਾਂ ਦਾ, ਈਵਨ ਮੱਛਰਾਂ ਦਾ, ਮਤਲਬ ਜਿਨ੍ਹਾਂ ਏਰੀਆ 'ਚ ਪਹਿਲਾਂ ਮਲੇਰੀਆ ਨਹੀਂ ਸੀ ਹੁੰਦਾ ਹੁਣ ਉਹਨਾਂ ਏਰੀਆ 'ਚ ਮਲੇਰੀਆ ਹੋਣ ਲੱਗ ਗਿਆ, ਕਿਉਂਕਿ ਉੱਥੇ ਹੁਣ ਟੈਂਪਰੇਚਰ ਵੱਧ ਗਿਆ ਅਤੇ ਉੱਥੇ ਮਤਲਬ ਪਹਿਲਾਂ ਨੋਨ ਸੀਗਾ, ਕਈ ਸਾਲਾਂ ਤੋਂ ਨੋਨ ਸੀਗਾ ਕਿ ਇੱਥੇ ਮਲੇਰੀਆ ਨਹੀਂ ਹੁੰਦਾ ਕਿਉਂਕਿ ਮੱਛਰ ਹੀ ਨਹੀਂ ਹੁੰਦਾ। ਹੁਣ ਉੱਥੇ ਵੀ ਮੱਛਰ ਹੋਣ ਲੱਗ ਗਿਆ ਅਤੇ ਮਲੇਰੀਆ। ਅੱਜ ਕੱਲ੍ਹ ਤਾਂ ਪਹਾੜਾਂ 'ਚ ਵੀ ਮੱਛਰ ਜਾਣ ਲੱਗ ਗਏ। ਹਾਂ, ਸੋ ਇਸ ਕਰਕੇ ਇਹ ਸਾਰਾ ਵਰਤਾਰਾ ਕਿਉਂ ਵਾਪਰ ਰਿਹਾ? ਬਿਕਾਜ਼ ਆਫ ਦ ਏਅਰ ਪੋਲਿਊਸ਼ਨ, ਕਿ ਪ੍ਰਦੂਸ਼ਣ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਅਤੇ ਪ੍ਰਦੂਸ਼ਣ ਹੋਣ ਕਰਕੇ ਸਾਰੇ ਦਾ ਸਾਰਾ ਜਿਹੜਾ ਇਹ ਵਰਤਾਰਾ ਵਾਪਰ ਰਿਹਾ। ਤੋ ਇਹ ਜਿਹੜਾ ਸੀਗਾ ਉਹਦੇ ਨਾਲ ਬਿਮਾਰੀਆਂ ਦਾ ਬਹੁਤ ਜ਼ਿਆਦਾ ਹੈਗਾ। ਪ੍ਰਦੂਸ਼ਣ ਨਾਲ ਜਿਹੜਾ ਜੋੜ ਹੈ ਕਿ ਪ੍ਰਦੂਸ਼ਣ ਨਾਲ ਬਿਮਾਰੀਆਂ ਹੁੰਦੀਆਂ ਨੇ। ਬਿਮਾਰੀਆਂ ਇਕੱਲੀ ਫੇਫੜਿਆਂ ਦੀ ਨਹੀਂ ਹੁੰਦੀਆਂ, ਬਿਮਾਰੀਆਂ ਸਿਸਟਮੈਟਿਕ ਵੀ ਹੁੰਦੀਆਂ ਨੇ, ਕਿਉਂਕਿ ਜਿਹੜੇ 2.5 ਵਾਲੇ ਨੇ ਉਹ ਖੂਨ 'ਚ ਵੀ ਜਾਂਦੇ ਤੋ ਇਹ ਵਰਤਾਰਾ ਹੋ ਗਿਆ। ਅਤੇ ਹੁਣ ਜਿਹੜਾ ਤੁਸੀਂ ਸਵਾਲ ਕਿਹਾ ਸੀਗਾ ਕਿ ਵੀ ਹੁਣ ਪ੍ਰਦੂਸ਼ਣ ਤਾਂ ਹੈਗਾ, ਕੁਲਵੰਤ ਜੀ ਭੋਜਨ ਤਾਂ ਸ਼ਾਇਦ ਅਸੀਂ ਥੋੜ੍ਹਾ ਬਹੁਤਾ ਅਜੇ ਬਚਿਆ ਸਾਡੇ ਕੋਲ, ਲੇਕਿਨ ਹਵਾ ਬਾਰੇ ਆਪਾਂ ਇੰਨਾ ਕੌਨਫੀਡੈਂਸ ਨਾਲ ਨਹੀਂ ਕਹਿ ਸਕਦੇ ਕਿ ਹਵਾ ਨੂੰ ਅਸੀਂ ਬਹੁਤਾ ਕੁਝ ਕਰ ਸਕਦੇ ਹਾਂ, ਕਿਉਂਕਿ ਹਵਾ ਦੀ ਲੜਾਈ ਸਾਨੂੰ ਲੜਨੀ ਪਏਗੀ ਅਤੇ ਪਾਣੀ ਦੀ ਲੜਾਈ ਵੀ ਲੜਨੀ ਪਏਗੀ। ਹਵਾ ਦੇ ਪ੍ਰਦੂਸ਼ਣ ਨੂੰ ਰੋਕਣਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹਦੇ 'ਚ ਅਸੀਂ ਬਹੁਤਾ ਕੁਝ ਕਰ ਨਹੀਂ ਸਕਦੇ। ਕੋਈ ਇੰਡੀਵਿਜੂਅਲ ਜਿਹੜੇ ਬਚਾਅ ਦੇ ਸਾਧਨ ਨੇ ਬਹੁਤ ਸੀਮਤ ਨੇ। ਉਦਾਹਰਨ ਦੇ ਤੌਰ 'ਤੇ ਤੁਸੀਂ ਏਅਰ ਕਲੀਨਰ ਲੈ ਆਏ ਹੋ, ਤੁਸੀਂ ਕਹਿੰਦੇ ਵੀ ਏਅਰ ਕਲੀਨਰ ਲਾਓ ਜੀ ਕਮਰਿਆਂ 'ਚ, ਅੱਜ ਕਮਰਸ਼ੀਅਲਾਈਜ਼ ਹੋ ਗਿਆ ਕਿ ਵੀ ਏਅਰ ਕਲੀਨਰ ਲੈ ਜਾਓ, ਕਮਰੇ 'ਚ ਲਾ ਕੇ ਬੈਠੋ, ਫਿਰ ਤੁਸੀਂ ਅੰਦਰ ਹੀ ਬੈਠੇ ਰਹੋਗੇ। ਅੰਦਰ ਬੈਠੋਗੇ ਤੁਸੀਂ ਆਪਣੀਆਂ ਕੰਪਲੀਕੇਸ਼ਨ ਨੇ, ਠੀਕ ਹੈ ਨਾ। ਤੁਸੀਂ ਆਫਟਰ ਆਲ ਉੱਥੇ ਜਾਓਗੇ ਨਾ, ਬਾਹਰ ਨਿਕਲੋਗੇ, ਆਪਣੀ ਡਿਊਟੀ 'ਤੇ ਜਾਓਗੇ, ਕੋਈ ਬਾਜ਼ਾਰ 'ਚ ਜਾਓਗੇ, ਕਿਤੇ ਕੁਛ ਤਾਂ ਕਰੋਗੇ। ਤਾਂ ਇਹ ਕੋਈ ਹੱਲ ਨਹੀਂ ਹੈ, ਏਅਰ ਕਲੀਨਰ ਲਾਉਣਾ ਕੋਈ ਹੱਲ ਨਹੀਂ ਹੈ, ਠੀਕ ਹੈ। ਇਹ ਇੱਕ ਟੁੱਟਾ ਭੱਜਾ ਜਿਹਾ ਹੱਲ ਹੈ ਜਿਹੜਾ ਤੁਹਾਨੂੰ ਥੋੜ੍ਹਾ ਬਹੁਤਾ ਸਕੂਨ ਦੇ ਸਕਦਾ। ਫਸਟ ਏਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਤਲਬ ਇੱਕ ਜਿਹਨੂੰ ਕਹਿੰਦੇ ਆ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਉਹ ਹੈ। ਅਸਲ ਹੱਲ ਨਹੀਂ ਹੈ ਇਹਦਾ। ਅਸਲ ਹੱਲ ਇਹੀ ਹੈ ਕਿ ਅਸੀਂ ਜਿਹੜਾ ਹੈ ਜਿਹੜੀ ਪ੍ਰਦੂਸ਼ਣ ਹੈ, ਜਿਹੜਾ ਇੱਕ ਤਾਂ ਫੋਸਲ ਫਿਊਲ ਜਿਹੜੇ ਪੈਟਰੋਲ, ਡੀਜ਼ਲ, ਕੋਲਾ, ਇਹਦੀ ਬਰਨਿੰਗ ਜਿਹੜੀ ਹੈ ਉਹ ਘਟਾਈਏ, ਇਹਦੀ ਬਰਨਿੰਗ ਘਟਾਈਏ। ਉਹ ਇਹਦੀ ਬਰਨਿੰਗ ਘਟਾਉਣ ਲਈ ਬਹੁਤ ਤੇਜ਼ੀ ਨਾਲ ਦੁਨੀਆ ਦੇ ਵਿੱਚ ਇਸ ਗੱਲ ਦੀ ਹਾਹਾਕਾਰ ਮੱਚੀ ਹੋਈ ਹੈ ਕਿ ਫੋਸਲ ਫਿਊਲ ਦਾ ਯੂਜ਼ ਘਟਾਓ। ਉਹਦੇ 'ਚ ਸਾਰਾ ਜਿਹੜਾ ਕਾਰਬਨ ਫੁੱਟਪ੍ਰਿੰਟਸ ਦਾ ਮਸਲਾ ਹੈ ਅਤੇ ਇਹ ਤਾਂ ਸਾਰਾ ਪੂਰਾ ਉਹ ਕਰ ਰਹੇ ਆ ਦੁਨੀਆ ਦੇ ਵਿੱਚ। ਹਰ ਸਾਲ ਉਹ ਜਿਹੜੀ ਸਮਿਟਸ ਹੁੰਦੀਆਂ ਨੇ ਉਹਦੇ ਉੱਪਰ, ਵਾਤਾਵਰਨ ਦੇ ਉੱਪਰ। ਤਾਂ ਸਾਰੇ ਵਰਤਾਰਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪੂਰੀ ਮਨੁੱਖਤਾ ਨੂੰ ਅੱਜ ਜਿਹੜੀ ਮਨੁੱਖਤਾ ਹੈ, ਅੱਜ ਇੱਕ ਇਹੋ ਜਿਹੇ ਅਸੀਂ ਕ੍ਰਿਟੀਕਲ ਸਟੇਜ 'ਤੇ ਪਹੁੰਚ ਚੁੱਕੇ ਹਾਂ ਜਿੱਥੇ ਮਨੁੱਖਤਾ ਅਗਰ ਇਕੱਠੀ ਨਹੀਂ ਹੁੰਦੀ ਆਪਣੇ ਆਪ ਨੂੰ ਬਚਾਉਣ ਲਈ ਤਾਂ ਉਹਦਾ ਭਵਿੱਖ ਬਹੁਤ ਧੁੰਦਲਾ ਹੈ। ਕਿਉਂਕਿ ਇਹ ਜਿਹੜੀ ਜਨਰੇਸ਼ਨ ਚੱਲ ਰਹੀ ਹੈ ਇਹ ਤਾਂ ਬਿਮਾਰ ਹੋ ਹੀ ਰਹੀ ਹੈ, ਲੇਕਿਨ ਇਸ ਤੋਂ ਅਗਲੀ ਜਿਹੜੀ ਜਨਰੇਸ਼ਨ ਹੈ ਉਹ ਉਸ ਤੋਂ ਅਗਲੀ ਸਟੇਜ 'ਚ ਜਾਏਗੀ ਕਿ ਉਹ ਜਿਹੜੀ ਆ ਉਹਦੇ ਜਮਾਂਦਰੂ ਨੁਕਸ ਹੋਣਗੇ, ਉਹਦਾ ਬਚਪਨ ਹੀ ਜਿਹੜਾ ਤਬਾਹ ਹੋ ਜਾਏਗਾ, ਉਹ ਅੱਗੇ ਬੱਚੇ ਨਹੀਂ ਪੈਦਾ ਕਰ ਸਕੇਗਾ। ਤਾਂ ਇਸ ਲੈਵਲ 'ਤੇ ਜਿਹੜੀਆਂ ਗੱਲਾਂ ਆ ਰਹੀਆਂ ਨੇ ਉਹ ਬਹੁਤ ਖਤਰਨਾਕ ਇਸ਼ਾਰੇ ਕਰ ਰਹੀਆਂ ਨੇ ਕਿ ਕੁਛ ਕਰੋ ਅਤੇ ਨਹੀਂ ਤਾਂ ਫਿਰ ਜਿਹੜਾ ਆਉਣ ਵਾਲਾ ਸਮਾਂ ਹੈ ਬੜਾ ਭਿਅੰਕਰ ਸਮਾਂ ਹੈ। ਤਾਂ ਉਹਦੇ 'ਚ ਹਵਾ ਦਾ ਪ੍ਰਦੂਸ਼ਣ ਜਿਹੜਾ ਬਹੁਤ ਵੱਡਾ ਫੈਕਟਰ ਹੈ ਜਿਹਨੂੰ ਸਾਨੂੰ ਰੋਕਣ ਲਈ ਬਹੁਤ ਵੱਡੇ ਪੱਧਰ 'ਤੇ ਯਤਨ ਕਰਨੇ ਚਾਹੀਦੇ ਆ। ਇੰਡੀਵਿਜੂਅਲ ਲੈਵਲ 'ਤੇ ਤੁਸੀਂ ਹਵਾ ਦਾ ਬਹੁਤਾ ਕੁਛ ਨਹੀਂ ਕਰ ਸਕਦੇ। ਉਹ ਜਿਹੜੀਆਂ ਹਵਾ ਨਾਲ ਰਿਲੇਟਡ ਹੋਰ ਗੱਲਾਂ ਨੇ ਉਹ ਕਰ ਸਕਦੇ ਹਾਂ, ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਆਪਾਂ ਏ ਸੀ 'ਚ ਬੈਠਦੇ ਹਾਂ। ਹੁਣ ਏ ਸੀ 'ਚ ਬੈਠਣਾ ਜਿਹੜਾ ਹੈ ਇਹ ਆਪਣੇ ਆਪ 'ਚ ਬੜਾ ਅਨਨੈਚੁਰਲ ਹੈ। ਫਰੈਸ਼ ਏਅਰ ਤੁਸੀਂ ਅੱਜ ਵੀ ਕੋਸ਼ਿਸ਼ ਕਰੀਏ ਆਪਾਂ ਕਿ ਆਪਾਂ ਬਾਹਰ ਜਾਈਏ, ਖੇਤਾਂ 'ਚ ਜਾਈਏ, ਸ਼ਹਿਰਾਂ ਦੀ ਬਜਾਏ ਪਿੰਡਾਂ 'ਚ ਰਹਿਣ ਦਾ ਇੱਕ ਚੱਲਣ ਜਿਹੜਾ ਉਹਨੂੰ ਇਨਕਰੇਜ ਕਰੀਏ। ਜਿਵੇਂ ਕਿ ਵੈਸਟਰਨ ਕੰਟਰੀ ਦੇ ਵਿੱਚ ਉਲਟਾ ਹੈ ਸਾਡੇ ਨਾਲੋਂ। ਸਾਡੇ ਕੀ ਕਰਦੇ ਅਸੀਂ ਕੰਮ ਕਰਨ ਲਈ ਤਾਂ ਪਿੰਡਾਂ 'ਚ ਜਾਂਦੇ ਹਾਂ, ਖੇਤੀ ਵਾਲਾ ਖੇਤੀ ਕਰਨ ਜਾਂਦਾ ਹੈ,
ਕੋਈ ਨੌਕਰੀ ਵਾਲਾ ਨੌਕਰੀ ਜਾਂਦਾ ਹੈ, ਲੇਕਿਨ ਵਾਪਸ ਸ਼ਹਿਰ 'ਚ ਆਉਂਦੇ ਅਸੀਂ ਰਹਿਣ ਲਈ। ਵੈਸਟਰਨ ਕੰਟਰੀ 'ਚ ਕੀ ਆ, ਉਲਟਾ, ਕਿ ਲੋਕ ਕੰਮ ਕਰਨ ਲਈ ਸ਼ਹਿਰ 'ਚ ਜਾਂਦੇ ਆ ਅਤੇ ਰਹਿਣ ਲਈ ਪਿੰਡ 'ਚ ਆਉਂਦੇ ਆ। ਤਾਂ ਇਹ ਵਰਤਾਰਾ ਸਾਨੂੰ ਵੀ ਅਡੋਪਟ ਕਰਨਾ ਪੈਣਾ ਹੈ ਕਿ ਤੁਸੀਂ ਕਮ ਸੇ ਕਮ ਚਲੋ ਕੰਮ ਕਰਨ ਲਈ ਤੁਹਾਡੀ ਕੋਈ ਮਜਬੂਰੀ ਹੈਗੀ ਆ, ਲੇਕਿਨ ਪਿੰਡਾਂ 'ਚ ਰਹਿਣ ਦਾ ਵਰਤਾਰਾ ਪਾਈਏ ਕਿ ਪਿੰਡਾਂ 'ਚ ਜਾ ਕੇ ਵਸੀਏ ਅਤੇ ਪਿੰਡਾਂ ਨੂੰ ਵਸਾਈਏ। ਅੱਜ ਸਾਡੇ ਪਿੰਡ ਉਜੜ ਰਹੇ ਆ ਕਿਉਂਕਿ ਸ਼ਹਿਰ ਬਸ ਰਹੇ ਆ, ਤਾਂ ਪਿੰਡ ਉਜੜ ਰਹੇ ਆ, ਕੋਈ ਪਿੰਡਾਂ 'ਚੋਂ ਆ ਕੇ ਸ਼ਹਿਰਾਂ 'ਚ ਬਸ ਰਹੇ ਲੋਕ, ਕਿਉਂਕਿ ਹੁਣ ਸਾਧਨ ਹੈਗੇ ਆ, ਇਸ ਕਰਕੇ ਹੁਣ ਆਪਾਂ ਅਫੋਰਡ ਕਰ ਸਕਦੇ ਹਾਂ ਕਿ ਪਿੰਡਾਂ 'ਚ ਰਹਿਣ ਦਾ ਵੱਧ ਤੋਂ ਵੱਧ ਵਰਤਾਰਾ ਪੈਣਾ ਚਾਹੀਦਾ। ਅਤੇ ਇੱਕ ਤਾਂ ਇਹ ਹੈ ਕਿ ਉੱਥੇ ਰਹੀਏ ਜਿੱਥੇ ਕਿ ਗ੍ਰੀਨਰੀ ਬਹੁਤ ਜ਼ਿਆਦਾ, ਦਰਖਤ ਨੇ ਉੱਥੇ, ਕੋਈ ਜੰਗਲ ਹੈ, ਕੋਈ ਫੋਰੈਸਟ ਹੈ, ਕੋਈ ਕਿਸੇ ਕਿਸਮ ਦੇ ਗ੍ਰੀਨਰੀ, ਕਿਸੇ ਵੀ ਸ਼ਕਲ 'ਚ ਗ੍ਰੀਨਰੀ ਹੋਵੇ, ਤਾਂ ਕੋਈ ਪਾਰਕ ਹੈ, ਤਾਂ ਫਰੈਸ਼ ਹਵਾ 'ਚ ਰਹੀਏ। ਏਸੀ ਵਾਲੀ ਹਵਾ ਜਿਹੜੀ ਹੈ ਬਿਲਕੁਲ ਬਾਸੀ ਹਵਾ, ਇਹ ਤੁਹਾਨੂੰ ਬਿਮਾਰ ਕਰਦੀ ਤੁਸੀਂ ਏਸੀ 'ਚ ਹਵਾ 'ਚ ਬੈਠ ਕੇ ਜਦੋਂ ਫਰੈਸ਼ ਹਵਾ 'ਚ ਨਿਕਲਦੇ ਹੋ ਤੁਹਾਨੂੰ ਫੀਲਿੰਗ ਹੀ ਲੱਗ ਆਉਂਦੀ ਹੈ। ਤਾਂ ਇਹ ਮੇਰੇ ਦੋਸਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਕਿ ਏਸੀ ਦੀ ਵਰਤੋਂ ਘਟਾਈਏ। ਉਹ ਹੁਣ ਇੰਨਾ ਕੁ ਫੈਸ਼ਨ ਬਣ ਗਿਆ ਹੋਇਆ ਕਿ ਮੈਂ ਦੇਖਦਾ ਕਿ ਜੇ ਜੋੜਾਂ ਦੇ ਦਰਦਾਂ ਵਾਲਿਆਂ ਨੂੰ ਜਾਂ ਦਮੇ ਵਾਲਿਆਂ ਨੂੰ ਅਸੀਂ ਕਹਿੰਦੇ ਹਾਂ ਤੁਸੀਂ ਏਸੀ 'ਚ ਨਾ ਸੋਵੋ, ਤਾਂ ਉਹ ਬੜਾ ਗੁੱਸਾ ਕਰਦੇ ਇਸ ਗੱਲ ਦਾ, ਕਿਉਂਕਿ ਇੰਨੇ ਆਦੀ ਹੋ ਚੁੱਕੇ ਉਹਨੂੰ ਲੱਗਦਾ ਵੀ ਏਸੀ ਤੋਂ ਬਿਨਾਂ ਸੁੱਤਾ ਨਹੀਂ ਜਾ ਸਕਦਾ। ਕਿ ਜੋੜਾਂ ਦੇ ਦਰਦਾਂ ਨੂੰ ਸਭ ਤੋਂ ਵੱਧ ਨੁਕਸਾਨ ਏਸੀ ਪਹੁੰਚਾਉਂਦਾ। ਹਾਂ, ਜੋੜਾਂ ਦੇ ਦਰਦਾਂ ਨੂੰ ਤਾਂ ਈਵਨ ਬਿਲਕੁਲ ਫਰੈਸ਼ ਏਅਰ 'ਚ ਹੋਣਾ ਚਾਹੀਦਾ। ਤੁਸੀਂ ਫਰੈਸ਼ ਏਅਰ 'ਚ ਮੱਛਰਦਾਨੀ ਲਾ ਕੇ ਸੋਵੋ ਬਾਹਰ ਬਿਨਾਂ ਪੱਖੇ ਤੋਂ, ਔਰ ਬਿਲਕੁਲ ਪਟਿਆਲੇ ਵਰਗੇ ਸ਼ਹਿਰ 'ਚ ਤਾਂ ਬਿਲਕੁਲ ਹੀ ਪੋਸੀਬਲ ਹੈ। ਪਟਿਆਲੇ 'ਚ ਤੁਸੀਂ 7 ਵਜੇ ਤੋਂ ਬਾਅਦ, ਪਟਿਆਲੇ ਦੀ ਮਸ਼ਹੂਰ ਗੱਲ ਹੈ ਕਿ 7 ਵਜੇ ਤੋਂ ਬਾਅਦ ਬਾਹਰ ਤੁਸੀਂ ਛੱਤ ਦੇ ਉੱਪਰ ਕਦੀ ਤੁਹਾਨੂੰ ਗਰਮੀ ਨਹੀਂ ਲੱਗੇਗੀ। ਇੰਨਾ ਪਿਆਰਾ ਮੌਸਮ, ਕੋ ਪਹਾੜ ਤਾਂ ਨਾਲ ਤਾਂ ਪਹਾੜ ਖੜ੍ਹੇ ਆ, ਤਾਂ ਉਹਨਾਂ 'ਚ ਅੰਦਰ ਕਮਰੇ ਨੇ, ਉਹਦੀ ਛੱਤਾਂ ਸੇਕ ਛੱਡ ਰਹੀਆਂ ਹੁੰਦੀਆਂ ਨੇ। ਜਿਹੜਾ ਸੇਕ ਆ ਰਿਹਾ ਤੁਹਾਨੂੰ, ਗਰਮੀ ਲੱਗ ਰਹੀ ਹੈ ਕਮਰੇ ਦੇ ਅੰਦਰ, ਉਹ ਇਸ ਕਰਕੇ ਲੱਗ ਰਹੀ ਹੈ ਕਿ ਉਹ ਜਿਹੜੇ ਕੰਧਾਂ ਨੇ ਸੇਕਾ ਅਬਜ਼ੋਰਬ ਕੀਤਾ ਹੈ, ਉਹ ਸੇਕਾ ਹੁਣ ਅੰਦਰ ਨੂੰ ਛੱਡ ਰਹੀਆਂ। ਤਾਂ ਇਸ ਕਰਕੇ ਜੇ ਆਪਾਂ ਇਹ ਬਾਹਰ ਸੌਣ ਦਾ ਵਰਤਾਰਾ ਛੱਡ ਹੀ ਦਿਆ ਸੀ। ਬਾਹਰ ਸੌਣਾ ਸਾਨੂੰ ਬੜਾ ਨੇਚਰ ਲੱਗਦਾ, ਸਾਨੂੰ ਆਪ ਨੂੰ ਲੱਗਦਾ ਅਜੀਬ ਜਿਹਾ ਲੱਗਦਾ। ਜੇ ਆਪ ਕੋਸ਼ਿਸ਼ ਵੀ ਕਰੋ ਤਾਂ ਘਰ ਦੇ ਗੁੱਸਾ ਕਰਦੇ ਆ। ਡਾਕਟਰ ਸਾਹਿਬ, ਇੱਕ ਹੈਗਾ ਰੈਡੀਕਲਸ ਅਤੇ ਇੱਕ ਫ੍ਰੀ ਰੈਡੀਕਲਸ, ਇਹ ਵੀ ਹਵਾ ਦਾ ਇੱਕ ਪਾਰਟ ਹੁੰਦੇ ਨੇ ਜਿਹੜੇ ਕਿ ਆਪਾਂ ਕਣਾਂ ਦੇ ਰੂਪ ਦੇ ਵਿੱਚ ਅੰਦਰ ਜਾਂਦੇ ਹਨ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਲੇਕਿਨ ਫ੍ਰੀ ਰੈਡੀਕਲ ਦਾ ਮਸਲਾ ਜਿਹੜਾ ਇਕੱਲੀ ਹਵਾ ਨਾਲ ਨਹੀਂ ਜੁੜਿਆ ਹੋਇਆ। ਫ੍ਰੀ ਰੈਡੀਕਲ ਅਤੇ ਜਿਹੜਾ ਆਕਸੀਡੈਂਟ ਐਂਟੀ ਆਕਸੀਡੈਂਟ ਦੀ ਗੱਲ ਹੈ, ਉਹ ਹਵਾ 'ਚ ਵੀ ਹੋ ਸਕਦੇ ਆ, ਉਹ ਪਾਣੀ 'ਚ ਵੀ ਹੋ ਸਕਦੇ ਆ, ਉਹ ਭੋਜਨ 'ਚ ਵੀ ਹੋ ਸਕਦੇ ਆ। ਸੋ ਇੱਕ ਜਿਹਨੂੰ ਕਹਿੰਦੇ ਪੋਲੂਟੈਂਟਸ ਨੇ, ਜਿਹੜੇ ਫ੍ਰੀ ਰੈਡੀਕਲਸ ਨੇ ਪੋਲੂਟੈਂਟਸ ਨੇ, ਪੋਲੂਸ਼ਨ ਕਰਦੇ ਨੇ, ਉਹ ਹਵਾ ਨੂੰ ਵੀ ਹਵਾ ਦੇ ਵਿੱਚ ਵੀ ਹੈਗੀਆਂ ਉਹ ਗੈਸਾਂ, ਜਿਵੇਂ ਇਹ ਜਿਹੜੀਆਂ ਗੈਸਾਂ ਸਾਰੀਆਂ ਜਿਹੜੀਆਂ ਨੇ ਇਹ ਜਿਹੜੀਆਂ ਨੇ ਫ੍ਰੀ ਰੈਡੀਕਲਸ ਪੈਦਾ ਕਰਦੀਆਂ ਨੇ, ਚਾਹੇ ਉਹ ਨਾਈਟ੍ਰੋਜਨ ਦੇ ਆਕਸਾਈਡਸ ਨੇ, ਚਾਹੇ ਸਲਫਰ ਦੇ ਆ, ਚਾਹੇ ਅਮੋਨੀਆ, ਜਿੰਨੀਆਂ ਵੀ ਇਹ ਟੌਕਸਿਕ ਗੈਸਸ ਨੇ, ਇਹ ਕਿਸੇ ਨਾ ਕਿਸੇ ਫਾਰਮ 'ਚ ਫ੍ਰੀ ਰੈਡੀਕਲਸ ਪੈਦਾ ਕਰਦੀਆਂ ਨੇ। ਥੋੜ੍ਹਾ ਫ੍ਰੀ ਰੈਡੀਕਲਸ ਨੂੰ ਸਮਝਾ ਦਈਏ ਆਪਾਂ ਦਰਸ਼ਕਾਂ ਨੂੰ, ਕੀ ਚੀਜ਼ ਹੈ ਫ੍ਰੀ ਰੈਡੀਕਲ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਚੀਜ਼ ਜਿਹਦੇ ਅੰਦਰ ਕਿ ਫ੍ਰੀ ਇਲੈਕਟ੍ਰੋਨ ਹੈਗਾ ਜਿਹੜਾ ਉਹ ਦੇ ਸਕਦਾ ਐਕਸਟਰਾ ਜਾਂ ਲੈ ਸਕਦਾ, ਕਿ ਉਹ ਸਟੇਬਲ ਨਹੀਂ ਹੈ, ਉਹ ਜਾਂ ਤਾਂ ਇਲੈਕਟ੍ਰੋਨ ਲੈ ਲੈਂਦਾ ਜਾਂ ਦੇ ਦਿੰਦਾ। ਇਲੈਕਟ੍ਰੋਨ ਕੀ ਲੱਗਦਾ? ਇਲੈਕਟ੍ਰੋਨ ਜਿਹੜੇ ਹੁੰਦੇ, ਜਦੋਂ ਸਾਰਾ ਇਲੈਕਟ੍ਰੋਨ ਦਾ ਮਸਲਾ ਹੈ, ਜਿਹੜੇ ਲੋਕਾਂ ਨੇ ਕੈਮਿਸਟਰੀ ਪੜ੍ਹੀ ਹੋਈ ਹੈ, ਇੱਕ ਇਲੈਕਟ੍ਰੋਨ ਦੋ ਮੰਨ ਲਓ ਕੰਪਾਊਂਡ ਨੇ। ਇਲੈਕਟ੍ਰੋਨ ਦਾ ਮਤਲਬ ਹੁੰਦਾ ਕਿ ਹਾਈਡਰੋਜਨ ਆਕਸਾਈਡ, ਹਾਈਡਰੋਜਨ ਦੇ ਅੰਦਰ ਇੱਕ ਇਲੈਕਟ੍ਰੋਨ ਹੈ ਬਾਹਰਲੇ 'ਚ, ਅਤੇ ਆਕਸੀਜਨ 'ਚ 2 ਨੇ। ਤਾਂ ਜੇ ਤੁਹਾਡੇ ਕੋਲ ਐਕਸੈਸ ਇਲੈਕਟ੍ਰੋਨ ਹੈਗਾ, ਤੁਸੀਂ ਈਜ਼ੀਲੀ ਉਹਨੂੰ ਡਿਸੀਪੇਟ ਕਰ ਸਕਦੇ ਹੋ, ਤਾਂ ਤੁਸੀਂ ਅਗਲੇ ਬੰਦੇ ਦਾ ਜਿਹੜਾ ਬੰਦਾ ਉੱਥੇ ਬੈਠਾ, ਤੁਹਾਡੇ ਟਿਸ਼ੂਜ਼ ਨੇ ਫਾਰ ਐਗਜ਼ਾਮਪਲ, ਤੁਹਾਡੇ ਟਿਸ਼ੂਜ਼ ਅਗਰ ਬਾਹਰਲੇ ਪੋਲੂਟੈਂਟ ਦਾ ਉਹ ਇਲੈਕਟ੍ਰੋਨ ਲੈ ਲੈਣਗੇ ਤਾਂ ਅਨਸਟੇਬਲ ਹੋ ਜਾਣਗੇ। ਇਹ ਡਿਪੈਂਡ ਕਰਦਾ ਕਿ ਉਹ ਜਿਹੜਾ ਫਾਲਤੂ ਇਲੈਕਟ੍ਰੋਨ ਹੈ ਉਹ ਕਿਹੜੇ ਪਾਸੇ ਨੂੰ ਮੂਵ ਕਰਦਾ, ਕਿਉਂਕਿ ਉਹ ਪੋਲੂਟੈਂਟਸ ਜਿਹੜੇ ਨੇ ਉਹਦੇ ਕੋਲ ਐਕਸੈਸ ਹੈ ਤਾਂ ਉਹ ਦੇ ਸਕਦੇ ਆ। ਤਾਂ ਉਹਦੇ ਨਾਲ ਕੀ ਹੁੰਦਾ, ਕੋਈ ਸਾਰੀ ਦੀ ਸਾਰੀ ਕੈਮਿਸਟਰੀ ਜਿਹੜੀ ਸਾਰਾ ਦਾ ਸਾਰਾ ਜਿਹੜਾ ਸਾਡਾ ਸਿਸਟਮ ਅਨਸਟੇਬਲ ਹੋ ਜਾਂਦਾ ਫ੍ਰੀ ਰੈਡੀਕਲਸ ਕਰਕੇ। ਆਪਾਂ ਕਹਿ ਸਕਦੇ ਵੀ ਹਵਾ ਇੱਕ ਵੱਡਾ ਰੋਲ ਅਦਾ ਕਰਦੀ ਹੈ ਫ੍ਰੀ ਰੈਡੀਕਲਸ। ਬਿਲਕੁਲ, ਤਾਂ ਹਵਾ ਕਰੇਗੀ। ਕੋਈ ਵੀ ਪੋਲਿਊਸ਼ਨ ਹੈ ਉਹਦੇ ਅੰਦਰ ਸਭ ਤੋਂ ਵੱਡਾ ਰੋਲ ਹਵਾ ਦਾ ਹੀ ਹੋਏਗਾ, ਕਿਉਂਕਿ ਹਵਾ ਅਸੀਂ ਜ਼ਿਆਦਾ ਲੈਣੀ ਹੈ। ਅਸੀਂ ਹਜ਼ਾਰਾਂ ਲੀਟਰ ਹਵਾ ਰੋਜ਼ ਖਾ ਜਾਂਦੇ ਹਾਂ। ਪਾਣੀ ਕਿੰਨਾ ਪੀਂਦੇ ਹਾਂ? 3 ਲੀਟਰ 4 ਲੀਟਰ। ਭੋਜਨ ਕਿੰਨਾ ਖਾਣੇ ਆ? 2 ਕਿਲੋ 2.5 ਕਿਲੋ। ਤਾਂ ਉਹ ਮਾਤਰਾ ਘਟੇਗੀ ਨਾ। ਤਾਂ ਜਿੰਨੀ ਚੀਜ਼ ਹੈ ਮਾਤਰਾ ਜ਼ਿਆਦਾ ਲੈ ਰਹੇ ਹਾਂ ਉਨੇ ਜ਼ਿਆਦਾ ਜ਼ਹਿਰ ਨੇ ਹਵਾ। ਫ੍ਰੀ ਰੈਡੀਕਲਸ ਦੇ ਨਾਲ ਰੋਗ ਕਿਹੜੇ ਪੈਦਾ ਹੁੰਦੇ? ਫ੍ਰੀ ਰੈਡੀਕਲ ਦਾ ਸਾਰੇ ਰੋਗਾਂ 'ਚ ਫ੍ਰੀ ਰੈਡੀਕਲ ਰੋਲ ਪਲੇ ਕਰਦੇ ਨੇ ਆਪਾਂ, ਕਿਉਂਕਿ ਫ੍ਰੀ ਰੈਡੀਕਲ ਤੁਹਾਡੇ ਆਰਗਨ ਨੂੰ ਵੀਕ ਕਰਨਗੇ। ਜਿੱਦਾਂ ਆਪਾਂ ਹਾਂ, ਤਾਂ ਜਦੋਂ ਸਰੀਰ ਦਾ ਕੋਈ ਵੀ ਪਾਰਟ ਕਮਜ਼ੋਰ ਹੋ ਗਿਆ ਤਾਂ ਡਿਜ਼ੀਜ਼ ਕੈਚ ਕਰੇਗਾ। ਜਦੋਂ ਪਿਛਲੀ ਉਹਨੂੰ ਆਪਾਂ ਇਮਿਊਨਿਟੀ ਕਹਿ ਲਓ,
ਜਦੋਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਆਪਾਂ ਨੇ ਕਿ ਸਪੋਜ਼ ਮੇਰਾ ਲਿਵਰ ਡੈਮੇਜ ਹੈ ਤਾਂ ਹੈਪੇਟਾਈਟਸ ਸੀ ਦੀ ਵਾਇਰਸ ਨੂੰ ਕੈਚ ਕਰ ਲੇਗਾ। ਇਹ ਵੈਲ ਨੋਨ ਗੱਲ ਹੈ ਕਿ ਸ਼ਰਾਬ ਪੀਣ ਵਾਲੇ ਬੰਦੇ ਨੂੰ ਹੈਪੇਟਾਈਟਸ ਸੀ ਜ਼ਿਆਦਾ ਹੁੰਦੀ ਹੈ। ਕਿਉਂ? ਕਿਉਂਕਿ ਉਹਦਾ ਲਿਵਰ ਡੈਮੇਜ ਹੈ ਅਤੇ ਉਹਦੇ ਅੰਦਰ ਜਿਹੜੀ ਇਮਿਊਨਿਟੀ ਹੈ ਉਹਨੂੰ ਹੈਪੇਟਾਈਟਸ ਸੀ ਦੀ ਲਿਵਰ ਵਾਇਰਸ ਨੂੰ ਰਜਿਸਟ ਕਰਨ ਦੀ ਉਹ ਹੈ ਨਹੀਂ ਗੀ। ਤਾਂ ਵਾਇਰਸਸ ਬੈਕਟੀਰੀਆ ਤਾਂ ਤੁਰੇ ਫਿਰਦੇ ਰਹਿੰਦੇ ਇੱਧਰ ਉੱਧਰ। ਵਾਇਰਸ ਬੈਕਟੀਰੀਆ ਕੋਈ ਤੋਂ ਬਾਹਰੋਂ ਥੋੜ੍ਹਾ ਆਉਣ ਦਿੰਦੇ ਆ। ਉਹ ਸਾਡੀ ਜਾਂ ਤਾਂ ਸਾਡੇ ਆਲੇ ਦੁਆਲੇ ਨੇ, ਜਾਂ ਸਾਡੀ ਹਵਾ 'ਚ ਨੇ, ਸਾਡੇ ਪਾਣੀ 'ਚ ਨੇ, ਸਾਡੇ ਫੂਡ 'ਚ ਨੇ, ਸਾਡੇ ਅੰਦਰ ਵੀ ਜਾਂਦੇ ਰਹਿੰਦੇ ਫਿਰ ਛੱਡ ਕੇ। ਜੇ ਸਾਡੇ ਸਰੀਰ ਜਾਨ ਪ੍ਰਾਣ ਹੈਗਾ, ਜੇ ਸਾਡੇ ਅੰਗ ਜਿਹੜੇ ਨੇ ਉਹ ਤੰਦਰੁਸਤ ਨੇ ਤਾਂ ਉਹਨੂੰ ਕੁਛ ਨਹੀਂ ਕਹਿੰਦਾ। ਅਤੇ ਜੇ ਸਾਡੇ ਅੰਗ ਤੰਦਰੁਸਤ ਨਹੀਂ ਹੈਗੇ ਤਾਂ ਉਹਨੂੰ ਕੈਚ ਕਰ ਲੈਣਗੇ, ਉਹਨੂੰ ਡਿਜ਼ੀਜ਼ ਕਰੇਗਾ। ਕਿਉਂਕਿ ਇਹ ਗੱਲ ਜਿਹੜੀ ਹੈ ਆਪਾਂ ਪਹਿਲੀ ਵੀਡੀਓ 'ਚ ਵੀ ਕੀਤੀ ਸੀ ਕਿ ਕੋਈ ਆਰਗਨ ਪਹਿਲਾਂ ਵੀਕ ਹੁੰਦਾ ਫਿਰ ਉਹ ਵਾਇਰਸ ਜਾਂ ਬੈਕਟੀਰੀਆ ਦੀ ਬਿਮਾਰੀ ਨੂੰ ਕੈਚ ਕਰਦਾ। ਜੋ ਵੀਕ ਨਾ ਹੋਵੇ ਤਾਂ ਵਾਇਰਸ ਬੈਕਟੀਰੀਆ ਦਾ ਕੁਛ ਨਹੀਂ ਵਿਗਾੜ ਸਕਦਾ, ਚਾਹੇ ਵਾਇਰਸ ਹੈ ਜਾਂ ਬੈਕਟੀਰੀਆ। ਇਸ ਕਰਕੇ ਜਦੋਂ ਵੀ ਇਹ ਫ੍ਰੀ ਰੈਡੀਕਲਸ ਕਿਤੇ ਵੀ ਹੋਣਗੇ ਤਾਂ ਤੁਹਾਡੇ ਅੰਗਾਂ ਨੂੰ ਕਮਜ਼ੋਰ ਕਰਨਗੇ। ਜਦੋਂ ਤੁਹਾਡੇ ਅੰਗ ਕਮਜ਼ੋਰ ਹੋ ਗਏ, ਤੁਹਾਡੇ ਫੇਫੜੇ ਕਮਜ਼ੋਰ ਹੋ ਗਏ, ਤੁਹਾਡਾ ਦਿਲ ਕਮਜ਼ੋਰ ਹੋ ਗਿਆ, ਤੁਹਾਡੀ ਜਿਹੜੀ ਸਾਰਾ ਰੈਸਪੀਰੇਟਰੀ ਸਿਸਟਮ ਕਮਜ਼ੋਰ ਹੋ ਗਿਆ। ਜਿਹੜਾ ਵੀ ਸਿਸਟਮ ਕਮਜ਼ੋਰ ਹੋ ਗਿਆ ਉਹ ਡਿਜ਼ੀਜ਼ ਕੈਚ ਕਰੇਗਾ। ਉਹ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਡਿਜ਼ੀਜ਼ ਜਿਹੜੀਆਂ ਨੇ ਉਹ ਐਕਚੁਅਲੀ ਬਾਡੀ ਡਿਜ਼ੀਜ਼ਸ ਨੂੰ ਖੁਦ ਪੈਦਾ ਕਰਦੀ ਹੈ, ਕਿਉਂਕਿ ਉਹ ਤੁਸੀਂ ਕਮਜ਼ੋਰ ਹੋ, ਤੁਹਾਡੀ ਕਮਜ਼ੋਰੀ ਨੂੰ ਦੂਰ ਕਰਨ ਵਾਸਤੇ। ਚਲੋ ਉਸ ਕੰਟਰੋਵਰਸੀ 'ਚ ਆਪਾਂ ਇਹਦੇ ਨਾ ਫਸੀਏ, ਉਹਦੇ ਫਿਰ ਉਲਝ ਜਾਵਾਂਗੇ ਆਪਾਂ। ਕੋਈ ਵੀ ਬਿਮਾਰੀ, ਸਾਰੀਆਂ ਬਿਮਾਰੀਆਂ ਨੂੰ ਪ੍ਰੀ-ਡਿਸਪੋਜ਼ ਕਰੇਗੀ ਨਾ। ਆਟੋਮਿਊਨ ਤਾਂ ਗੱਟ ਦੀ ਜਿਹੜੀ ਲੀਕੀ ਗੱਟ ਹੈ, ਲੀਕੀ ਗੱਟ ਹੁਣ ਟੌਕਸਿਟੀ ਦਾ ਪਾਰਟ ਹੈ। ਲੀਕੀ ਗੱਟ ਹੋਏਗੀ ਤਾਂ ਹੀ ਆਟੋਮਿਊਨਿਟੀ ਬਣੇਗੀ ਨਾ। ਲੀਕੀ ਗੱਟ ਪ੍ਰਾਇਮਰੀ ਗੱਲ ਹੈ ਕਿ ਤੁਹਾਡੀ ਗੱਟ ਦੇ ਅੰਦਰ ਅੰਤੜੀਆਂ ਦੀ ਜਿਹੜੀ ਝਿੱਲੀ ਹੈ ਉਹ ਖਰਾਬ ਹੋ ਗਈ, ਉਹਦਾ ਫਿਲਟਰ ਖਰਾਬ ਹੋ ਗਿਆ। ਉਹ ਖਰਾਬ ਕੌਣ ਕਰਦਾ? ਫ੍ਰੀ ਰੈਡੀਕਲਸ ਕਰਦੇ ਆ ਜਾਂ ਤੁਹਾਡੇ ਪੋਲੂਟੈਂਟਸ ਕਰਦੇ ਆ। ਪ੍ਰੋਟੀਨ ਜਿਹੜਾ ਆਪਾਂ ਐਨੀਮਲ ਪ੍ਰੋਟੀਨ ਖਾਂਦੇ ਉਹ ਪ੍ਰੋਟੀਨ ਇਸੇ ਕ੍ਰਾਸ ਕਰਦਾ ਨਾ। ਉਹ ਪ੍ਰੋਟੀਨ ਬਾਅਦ ਦੀ ਗੱਲ ਹੈ। ਜੇ ਸਾਡੀ ਗੱਟ ਠੀਕ ਹੁੰਦੀ ਤਾਂ ਫਿਰ ਉਹ ਪ੍ਰੋਟੀਨ ਨੂੰ ਅੰਦਰ ਜਾਣ ਹੀ ਨਹੀਂ ਦੇਣਾ ਸੀ ਉਹਨੇ। ਯਾਨੀ ਕਿ ਲੀਕੀ ਗੱਟ ਨੂੰ ਦਾ ਕਾਰਨ ਜਿਹੜਾ ਫ੍ਰੀ ਰੈਡੀਕਲਸ ਬਣਦਾ। ਹਾਂ, ਪੋਲੂਸ਼ਨ ਜਿਹੜੀ ਹੈ, ਪੋਲੂਸ਼ਨ ਚਾਹੇ ਹਵਾ ਦੀ ਹੈ, ਚਾਹੇ ਪਾਣੀ ਦੀ ਹੈ, ਚਾਹੇ ਭੋਜਨ ਦੀ ਹੈ, ਉਹ ਪੋਲੂਸ਼ਨ ਕਰਕੇ ਸਾਡਾ ਲੀਕੀ ਗੱਟ ਹੁੰਦੀ ਹੈ। ਅਤੇ ਲੀਕੀ ਗੱਟ ਜਦੋਂ ਪ੍ਰੋਟੀਨਸ ਅਨਡਾਈਜੈਸਟਡ ਪ੍ਰੋਟੀਨਸ ਨੇ, ਸੈਮੀ ਡਾਈਜੈਸਟਡ ਪ੍ਰੋਟੀਨਸ ਨੇ, ਜਿਹੜੇ ਖੂਨ 'ਚ ਨਹੀਂ ਸੀ ਜਾਣੇ ਚਾਹੀਦੇ, ਉਹਨਾਂ ਨੂੰ ਅਮਾਈਨੋ ਐਸਿਡ ਟੁੱਟਣਾ ਚਾਹੀਦਾ ਸੀਗਾ, ਉਹ ਟੁੱਟਣ ਤੋਂ ਪਹਿਲਾਂ ਹੀ ਸੈਮੀ ਡਾਈਜੈਸਟਡ, ਹਾਫ ਡਾਈਜੈਸਟਡ ਪ੍ਰੋਟੀਨ ਜਿਹਨਾਂ ਨੂੰ ਅਸੀਂ ਪੈਪਟਾਈਡਸ ਕਹਿੰਦੇ ਹਾਂ, ਪੈਪਟਾਈਡਸ ਗੁੱਛੇ ਆਪਾਂ ਕੰਪੇਅਰ ਕੀਤਾ ਸੀਗਾ ਕਿ ਪ੍ਰੋਟੀਨ ਮਾਲਾ ਹੈ, ਜਿਹੜੇ ਗੁੱਛੇ ਨੇ ਉਹ ਪੈਪਟਾਈਡਸ ਨੇ, ਅਤੇ ਮਣਕੇ ਜਿਹੜੇ ਨੇ ਉਹ ਅਮਾਈਨੋ ਐਸਿਡ ਨੇ। ਮਣਕੇ ਅਮਾਈਨੋ ਐਸਿਡ ਨੇ, ਮਣਕਿਆਂ ਦਾ ਇੱਕ ਗੁੱਛਾ ਪੈਪਟਾਈਡ ਹੈ, ਅਤੇ ਪੂਰੀ ਮਾਲਾ ਜਿਹੜੀ ਆ ਉਹ ਪ੍ਰੋਟੀਨ ਹੈ। ਅਤੇ ਜਦੋਂ ਪੂਰੀ ਮਾਲਾ ਟੁੱਟਦੀ ਹੈ ਗੁੱਛਿਆਂ 'ਚ, ਅਤੇ ਜੇ ਤੁਹਾਡਾ ਉਹਦਾ ਸਾਈਜ਼ ਪੈਪਟਾਈਡ ਦਾ ਤੁਹਾਡੀ ਜਿਹੜੀ ਗੱਟ ਦੇ ਅੰਦਰ ਫਿਲਟਰ ਖਰਾਬ ਹੋਇਆ ਉਹਦੇ 'ਚ ਲੰਘਣ ਜੋਗਾ ਹੈਗਾ ਤਾਂ ਲੰਘ ਜਾਏਗਾ। ਉਹ ਲੰਘ ਜਾਏਗਾ ਤਾਂ ਅੰਦਰ ਤਸੱਲੀ ਮਚਾਏਗਾ ਪੂਰੀ, ਕਿਉਂਕਿ ਅੰਦਰ ਦਾ ਸਿਸਟਮ ਨੂੰ ਪਛਾਣਦਾ ਹੀ ਨਹੀਂ ਹੈ। ਅੰਦਰ ਦਾ ਸਿਸਟਮ ਨੂੰ ਪਛਾਣਦਾ ਨਹੀਂ, ਉਹ ਕਹਿੰਦਾ ਤੂੰ ਕੌਣ ਆ ਗਿਆ, ਚੱਲ ਬਾਹਰ। ਕਿਉਂਕਿ ਪ੍ਰੋਟੀਨ ਦੇ ਮਾਮਲੇ 'ਚ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਹਾਂ ਕਿ ਪ੍ਰੋਟੀਨ 'ਤੇ ਬਾਡੀ ਬਹੁਤ ਸੈਂਸਿਟਿਵ ਹੁੰਦੀ ਹੈ, ਕਿਉਂਕਿ ਪ੍ਰੋਟੀਨ ਕਿਤੇ ਗਲਤ ਥਾਂ 'ਤੇ ਲੱਗੇਗਾ ਤਾਂ ਉਹ ਬਹੁਤ ਖਤਰਨਾਕ ਉਹਦੇ ਸਿੱਟੇ ਹੁੰਦੇ ਅੱਗੇ ਚੇਨ ਬਣ ਜਾਂਦੀ ਹੈ। ਇਹਦੇ ਕਾਰਨ ਜਿਹੜਾ ਅੱਗੇ ਆਟੋਮਿਊਨ ਡਿਸਆਰਡਰ ਦਾ ਹੁਣ ਆਪਾਂ ਆਈਏ, ਕਿਉਂਕਿ ਇਹਦਾ ਜੇ ਆਪਾਂ ਆਕਸੀਡੈਂਟ ਅਤੇ ਐਂਟੀਆਕਸੀਡੈਂਟ ਦੀ ਵਿੱਚ ਵੀ ਗੱਲ ਨਾ ਕੀਤੀ ਅਤੇ ਨਾ ਸਮਝਾਇਆ ਤਾਂ ਵੀ ਜਿਹੜਾ ਅੱਧੀਆਂ ਚੀਜ਼ਾਂ ਅਧੂਰੀਆਂ ਰਹਿਣ। ਕਿਉਂਕਿ ਬਹੁਤ ਚੀਜ਼ਾਂ ਦੇ ਵਿੱਚ ਤੁਸੀਂ ਹਰੇਕ ਪ੍ਰੋਡਕਟ ਦੇ ਉੱਤੇ ਦੇਖੋਗੇ ਉਹਦੇ 'ਤੇ ਲਿਖਿਆ ਹੋਏਗਾ ਐਂਟੀਆਕਸੀਡੈਂਟਸ ਨੇ, ਇਹਦੇ ਵਿੱਚ ਆਕਸੀਡੈਂਟ ਉਹਨੇ। ਇਹ ਚੀਜ਼ ਵੀ ਆਪਾਂ ਨੂੰ ਸਮਝਾਉਣੀ ਪੈਣੀ ਹੈ। ਉਹ ਬਸ ਇਹ ਫ੍ਰੀ ਰੈਡੀਕਲ ਨੂੰ ਆਕਸੀਡੈਂਟਸ ਕਹਿੰਦੇ ਆ, ਅਤੇ ਐਂਟੀਆਕਸੀਡੈਂਟਸ ਉਹ ਕੰਪਾਊਂਡਸ ਨੇ, ਉਹ ਫੂਡਸ ਨੇ ਜਿਹੜੇ ਉਸ ਨੂੰ ਨਿਊਟਰਲਾਈਜ਼ ਕਰ ਦਿੰਦੇ ਆ, ਉਹਨੂੰ ਖਤਮ ਕਰ ਦਿੰਦੇ ਆ। ਜਿਹੜਾ ਹਾਂ, ਉਹਨੂੰ ਡੈਮੇਜ ਨਹੀਂ ਕਰਨ ਦਿੰਦੇ। ਉਹਦੇ 'ਚ ਜਿਹੜੇ ਐਂਟੀਆਕਸੀਡੈਂਟ ਰੋਲ ਹੁੰਦਾ ਉਹ ਫੂਡਸ ਦਾ ਸਭ ਤੋਂ ਜ਼ਿਆਦਾ, ਜਿਹੜੇ ਰॉ ਫੂਡਸ ਨੇ, ਰॉ ਆਰਗੈਨਿਕ ਫੂਡਸ, ਜਿਹੜੇ ਨੈਚੁਰਲ ਫੂਡਸ ਨੇ, ਨੈਚੁਰਲ ਪਲਾਂਟ ਬੇਸਡ ਫੂਡ ਜਿਹੜਾ ਹੈ ਉਹ ਸਭ ਤੋਂ ਵਧੀਆ ਐਂਟੀਆਕਸੀਡੈਂਟ ਹੈ। ਅਤੇ ਉਹ ਐਂਟੀਆਕਸੀਡੈਂਟ ਦਾ ਰੋਲ ਕੀ ਹੈ ਕਿ ਉਹਨਾਂ ਫ੍ਰੀ ਰੈਡੀਕਲਸ ਆਕਸੀਡੈਂਟਸ ਨੇ, ਫ੍ਰੀ ਰੈਡੀਕਲਸ ਆਕਸੀਡੈਂਟਸ ਨੇ, ਉਹਨੂੰ ਆਕਸੀਡੈਂਟਸ ਨੂੰ ਨਿਊਟਰਲਾਈਜ਼ ਕਰਨਾ ਕੰਮ ਹੈ ਐਂਟੀਆਕਸੀਡੈਂਟ। ਅਤੇ ਐਂਟੀਆਕਸੀਡੈਂਟ ਦਾ ਮਤਲਬ ਫੂਡ ਸਭ ਤੋਂ ਵਧੀਆ ਐਂਟੀਆਕਸੀਡੈਂਟ ਹੈ। ਠੀਕ ਹੈ। ਤਾਂ ਜਿਹੜਾ ਫਰੈਸ਼ ਪਲਾਂਟ ਬੇਸਡ ਫੂਡ ਹੈ, ਕੋਈ ਫਲ ਨੇ, ਸਲਾਦ ਹੈ, ਸਪਰਾਊਟਸ ਨੇ, ਪੱਤੇ ਨੇ, ਜੇ ਅਸੀਂ ਰॉ ਖਾਂਦੇ ਹਾਂ ਤਾਂ ਉਹ, ਜਾਂ ਜਿਹੜਾ ਹੈਲਦੀ ਫੂਡ ਕੋਈ ਵੀ, ਜੇ ਖਰਾਬ ਫੂਡ ਖਾਵਾਂਗੇ ਤਾਂ ਉਲਟਾ ਆਕਸੀਡੈਂਟਸ ਨਾਲ ਭਰਿਆ ਹੋਇਆ, ਉਹ ਆਕਸੀਡੈਂਟਸ ਨਾਲ ਭਰਿਆ ਹੋਇਆ। ਉਹਦੇ ਕਿਹੜੇ ਫੂਡ ਜਿਹੜੇ ਆਕਸੀਡੈਂਟਸ ਨਾਲ ਭਰੇ ਹੁੰਦੇ ਨੇ? ਕੋਈ ਵੀ ਫੂਡ ਰੋਂਗਲੀ ਕੁਕਡ ਹੈ। ਫਾਰ ਐਗਜ਼ਾਮਪਲ ਤੁਸੀਂ
에ਅਰ ਉਹ ਕਰ ਰਹੇ ਹੋ ਫਲੇਮ ਦੇ ਉੱਪਰ ਫਰਾਈ ਅੱਜ ਕੱਲ੍ਹ ਬਹੁਤ ਖਾਂਦੇ ਰੋਸਟਡ ਕਰਦੇ ਆ ਹਾਂ ਬਿਲਕੁਲ ਤੰਦੂਰ ਦੀ ਕਾਲੀ ਰੋਟੀ ਜਿਹੜੀ ਆ ਤੰਦੂਰ ਦੀ ਤੁਸੀਂ ਖਾਓ ਰੋਟੀ ਤਾਂ ਉਹ ਕਾਲੀ ਕਾਲੀ ਹੋ ਜਾਂਦੀ ਨਾ ਬੜੀ ਸਵਾਦ ਜੀ ਬਣ ਗਈ ਉਹਦੀ ਉਹ ਆਕਸੀਡੈਂਟ ਹੈ ਉਹਦੇ 'ਚ ਖਾਸ ਕਰਕੇ ਜਿਹੜੇ ਮੀਟ ਦੇ ਪ੍ਰੋਡਕਟ ਨੇ ਉਹ ਬਹੁਤ ਹੀ ਖਤਰਨਾਕ ਆਕਸੀਡੈਂਟ ਬਣਦੇ ਆ ਸਭ ਤੋਂ ਖਤਰਨਾਕ ਮੀਟ ਹੁੰਦਾ ਜਿਹੜਾ ਸਿੱਧਾ ਡਾਇਰੈਕਟ ਅੱਗ ਦੇ ਉੱਪਰ ਸਿੱਕਿਆ ਜਾਂਦਾ ਕਿਉਂਕਿ ਮੀਟ ਦੇ ਜਿਹੜੇ ਆਕਸੀਡੈਂਟਸ ਨੇ ਉਹ ਬਹੁਤ ਹੀ ਖਤਰਨਾਕ ਨੇ ਸਭ ਤੋਂ ਖਤਰਨਾਕ ਆਟੇ ਵਾਲੇ ਜਿਹੜੇ ਨੇ ਉਹ ਫਿਰ ਵੀ ਉਨੇ ਖਤਰਨਾਕ ਨਹੀਂ ਹੈ ਲੇਕਿਨ ਜਿਹੜੇ ਮੀਟ ਨੂੰ ਖਾਣ ਜਿਹੜੇ ਲੋਕ ਆ ਸ਼ੌਕੀਨ ਨੇ ਕਬਾਬ ਕਬੂਬ ਖਾਣ ਦੇ ਅਤੇ ਸਿੱਖਾਂ ਸੁੱਖਾਂ ਖਾਣ ਦੇ ਬਾਰਬੀਕਿਊ ਕਰਕੇ ਜਿਹੜਾ ਤਾਂ ਹੀ ਹੁਣ ਆ ਗਿਆ ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ੍ਹ ਹੁਣ ਜਿਹੜੀ ਅੱਜ ਲੇਟੈਸਟ ਆ ਗਏ ਨੇ ਟੈਕਨੀਕਸ ਫੂਡ ਕੁਕਿੰਗ ਕਰਨ ਦੇ ਉਹ ਜਾਂ ਤਾਂ ਉਹ ਓਵਨਸ ਨੇ ਜਿਹੜੀਆਂ ਸਿਰਫ ਗਰਮ ਕਰਦੀਆਂ ਨੇ ਫਲੇਮ ਨਹੀਂ ਉਹਦੇ 'ਚ ਜਾਂ ਫਿਰ ਹੁਣ ਉਸ ਤੋਂ ਅੱਗੇ ਆ ਗਿਆ 에ਅਰ ਫਰਾਇਰਸ ਉਹ ਕਹਿੰਦੇ 에ਅਰ ਫਰਾਇਰਸ ਸਿਰਫ ਗਰਮ ਹਵਾ ਨਾਲ ਕੁਕਿੰਗ ਹੁੰਦੀ ਹੈ ਤਾਂ ਉਹ ਹੁਣ ਉਹਦਾ ਬਦਲ ਨਿਕਲ ਕੇ ਆ ਰਿਹਾ ਲੇਕਿਨ ਜਿਹੜੇ ਲੋਕ ਸ਼ੌਕੀਨ ਨੇ ਅਜੇ ਵੀ ਉਹੀ ਜਿਹੜਾ ਸੀਖਾਂ 'ਚ ਲਾ ਕੇ ਤੇ ਉੱਤੇ ਡਾਇਰੈਕਟ ਸੇਕ ਤੰਦੂਰ 'ਚ ਲੱਗਦੀਆਂ ਨੇ ਤੇ ਉਹ ਥੱਲੇ ਉਹ ਬਾਰਬੀਕਿਊ ਵੀ ਬਣਾਈ ਹੁੰਦੀ ਉਹਦੇ ਅੱਗ ਦੇ ਉੱਤੇ ਸਿੱਧੀ ਸੇਕ ਲੈਂਦੇ ਹਾਂ ਜੋ ਤੁਸੀਂ ਦੇਖੋਗੇ ਉਹਦੇ ਉੱਪਰ ਕਾਲਾ ਜਿਹੜੇ ਤੁਸੀਂ ਖਾਂਦੇ ਹੋ ਉਹਦੇ ਕਾਲਾ ਹੋਇਆ ਹੁੰਦਾ ਉਹ ਜਿਹੜਾ ਕਾਲਾ ਤੁਸੀਂ ਖਾ ਰਹੇ ਹੋ ਉਹ ਬਹੁਤ ਹੀ ਗੰਦਾ ਜ਼ਹਿਰ ਹੈ ਬਹੁਤ ਜ਼ਿਆਦਾ ਗੰਦਾ ਜ਼ਹਿਰ ਹੈ ਜਿੰਨੇ ਉਹ ਮਿਲਕ ਐਨੀਮਲ ਪ੍ਰੋਟੀਨਸ ਹੋਣਗੇ ਐਨੀਮਲ ਪ੍ਰੋਟੀਨ ਨੂੰ ਜਦੋਂ ਰੋਸਟ ਕਰਦੇ ਹੋ ਤੁਸੀਂ ਤਾਂ ਬਹੁਤ ਹੀ ਖਤਰਨਾਕ ਜ਼ਹਿਰ ਬਣ ਜਾਂਦੇ ਹਾਂ ਬਿਲਕੁਲ ਪਨੀਰ ਹੋ ਗਿਆ ਕੋਈ ਅੰਡਾ ਅਗਰ ਇੱਦਾਂ ਕਰਦਾ ਕੋਈ ਅੰਡੇ ਦੇ ਪ੍ਰੋਡਕਟਸ ਨੇ ਜਾਂ ਮੱਛੀ ਹੈ ਮਸ਼ਰੂਮ ਜਿਹੜੇ ਐਨੀਮਲ ਪ੍ਰੋਡਕਟ ਪਲਾਂਟ ਫੂਡਸ ਨੇ ਉਹ ਰਿਲੇਟਿਵਲੀ ਘੱਟ ਟੌਕਸਿਕ ਹੁੰਦੇ ਆ ਲੋਕੀ ਤਾਂ ਫਰੂਟ ਨੂੰ ਵੀ ਕਰੀ ਜਾਂਦੇ ਨੇ ਜਿਵੇਂ ਉਹ ਹੋ ਗਿਆ ਆਪਣਾ ਪਾਈਨਐਪਲ ਵਗੈਰਾ ਬਿਲਕੁਲ ਉਹ ਤੁਹਾਡੀ ਅੱਜ ਕੱਲ੍ਹ ਨਵੇਂ ਰੈਸਟੋਰੈਂਟਾਂ 'ਚ ਆਇਆ ਉਹ ਸੜਦਾ ਤੁਹਾਡੇ ਅੱਗੇ ਰੱਖਣਗੇ ਲਿਆ ਕੇ ਉਹ ਸੜ ਹੀ ਰਿਹਾ ਹੁੰਦਾ ਉਹ ਸਿਜ਼ਲਰਸ ਹਾਂ ਉਹ ਮੈਂ ਦੇਖਿਆ ਇੱਕ ਥਾਂ 'ਤੇ ਉਹਦੀ ਇੰਨੀ ਗੰਦੀ ਸਮੈਲ ਆ ਮੈਨੂੰ ਤਾਂ ਲੱਗੀ ਉਹਦੀ ਸਮੈਲ ਉਹਦੇ ਹੀ ਆ ਰਹੀ ਹੁੰਦੀ ਵਿੱਚੋਂ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਹੈ ਇਹ ਸਾਰਾ ਵਰਤਾਰਾ ਜਿਹੜਾ ਇਹ ਇੱਦਾਂ ਦੇ ਫੂਡਸ ਖਾਣ ਦਾ ਉਹ ਬਹੁਤ ਗਲਤ ਵਰਤਾਰਾ ਅਤੇ ਹਵਾ ਦਾ ਜਿਹੜਾ ਹੁਣ ਤੋਂ ਆਪਾਂ ਦੀ ਹਵਾ ਦਾ ਜਿਹੜਾ ਹੈਲਦੀ ਪੱਖ ਹੈ ਉਹ ਵੀ ਮੈਂ ਕਿਹਾ ਡਿਸਕਸ ਕਰਨਾ ਚਾਹੀਦਾ ਕਿ ਹਵਾ ਨੂੰ ਉਹ ਆਪਾਂ ਨਹੀਂ ਕਰਾਂਗੇ ਤਾਂ ਫਿਰ ਥੋੜ੍ਹੀ ਜਿਹੀ ਜ਼ਿਆਦਤੀ ਹੋ ਜਾਏਗੀ ਕਿ ਹਵਾ ਨੂੰ ਕਿਸ ਢੰਗ ਦੇ ਨਾਲ ਤੁਸੀਂ ਲੈਣਾ ਹੈ ਹਵਾ ਨਾਲ ਕਿਵੇਂ ਇਲਾਜ ਕਰਨਾ ਹਾਂ ਹਵਾ ਦੇ ਨਾਲ ਇਲਾਜ ਕਿੱਦਾਂ ਕਰਨਾ ਉਹਦਾ ਬਿਊਟੀਫੁਲ ਜਿਹੜੀ ਉਦਾਹਰਨ ਹੈ ਉਹ ਹੈ ਪ੍ਰਾਣਾਯਾਮ ਕਿ ਕਿੱਦਾਂ ਤੁਸੀਂ ਸਾਹ ਪੂਰਨ ਲੈਣਾ ਪੂਰਨ ਡਾਕਟਰ ਸਾਹਿਬ ਮੈਂ ਤੁਹਾਨੂੰ ਰੋਕਾਂਗਾ ਕਿਉਂਕਿ ਇਹ ਸਾਡੇ ਦਰਸ਼ਕ ਜਿਹੜੇ ਨੇ ਬਹੁਤ ਸਾਰੇ ਪ੍ਰਾਣਾਯਾਮ ਤੇ ਉਹ ਯਾਮ ਤੇ ਉਹ ਫਲਾਣਾ ਆਪਾਂ ਸਿੱਧਾ ਦੇਸੀ ਭਾਸ਼ਾ 'ਚ ਠਾਹ ਸੋਟਾ ਮਾਰੀਏ ਵੀ ਐਂ ਸਾਹ ਲੈਣਾ ਤੇ ਐਂ ਕਰਕੇ ਤੁਹਾਡਾ ਜਿਹੜਾ ਉਸ ਤੁਹਾਨੂੰ ਆਰਾਮ ਮਿਲ ਜਾਏਗਾ ਉਹਨੂੰ ਆਪਾਂ ਸਿੰਪਲ ਕਰਨਾ ਚਾਹੀਏ ਤਾਂ ਜਿਹੜਾ ਲੰਬਾ ਸਾਹ ਹੈ ਲੰਬਾ ਸਾਹ ਤੇ ਅਧੂਰਾ ਸਾਹ ਜਿਹੜਾ ਅਸੀਂ ਸਾਹ ਆਮ ਲੈਂਦੇ ਹਾਂ ਉਹ ਸਿਰਫ ਇਕੱਲੀ ਛਾਤੀ ਨੂੰ ਬੜਾ ਫੈਲਾਉਂਦੇ ਹਾਂ ਅਸੀਂ ਛਾਤੀ ਨਾਲ ਲੈਂਦੇ ਹਾਂ ਅਤੇ ਉਹਦੇ 18 ਸਾਹ ਲੈਣੇ ਪੈਂਦੇ ਆ 18 1 ਮਿੰਟ 'ਚ ਹਾਂ ਨੋਰਮਲ ਬੰਦੇ ਨੂੰ ਜੇ ਤੁਸੀਂ ਪੂਰਨ ਸਾਹ ਲੈਣੇ ਸ਼ੁਰੂ ਕਰਦੇ ਹੋ ਤਾਂ ਸਾਹ ਘੱਟ ਕੇ ਇੱਕਦਮ ਡਿਪੈਂਡ ਕਰਦਾ ਕਿ ਉਹ ਬੰਦੇ ਦੀ ਵੀ ਛਾਤੀ ਕਿੰਨੀ ਕੁ ਜਿਹਨੂੰ ਕਹਿੰਦੇ ਆ ਉਹ ਇਲਾਸਟਿਸਿਟੀ ਉਹਦੀ ਲਚਕ ਖਰਾਬ ਹੋ ਚੁੱਕੀ ਹੈ ਜੇ ਯੰਗ ਬੰਦਾ ਹੋਏਗਾ ਤਾਂ ਨਾਲ ਦੀ 8 ਤੇ ਆ ਜਾਏਗਾ ਅਤੇ ਥੋੜ੍ਹਾ ਜਿੰਨਾ ਬਜ਼ੁਰਗ ਹੋਏਗਾ ਥੋੜ੍ਹਾ ਜਿਹਾ ਹੌਲੀ ਆਏਗਾ ਕਿਉਂਕਿ ਫਿਰ ਉਹਨੂੰ ਆਪਣੀ ਛਾਤੀ ਨੂੰ ਇੱਕ ਵਾਰੀ ਟ੍ਰੇਨ ਕਰਨਾ ਪਏਗਾ ਥੋੜ੍ਹਾ ਜਿਹਾ ਕਰਕੇ ਸੈਂਪਲ ਦਿਖਾਓ ਬਿਲਕੁਲ ਜਿਹੜਾ ਇਕੱਲਾ ਸਾਹ ਆਪਾਂ ਲੈਂਦੇ ਹਾਂ ਜੇ ਸਾਇਲੈਂਟਲੀ ਸਾਹ ਲੈ ਰਹੇ ਹਾਂ ਤਾਂ ਤੁਹਾਨੂੰ ਕੁਛ ਨਹੀਂ ਦਿਸੇਗਾ ਛਾਤੀ ਫੈਲਾ ਰਹੇ ਹਾਂ ਨਹੀਂ ਫਿਰ ਜਦੋਂ ਆਪਾਂ ਲੈ ਰਹੇ ਹਾਂ ਫਿਰ ਪੂਰਾ ਪੇਟ ਪਹਿਲਾਂ ਪੇਟ ਫੈਲਾਵਾਂਗੇ ਇਹ ਪੂਰਾ ਸਾਹ ਹੈ ਇਹਦੇ ਨਾਲ ਕੀ ਹੋਏਗਾ ਇੱਕ ਸਾਹ ਜਿਹੜਾ ਹੈ ਇਹ 3 ਸਾਹਾਂ ਦਾ ਕੰਮ ਕਰਦਾ ਕੀ ਹੋਏਗਾ ਇਹਦੇ ਨਾਲ ਇੱਕ ਤਾਂ ਤੁਹਾਡੇ ਸਾਰੇ ਫੇਫੜੇ ਖੁੱਲ੍ਹ ਜਾਣਗੇ ਜਦੋਂ ਲੰਬਾ ਸਾਹ ਲਓਗੇ ਫੇਫੜਿਆਂ ਦਾ ਕਲੋਂਜੀ ਮਸ਼ਹੂਰ ਹੈ ਕਿ ਜਿਹੜਾ ਨੋਰਮਲ ਸਾਹ ਲੈਂਦੇ ਅਸੀਂ ਆਪਣੇ ਫੇਫੜੇ ਦਾ ਸਿਰਫ 20% ਨਿੱਕੇ ਬੁਲਬੁਲੇ ਹੁੰਦੇ ਆ ਫੇਫੜਿਆਂ 'ਚ ਮਾਈਕਰੋ ਬੈਲੂਨਸ ਹੁੰਦੇ ਆ ਮਾਈਕਰੋਸਕੋਪਿਕ ਬੈਲੂਨਸ ਹੁੰਦੇ ਆ ਜਿਹੜੇ ਜਾ ਕੇ ਜਿੱਥੇ ਹਵਾ ਜਦੋਂ ਜਾਂਦੀ ਹੈ ਤਾਂ ਉਹ ਫੁੱਲਦੇ ਆ ਫਿਰ ਉੱਥੇ ਉਹ ਹਵਾ ਦਾ ਲੈਣ ਦੇਣ ਹੁੰਦਾ ਬਲੱਡ ਨਾਲ ਫਿਰ ਉਹ ਵਾਪਸ ਹਵਾ ਆ ਜਾਂਦੀ ਹੈ ਅਸੀਂ ਸਿਰਫ 15-20% ਬਲੂਨ ਫੈਲਾਉਂਦੇ ਹਾਂ ਬਾਕੀ 80% ਬਲੂਨ ਜਿਹੜੇ ਨੇ ਉਹ ਫੁੱਲਦੇ ਹੀ ਨਹੀਂ ਉਹ ਰਿਜ਼ਰਵ ਦਿੱਤੇ ਹੋਏ ਕੁਦਰਤ ਨੇ ਵੀ ਤੁਹਾਡੇ ਜੋ 20% ਖਰਾਬ ਹੋ ਗਏ ਤਾਂ ਰਿਜ਼ਰਵ ਪਏ ਆ ਵਰਤ ਲਿਓ ਫਿਰ ਉਹਨੂੰ ਲੇਕਿਨ ਜੇ ਅਸੀਂ ਪੂਰਾ ਸਾਹ ਲੈਂਦੇ ਹਾਂ ਤਾਂ ਸਾਡੇ 100% ਬਲੂਨਸ ਖੁੱਲ੍ਹਣ ਲੱਗ ਜਾਣ ਨਾਲੇ ਤੋਂ ਹੈਲਦੀ ਰਹਿਣਗੇ ਉਹ ਜਿਹੜੇ ਬਲੂਨ ਤੋਂ ਯੂਜ਼ ਨਹੀਂ ਕਰ ਰਹੇ ਸਭ ਤੋਂ ਜ਼ਿਆਦਾ ਬਲਗਮ ਉੱਥੇ ਜੰਮੇਗੀ ਜਾ ਕੇ ਜਾਂ ਜਿਹੜੇ ਪੋਲੂਟੈਂਟ ਜੰਮਣਗੇ ਕਿਉਂਕਿ ਉਹ ਯੂਜ਼ ਇੱਕ ਅੱਧੀ ਵਾਰੀ ਕਿਤੇ ਹਵਾ ਗਈ ਉਹ ਜਾ ਕੇ ਉੱਥੇ ਜੰਮ ਜਾਏਗੀ
ਤਾਂ ਉਹ ਕੀ ਕਰੇਗਾ, ਹੌਲੀ ਹੌਲੀ ਲਚਕ ਖਤਮ ਹੋ ਜਾਏਗੀ, ਉਹ ਬਲੂਨ ਜਿਹੜੇ ਨੇ ਉਹ ਐ ਫੁੱਲਣਗੇ ਨਹੀਂ ਫਿਰ ਬਾਅਦ 'ਚ, ਜਿਹਨੂੰ ਕਹਿੰਦੇ ਫੇਫੜੇ ਸੁੰਗੜਗੇ। ਕੀ ਜਿੱਦਾਂ ਤੁਸੀਂ ਸਾਹ ਲੈ ਕੇ ਦਿਖਾਇਆ ਲੰਬਾ ਢਿੱਡ, ਬੈਲੀ ਬਰੀਥਿੰਗ, ਕੀ ਇਹਦੇ ਨਾਲ ਦਮਾ ਤੇ ਸਾਹ ਦੇ ਰੋਗ ਜਿਹੜੇ ਠੀਕ ਹੋਣਗੇ? ਕੱਲੇ ਦਮਾਂ ਤੇ ਸਾਹ ਦੇ ਰੋਗ ਤਾਂ ਨਹੀਂ ਠੀਕ ਹੋਣਗੇ ਇਹਦੇ ਨਾਲ। ਇਹ ਬਹੁਤ ਪਿਆਰਾ ਹੈਗਾ, ਜਿਹਨੂੰ ਕਹਿੰਦੇ ਆ ਐਕਟ ਹੈ ਕਿ ਜਦੋਂ ਅਸੀਂ ਲੰਬੇ ਸਾਹ ਲੈਂਦੇ ਹੋ ਤਾਂ ਜਿਹੜੇ ਸਾਹ ਦੀ ਗਿਣਤੀ ਹੈ ਉਹ ਬਹੁਤ ਤੇਜ਼ੀ ਨਾਲ ਘਟ ਜਾਂਦੀ ਹੈ, ਅਤੇ ਹਫ਼ਤੇ ਇੱਕ ਦੇ ਅਭਿਆਸ ਨਾਲ ਹਰ ਬੰਦਾ, ਇਵੇਂ ਜਿਹੜਾ ਬਜ਼ੁਰਗ ਵੀ ਹੈ ਉਹ ਵੀ 8 ਸਾਹਾਂ 'ਤੇ ਆ ਜਾਂਦਾ। 8 ਸਾਹ ਤਾਂ ਆਮ ਬਿਲਕੁਲ ਹੀ ਕੋਈ ਵੀ ਬੰਦਾ 8 ਸਾਹਾਂ 'ਤੇ ਆ ਜਾਏਗਾ, ਲੇਕਿਨ ਥੋੜ੍ਹਾ ਜਿਹਾ ਹੋਰ ਅਭਿਆਸ ਕਰੋਗੇ ਜਾਂ ਜਿਹੜਾ ਯੰਗ ਬੰਦਾ ਉਹ 4 ਸਾਹਾਂ 'ਤੇ ਆ ਜਾਏਗਾ 1 ਮਿੰਟ 'ਚ। ਕਿੱਥੇ 4 ਸਾਹ, ਕਿੱਥੇ 18 ਸਾਹ, ਯਾਨੀ ਕਿ 4 ਗੁਣਾ ਦਾ ਫਰਕ। ਯਾਨੀ ਕਿ ਜਿਹੜਾ ਆਪਾਂ ਨੂੰ ਪ੍ਰਮਾਤਮਾ ਵੱਲੋਂ ਸਾਹ ਗਿਣ ਕੇ ਆਏ ਹੋਏ ਨੇ, ਉਹ ਵੀ ਆਪਾਂ ਜੇ ਘੱਟ ਲਵਾਂਗੇ ਉਮਰ ਵੀ ਲੰਬੀ ਹੋ ਜਾਏਗੀ। ਸਾਹਾਂ ਦੀ ਪੂੰਜੀ ਉਹਨੂੰ ਕਹਿੰਦੇ ਆ ਵੀ ਆਪਣੇ ਬਿਲਕੁਲ। ਹੁਣ ਸਾਇੰਸ ਨੇ ਵੀ ਇਸ ਗੱਲ ਨੂੰ ਐਕਸੈਪਟ ਕਰ ਲਿਆ ਕਿ ਕਿਉਂਕਿ ਸਾਹ ਰੁਕਣਾ ਨਹੀਂ ਹੈ, ਹਾਰਟ ਰੁਕਣਾ ਨਹੀਂ ਹੈ, ਇਹ ਲਗਭਗ ਬਾਡੀ ਦੇ ਅੰਦਰ ਜਿਵੇਂ ਸੌਫਟਵੇਅਰ ਫੀਡ ਕੀਤਾ ਹੁੰਦਾ, ਫੀਡ ਕੀਤਾ ਹੋਇਆ ਵੀ ਤੁਹਾਡੇ ਲਾਈਫ ਟਾਈਮ 'ਚ ਇੰਨੀ ਵਾਰੀ ਤੁਹਾਡਾ ਦਿਲ ਧੜਕਣਾ ਅਤੇ ਇੰਨੀ ਵਾਰੀ ਤੁਹਾਡਾ ਸਾਹ ਚੱਲਣਾ। ਤਾਂ ਉਹ ਜਿੰਨੇ ਸਾਹ ਘਟ ਜਾਣਗੇ, ਹਾਰਟ ਰੇਟ ਵੀ ਉਨਾ ਹੀ ਸਲੋ ਹੋ ਜਾਂਦਾ ਅਤੇ ਉਨੀ ਉਮਰ ਵੱਧ ਜਾਏਗੀ। ਜਿੰਨੇ ਸਾਹ ਘਟ ਜਾਣਗੇ ਉਮਰ ਵੱਧ ਜਾਏਗੀ। ਉਮਰ ਵੱਧ ਜਾਏਗੀ ਦਾ ਮਤਲਬ ਤੁਹਾਡੀ ਬਾਡੀ ਜਿਹੜੀ ਹੈ ਉਹ ਡਿਜ਼ੀਜ਼ ਨੂੰ ਬਾਹਰ ਕੱਢੇਗੀ। ਅਤੇ ਪ੍ਰੂਵ ਹੋ ਗਿਆ ਕਿ 15 ਸਾਹ ਅਗਰ ਅਸੀਂ ਲਈਏ 18 ਦੀ ਬਜਾਏ, ਤਾਂ ਨਵੀਆਂ ਬਿਮਾਰੀਆਂ ਬਾਡੀ ਕੈਚ ਨਹੀਂ ਕਰਦੀ। ਦੈਟ ਮੀਨਸ ਅੱਖਾਂ ਬੰਦ ਕਰਕੇ ਸਾਹ ਤੁਸੀਂ ਲੰਬਾ ਲੈਣ ਦੀ ਕੋਸ਼ਿਸ਼ ਕਰੋ। ਬਜ਼ੁਰਗ ਤੋਂ ਬਜ਼ੁਰਗ ਬੰਦਾ ਵੀ ਜਿਹੜਾ ਉਹ 3 ਸਾਹ 4 ਸਾਹ ਘਟ ਜਾਣਗੇ ਉਹਦੇ। ਫਿਰ ਥੋੜ੍ਹਾ ਜਿਹਾ ਅਭਿਆਸ ਕਰੋ ਤੁਸੀਂ ਹਫ਼ਤੇ ਦਾ, ਤਾਂ ਉਹ 8 'ਤੇ ਆ ਜਾਂਦੇ ਆ। ਜਦੋਂ 8 'ਤੇ ਆ ਗਏ ਤਾਂ 8 ਤੋਂ ਬਾਅਦ ਫਿਰ ਬਾਡੀ ਉਹਨੂੰ ਕਿਸੇ ਡਿਜ਼ੀਜ਼ ਨੂੰ ਟਿਕਣ ਨਹੀਂ ਦਿੰਦੀ। ਇਹ ਇੰਨਾ ਪਿਆਰਾ ਮੈਕੈਨਿਜ਼ਮ ਹੈ ਕਿਉਂਕਿ ਉਹਦੇ 'ਚ ਲੌਂਗ ਟਰਮ ਜਿਹਨੂੰ ਕਹਿੰਦੇ ਸੌਫਟਵੇਅਰ ਫੀਡਿੰਗ ਹੈ। ਇਹਦਾ ਮਤਲਬ ਬੰਦੇ ਦੀ ਉਮਰ ਜਿਹੜੀ ਹੁਣ ਇਹ ਸਾਹਾਂ ਦੇ ਹਿਸਾਬ ਨਾਲ ਇੰਨੀ ਹੋਣੀ ਚਾਹੀਦੀ ਹੈ, ਉਹਦੇ ਹਿਸਾਬ ਨਾਲ ਬਾਡੀ ਤਿਆਰੀ ਸ਼ੁਰੂ ਕਰ ਦਿੰਦੀ ਹੈ ਕਿ ਕਿਸੇ ਵੀ ਬਿਮਾਰੀ ਨੂੰ ਬਾਹਰ ਕੱਢ ਦੇਗੀ। ਕਿਸੇ ਵੀ ਬਿਮਾਰੀ ਨੂੰ ਬਾਹਰ ਕੱਢ ਦੇਗੀ, ਈਵਨ ਕੈਂਸਰ ਨੂੰ ਵੀ ਬਾਹਰ ਕੱਢ ਦੇਗੀ। ਪਰ ਇਹ ਲਗਾਤਾਰ ਪੂਰਾ ਦਿਨ ਇਹ ਲੈਣਾ ਬੜਾ ਔਖਾ ਹੈ। ਨਹੀਂ ਇੱਦਾਂ ਨਹੀਂ ਹੁੰਦਾ, ਇੱਦਾਂ ਇੰਨਾ ਔਖਾ ਨਹੀਂ ਹੈ। ਇਹਦੇ ਨਾਲ ਕੀ ਹੁੰਦਾ ਕਿ ਤੁਸੀਂ ਪਹਿਲਾਂ ਜਿਵੇਂ ਤੁਸੀਂ ਬਿਗਨਰ ਹੋ, ਹੁਣ ਤੁਹਾਨੂੰ 3 ਜਾਂ 4 ਹਫ਼ਤੇ ਲੱਗਣਗੇ ਇਹ ਸਾਹ ਲੈਣ ਦੀ ਅਭਿਆਸ ਕਰਨ 'ਚ ਕਿ ਅੱਖਾਂ ਬੰਦ ਕਰੋਗੇ, ਅੱਖਾਂ ਬੰਦ ਕਰਕੇ ਲੰਬੇ ਸਾਹ ਲਓਗੇ, ਲੰਬੇ ਗਹਿਰੇ ਸਾਹ, ਬੈਲੀ ਬਰੀਥਿੰਗ ਜਿਹਨੂੰ ਕਹਿੰਦੇ ਆ। ਤਾਂ 4 ਹਫ਼ਤਿਆਂ ਬਾਅਦ ਤੁਸੀਂ ਜਦੋਂ ਵੀ ਅੱਖਾਂ ਬੰਦ ਕਰੋਗੇ ਆਟੋਮੈਟਿਕ ਤੁਹਾਡਾ ਉਹ ਸ਼ੁਰੂ ਹੋ ਜਾਏਗਾ, ਬੈਲੀ ਬਰੀਥਿੰਗ, ਡੀਪ ਬਰੀਥਿੰਗ ਸ਼ੁਰੂ ਹੋ ਜਾਏਗੀ, ਆਟੋਮੈਟਿਕ ਹੋ ਜਾਏਗੀ, ਤੁਹਾਨੂੰ ਸੋਚਣਾ ਨਹੀਂ ਪਏਗਾ। ਹੋਰ 4-5 ਹਫ਼ਤਿਆਂ ਦਾ ਕਰੋਗੇ ਤਾਂ ਉਹ ਤੁਹਾਡੀ ਜਿਹੜੀ ਈਵਨ ਤੁਸੀਂ ਸਾਹ ਰੋਕ ਸਕੋਗੇ। ਉਸ ਤੋਂ ਬਾਅਦ ਨੈਕਸਟ ਸਟੈਪ ਅਸੀਂ ਕਹਿੰਦੇ ਕਿ ਵਿੱਚ ਦੋਨੋਂ ਥਾਵਾਂ 'ਤੇ ਸਾਹ ਰੁਕਦਾ ਨਾ, ਜਿਵੇਂ ਸਾਹ ਅੰਦਰ ਲਿਆ ਰੁਕਦਾ ਥੋੜ੍ਹਾ ਜਿਹਾ, ਫਿਰ ਸਾਹ ਬਾਹਰ ਲਿਆ ਫਿਰ ਰੁਕਦਾ, ਤੁਸੀਂ ਰੋਕ ਵੀ ਸਕੋਗੇ ਉੱਥੇ। ਮਤਲਬ ਰੋਕਣਾ ਚਾਹੀਦਾ, ਤਾਂ ਹੀ ਜਿਹੜਾ ਧਿਆਨ ਹੈ ਸਾਡਾ ਉਹ ਸਾਹਾਂ 'ਤੇ ਰਹੇਗਾ। ਕੁਛ ਨਹੀਂ ਕਰਨਾ, ਸਿਰਫ ਸਾਹਾਂ 'ਤੇ ਧਿਆਨ ਫੋਕਸ ਕਰਨਾ, ਥੋੜ੍ਹਾ ਧਿਆਨ ਸਾਹਾਂ 'ਤੇ ਰਹਿਣਾ ਚਾਹੀਦਾ ਤੁਹਾਨੂੰ। ਬਾਕੀ ਹੋਰ ਕੁਛ ਨਹੀਂ ਕਰਨ ਦੀ ਲੋੜ, ਸਾਹਾਂ 'ਤੇ ਧਿਆਨ ਰੱਖ ਕੇ ਬੈਲੀ ਬਰੀਥਿੰਗ ਅਤੇ ਡੀਪ ਬਰੀਥਿੰਗ ਕਰਨੀ ਹੈ ਬਸ। ਸੋ ਉਹ ਜਿਹੜੀ ਇਹ ਪ੍ਰਕਿਰਿਆ ਹੈ, ਇਹਦੇ ਅੰਦਰ ਜਦੋਂ 8 'ਤੇ ਆ ਗਿਆ ਤਾਂ ਬਾਡੀ ਜਿਹੜੀ ਹੈ ਬਿਮਾਰੀਆਂ ਖਤਮ ਕਰ ਦਿੰਦੀ ਹੈ। ਜਦੋਂ 4 'ਤੇ ਆ ਗਏ ਤੁਸੀਂ ਤਾਂ 8 ਤੋਂ 4 ਦੇ ਵਿਚਾਲੇ ਫਿਰ ਤੁਹਾਡੇ ਅੰਦਰ ਪੋਜ਼ੀਟਿਵ ਹੈਲਥ ਬਣ ਜਾਂਦੀ। ਉਹਨੂੰ ਕਹਿੰਦੇ ਆ ਅੱਜ ਕੱਲ੍ਹ ਜਿਹੜਾ ਦੁਨੀਆ 'ਚ ਲੇਟੈਸਟ ਕੰਸੈਪਟ ਚੱਲ ਰਿਹਾ ਉਹਨੂੰ ਕਹਿੰਦੇ ਪੋਜ਼ੀਟਿਵ ਹੈਲਥ। ਪੋਜ਼ੀਟਿਵ ਹੈਲਥ ਦਾ ਮਤਲਬ ਇਹ ਹੈ ਕਿ ਤੁਸੀਂ ਬਿਮਾਰੀ ਨੂੰ ਬਹੁਤ ਪਿੱਛੇ ਛੱਡ ਕੇ ਤੁਸੀਂ ਇੱਥੇ ਆ ਗਏ, ਬਿਮਾਰੀ ਥੱਲੇ ਖੜੀ ਹੈ, ਤਾਂ ਪਹਿਲੀ ਗੱਲ ਤੁਹਾਨੂੰ ਬਿਮਾਰੀ ਹੋਏਗੀ ਨਹੀਂ, ਠੀਕ ਹੈ, ਮਤਲਬ ਬਿਮਾਰੀ ਤੁਹਾਡੇ ਨੇੜੇ ਤੇੜੇ ਵੀ ਨਹੀਂ ਲੱਗੇਗੀ। ਦੂਜੀ ਗੱਲ ਇਹ ਹੈ ਕਿ ਤੁਹਾਡੇ ਅੰਦਰ ਸਾਰੇ ਉਹ ਹੈਲਥ ਦੇ ਸਾਈਨ ਆਉਣੇ ਸ਼ੁਰੂ ਹੋ ਜਾਣਗੇ, ਤੁਹਾਡਾ ਚਿਹਰਾ ਚਮਕ ਵੱਧ ਜਾਏਗੀ, ਤੁਹਾਡੀ ਬੋਲ ਚਾਲ ਦਾ ਬੜਾ ਸਟਾਈਲ ਹੈ ਉਹ ਠੀਕ ਹੋ ਜਾਏਗਾ, ਵਧੀਆ ਹੋ ਜਾਏਗਾ। ਤੁਸੀਂ ਤੁਹਾਡਾ ਸੁਭਾਅ, ਤੁਹਾਨੂੰ ਗੁੱਸਾ ਨਹੀਂ ਆਏਗਾ, ਸ਼ਾਂਤ ਹੋ ਜਾਓਗੇ, ਤੁਹਾਨੂੰ ਸਾਰੇ ਬੰਦੇ ਨੇਚਰ ਸਭ ਪਿਆਰੇ ਲੱਗਣਗੇ, ਤੁਸੀਂ ਲੋਕਾਂ ਨਾਲ ਕਮਿਊਨੀਕੇਸ਼ਨ ਬਹੁਤ ਵਧੀਆ ਕਰੋਗੇ, ਤੁਹਾਡੇ ਕੰਨੀ ਲੋਕ ਅਟਰੈਕਟ ਹੋਣਗੇ, ਤੁਹਾਨੂੰ ਲੋਕ ਕਮੈਂਟ ਕਰਨਗੇ ਵੀ ਇਹ ਤਾਂ ਬੰਦਾ ਬਦਲ ਗਿਆ ਬਿਲਕੁਲ ਹੀ, ਤਾਂ ਇਹੋ ਜਿਹੇ ਕਮੈਂਟਸ ਆਉਣੇ ਸ਼ੁਰੂ ਹੋ ਜਾਣਗੇ। ਤਾਂ ਉਹ ਜਿਹੜਾ ਇੱਕ ਬਹੁਤ ਵਧੀਆ ਵਰਤਾਰਾ ਹੈ ਜਿਹੜਾ ਹਵਾ ਨਾਲ ਜੁੜਿਆ ਹੋਇਆ, ਜਿਹਨੂੰ ਤੁਸੀਂ ਪ੍ਰਾਣਾਯਾਮ ਦੀ ਗੱਲ ਕਰ ਰਹੇ ਸੀ, ਪ੍ਰਾਣਾਯਾਮ ਵੀ ਇਹ ਪ੍ਰਕਿਰਿਆ ਹੈਗੀ ਆ। ਲੇਕਿਨ ਪ੍ਰਾਣਾਯਾਮ ਜਿਹੜੀ ਆ, ਕਿਉਂਕਿ ਤੁਸੀਂ ਜਿੱਦਾਂ ਕਹਿ ਰਹੇ ਸੀਗੇ ਕਿ ਲੋਕ ਜਿਹੜੇ ਨੇ ਫਿਰ ਥੋੜ੍ਹਾ ਜਿਹਾ ਉਹਦੀ ਟੈਕਨੀਕਲਿਟੀ ਤੋਂ ਡਰ ਜਾਂਦੇ ਆ, ਲੇਕਿਨ ਇਹ ਬੜੀ ਸਿੰਪਲ ਪ੍ਰਕਿਰਿਆ। ਡੀਪ ਬੈਲੀ ਬਰੀਥਿੰਗ, ਇਹਦਾ ਨਾਂ ਅਸੀਂ ਕੀ ਦਿੱਤਾ, ਡੀਪ ਬੈਲੀ ਬਰੀਥਿੰਗ, ਕਿ ਪੇਟ ਪਹਿਲਾਂ ਫੈਲਾਉਣਾ, ਛਾਤੀ ਬਾਅਦ 'ਚ ਫੈਲਾਉਣੀ। ਛਾਤੀ ਆਟੋਮੈਟਿਕ ਫੁੱਲ ਜਾਂਦੀ ਹੈ ਕਿਉਂਕਿ ਛਾਤੀ ਪਹਿਲਾਂ ਹੀ ਆਦੀ ਹੈ। ਤੁਸੀਂ ਪਹਿਲਾਂ ਛਾਤੀ ਦਾ ਸਾਹ ਲੈ ਰਹੇ ਹਾਂ, ਪੇਟ ਦਾ ਲੈ ਨਹੀਂ ਰਿਹਾ। ਸੋ ਪੇਟ ਨੂੰ ਫੈਲਾਉਣ ਦੀ ਇੱਕ ਆਦਤ ਪਾਉਣੀ ਹੈ, ਫਿਰ ਛਾਤੀ ਦਾ ਲਿਆ,
ਫਿਰ ਉਹਨੂੰ ਕੱਢਤਾ ਪੂਰਾ ਅੰਦਰ ਲਿਆ, ਪੂਰਾ ਬਾਹਰ ਕੱਢਿਆ। ਤਾਂ ਉਹਦੇ 'ਚ ਜਿਹੜੀ ਕਿਉਂਕਿ ਜਿਹੜੀ ਪਹਿਲਾਂ ਸ਼ੁਰੂ ਕੀਤੀ ਸੀ ਗੱਲ ਆਪਾਂ ਕਿ ਜਿਹੜੀ ਹਵਾ ਹੈ ਉਹ ਪਰਮਾਤਮਾ ਦੇ ਸਾਡੇ ਵਿਚਾਲੇ ਲਿੰਕ ਹੈ। ਹੁਣ ਅਸੀਂ ਹਵਾ ਨਾਲ ਖੇਲ ਕਰ ਰਹੇ ਹਾਂ। ਡੀਪ ਬੈਲੀ ਬਰੀਥਿੰਗ ਕੀ ਹੈ ਕਿ ਹਵਾ ਦਾ ਖੇਡ ਹੈ। ਤਾਂ ਸਾਨੂੰ ਉਹ ਜਿਹੜੀ ਹਵਾ ਇੱਕ ਪੌੜੀ ਹੈ ਜਿਹੜੀ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ। ਤਾਂ ਉਹਦੇ ਜਿਹੜੇ ਸਪਿਰਿਚੁਅਲ ਪ੍ਰੈਕਟਿਸਿਸ ਨੇ ਕਿ ਤੁਸੀਂ ਜਦੋਂ ਅੱਖਾਂ ਬੰਦ ਕਰਕੇ ਜਦੋਂ ਲੰਬੇ ਸਾਹ ਲੈਂਦੇ ਹੋ ਤਾਂ ਤੁਹਾਨੂੰ ਇੱਕ ਇੰਟਰਕਨੈਕਟਡਨੈਸ ਫੀਲ ਆਏਗੀ ਤੁਹਾਡੇ ਮਨ 'ਚ ਕਿ ਮੈਂ ਕਿਤੇ ਹੋਰ ਜੁੜਿਆ ਹੋਇਆ। ਉਹ ਜੁੜਿਆ ਹੋਇਆ ਕਿੱਥੇ ਆ? ਉਹ ਜਿਹੜੀ ਕਾਸਮਿਕ ਅਵੇਅਰਨੈਸ ਹੈ। ਕਿਉਂਕਿ ਤੁਹਾਡੇ ਅੰਦਰ ਜਿਹੜਾ ਤੁਹਾਡੇ ਜਦੋਂ ਤੁਸੀਂ ਡੀਪ ਬੈਲੀ ਬਰੀਥਿੰਗ ਕਰਦੇ ਹੋ ਤੁਹਾਡੇ ਅੰਦਰ ਇੱਕ ਅਵੇਅਰਨੈਸ ਹੈ, ਤੁਸੀਂ ਉਹਦੇ ਨਾਲ ਜੁੜਦੇ ਹੋ। ਤੁਸੀਂ ਆਪਣੇ ਡੀਪ ਬੈਲੀ ਬਰੀਥਿੰਗ ਕੀ ਕਰਦੀ ਹੈ ਕਿ ਤੁਹਾਡੇ ਕੌਨਸ਼ੀਅਸ ਮਾਈਂਡ ਅਤੇ ਸਬ ਕੌਨਸ਼ੀਅਸ ਮਾਈਂਡ ਦੇ ਵਿਚਾਲੇ ਜਿਹੜਾ ਭੀੜਾ ਰਸਤਾ ਸੀਗਾ ਉਹਨੂੰ ਖੋਲ੍ਹ ਦਿੰਦੀ ਹੈ। ਸਾਡਾ ਇੱਕ ਦੋ ਮਨ ਨੇ ਨਾ, ਸਾਡਾ ਇੱਕ ਕਾਸਮਿਕ ਇੱਕ ਹੈਗਾ ਕੌਨਸ਼ੀਅਸ ਮਾਈਂਡ ਚੇਤਨ ਮਨ, ਇੱਕ ਹੈਗਾ ਅਚੇਤ ਮਨ। ਚੇਤਨ ਮਨ ਅਤੇ ਅਚੇਤ ਮਨ ਦੇ ਵਿੱਚ ਜਿਹੜਾ ਦਰਵਾਜ਼ਾ ਹੈ ਉਹ ਅਸੀਂ ਆਪਣੀ ਈਗੋ ਨਾਲ, ਆਪਣੀ ਮੈਂ ਨਾਲ, ਆਪਣੇ ਘਮੰਡ ਨਾਲ, ਆਪਣੀ ਅਜੀਬ ਜਿਹੜੀਆਂ ਸਾਡੀਆਂ ਅਸੀਂ ਦੋ ਲੋਕਾਂ ਤੋਂ ਮਿਸ ਇਨਫੋਰਮੇਸ਼ਨ ਲਈ ਉਹਦੇ ਨਾਲ ਉਹ ਦਰਵਾਜ਼ੇ ਨੂੰ ਬਹੁਤ ਭੀੜਾ ਕਰ ਰੱਖਿਆ। ਤਾਂ ਉਹ ਕਨੈਕਸ਼ਨ ਇੰਨਾ ਭੀੜਾ ਹੈ ਕਿ ਅਸੀਂ ਉਲਝੇ ਰਹਿੰਦੇ ਆਪਣੇ ਕੌਨਸ਼ੀਅਸ ਮਾਈਂਡ 'ਚ। ਤੁਹਾਡਾ ਸਬ ਕੌਨਸ਼ੀਅਸ ਮਾਈਂਡ ਜਿਹੜਾ ਹੁੰਦਾ ਹੈ ਉਹ ਕਾਸਮਿਕ ਅਵੇਅਰਨੈਸ ਦਾ ਪਾਰਟ ਹੈ। ਕਾਸਮਿਕ ਮਾਈਂਡ ਅਤੇ ਸਬ ਕੌਨਸ਼ੀਅਸ ਮਾਈਂਡ ਇੱਕੋ ਹੀ ਚੀਜ਼ ਨੇ। ਉਹਦੇ 'ਚ ਕੋਈ ਦਰਵਾਜ਼ਾ ਨਹੀਂ ਹੈ, ਉਹ ਡੋਰਲੈਸ ਹੈ। ਤੁਹਾਡਾ ਸਬ ਕੌਨਸ਼ੀਅਸ ਮਾਈਂਡ ਤੇ ਜਿਹੜਾ ਕਾਸਮਿਕ ਮਾਈਂਡ ਹੈ ਇਹਦੇ 'ਚ ਕੋਈ ਦਰਵਾਜ਼ਾ ਹੈ ਹੀ ਨਹੀਂ। ਮਤਲਬ ਤੁਸੀਂ ਮੂਮੈਂਟ ਤੋਂ ਯੂ ਲੈਂਡ ਇਨਟੂ ਯੂਰ ਸਬ ਕੌਨਸ਼ੀਅਸ ਮਾਈਂਡ ਯੂ ਹੈਵ ਲੈਂਡਡ ਇਨਟੂ ਕਾਸਮਿਕ ਅਵੇਅਰਨੈਸ। ਕਾਸਮਿਕ ਅਵੇਅਰਨੈਸ ਪਰਮਾਤਮਾ ਹੈ। ਕਾਸਮਿਕ ਅਵੇਅਰਨੈਸ ਪਰਮਾਤਮਾ ਹੈ। ਤਾਂ ਇਹਦਾ ਮਤਲਬ ਤੁਹਾਡਾ ਲਿੰਕ ਕਿੱਥੇ ਬਣ ਗਿਆ? ਪਰਮਾਤਮਾ ਨਾਲ। ਸੋ ਇਹ ਜਿਹੜਾ ਤਰੀਕਾ ਹੈ ਡੀਪ ਬੈਲੀ ਬਰੀਥਿੰਗ ਦਾ ਇਹ ਤੁਹਾਨੂੰ ਤੁਹਾਡੇ ਸਬ ਕੌਨਸ਼ੀਅਸ ਮਾਈਂਡ ਨਾਲ ਕਨੈਕਟ ਕਰਦਾ। ਤੁਹਾਡਾ ਸਬ ਕੌਨਸ਼ੀਅਸ ਮਾਈਂਡ ਜਿਹੜਾ ਉਹ ਕਨੈਕਟਡ ਆਲਰੇਡੀ ਹੈ ਕਾਸਮਿਕ ਮਾਈਂਡ ਨਾਲ, ਤਾਂ ਇਨਡਾਇਰੈਕਟਲੀ ਤੁਸੀਂ ਪਰਮਾਤਮਾ ਨਾਲ ਜੁੜ ਗਏ। ਉਹਦੇ ਜਿਹੜੇ ਰਿਜ਼ਲਟਸ ਨੇ, ਇੱਕ ਤਾਂ ਤੁਹਾਨੂੰ ਜਿਹੜੀ ਬਹੁਤ ਅੱਛਾ ਲੱਗਦਾ, ਸੂਦਿੰਗ ਲੱਗਦਾ, ਬਹੁਤ ਹੀ ਸ਼ਾਂਤੀ ਮਿਲਦੀ ਹੈ, ਆਨੰਦ ਮਿਲਦਾ। ਅਤੇ ਦੂਜੀ ਗੱਲ ਜਿਹੜੀ ਹੈ ਕਿਉਂਕਿ ਕਾਸਮਿਕ ਮਾਈਂਡ ਜਿਹੜਾ ਆਲ ਪਾਵਰਫੁਲ ਹੈ, ਫਿਰ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਤੁਸੀਂ ਜੇ ਬਹੁਤ ਆਪਣੇ ਇਮੋਸ਼ਨਲੀ ਜਿਹੜੀ ਚੀਜ਼ ਨੂੰ ਵੀ ਚਾਹੋਗੇ ਤਾਂ ਉਹ ਹੋਣੀ ਸ਼ੁਰੂ ਹੋ ਜਾਂਦੀ ਹੈ, ਆਟੋਮੈਟਿਕ ਹੋਣੀ ਸ਼ੁਰੂ ਹੋ ਜਾਂਦੀ ਹੈ। ਸਵਾਲ ਹੈਗਾ ਤੁਸੀਂ ਉਹਦੇ ਅੰਦਰ ਕਿੱਥੇ ਪਹੁੰਚਦੇ ਹੋ। ਜੇ ਤੁਸੀਂ ਆਪਣੇ ਸਬ ਕੌਨਸ਼ੀਅਸ ਮਾਈਂਡ 'ਚ ਪਹੁੰਚ ਕੇ ਕੁਛ ਵੀ ਇੱਛਾ ਕਰਤੀ, ਉਹ ਇੱਛਾ ਸ਼ੁੱਧ ਪਵਿੱਤਰ ਹੋਵੇ ਤਾਂ ਬਹੁਤ ਵਧੀਆ ਪਵਿੱਤਰ ਹੋਣੀ ਚਾਹੀਦੀ ਹੈ। ਮਤਲਬ ਅਪਵਿੱਤਰ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਨੁਕਸਾਨ ਕਰਨ ਵਾਲੀ ਨਹੀਂ ਹੋਣੀ ਚਾਹੀਦੀ। ਉਹਦੀ ਇੱਛਾ ਦੀ ਪੂਰਤੀ ਲਈ ਸਾਰਾ ਜਿਹੜਾ ਕਾਸਮੋਸ ਹੈ ਪਰਮਾਤਮਾ ਹੈ ਉਹ ਨਾਲ ਦੀ ਨਾਲ ਸਾਧਨ ਜੁਟਾਉਣੇ ਸ਼ੁਰੂ ਕਰ ਦਿੰਦਾ। ਤਾਂ ਤੁਸੀਂ ਬਹੁਤ ਲੋਕ ਪਾਓਗੇ ਜਿਹੜੇ ਕਿ ਜਿਹਨਾਂ ਨੂੰ ਕਹਿੰਦੇ ਨੇ ਵੀ ਇਹ ਸੰਤ ਨੇ, ਇਹਨਾਂ ਨੂੰ ਕਾਹਦਾ ਘੱਟ ਹੈ। ਉਹ ਸਥਿਤੀ ਦੀ ਹੁੰਦੀ ਹੈ ਗੱਲ ਕਿ ਜਦੋਂ ਕੋਈ ਜਿਹੜੇ ਸਰਬੱਤ ਦੇ ਭਲੇ ਵਾਲੇ ਜਾਂ ਯੂਨੀਵਰਸਲ ਭਲਾਈ ਦੇ ਕੰਮ ਜਿਹੜੇ ਕੋਈ ਕਰਦਾ ਤਾਂ ਉਹਦੇ ਵਾਸਤੇ ਜਿਹੜੇ ਸੰਤ ਹੁੰਦੇ ਆ ਉਹਨੂੰ ਕਿਸੇ ਦਾ ਘਾਟਾ ਨਹੀਂ ਰਹਿੰਦਾ। ਦੇਖੋ ਤੁਸੀਂ ਦੇਖਿਆ ਹੋਣਾ ਕਿ ਸੰਤਾਂ ਕੋਲੇ ਨਾ ਕੋਈ ਜ਼ਮੀਨਾਂ ਦਾ ਘਾਟਾ ਹੈ, ਨਾ ਕੋਈ ਬਿਲਡਿੰਗਾਂ ਦਾ ਘਾਟਾ ਹੈ, ਲੰਗਰ ਚੱਲ ਰਹੇ ਉੱਥੇ ਵੀ ਕੋਈ ਘਾਟਾ ਨਹੀਂ। ਤਾਂ ਇਸੇ ਕਰਕੇ ਹੁੰਦਾ ਉਹ। ਤਾਂ ਇਸ ਕਿਸਮ ਦਾ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਉਹ ਵੀ ਹਵਾ ਨਾਲ ਜੁੜਿਆ ਹੋਇਆ। ਤਾਂ ਉਹ ਜਿਹੜੀ ਹਵਾ ਦਾ ਹਵਾ ਜਿਹੜੀ ਹੈ ਇਹਦੀ ਪਵਿੱਤਰਤਾ ਇੱਕ ਪੱਖ ਹੈ ਇਹਦਾ ਕਿ ਇਹ ਪਰਮਾਤਮਾ ਨਾਲ ਜੋੜਦੀ ਹੈ ਸਾਨੂੰ। ਦੂਜਾ ਪੱਖ ਹੈ ਕਿ ਅਸੀਂ ਆਪਣੀ ਮੂਰਖਤਾ ਨਾਲ ਇਹਨੂੰ ਪੋਲੂਟ ਕਰ ਲਿਆ। ਸੋ ਉਸ ਮੂਰਖਤਾ ਤੋਂ ਵਾਪਸ ਆਈਏ ਅਸੀਂ, ਕਿਉਂਕਿ ਉਹ ਅਸੀਂ ਮੂਰਖਤਾ ਆਪ ਹੀ ਐਕਸੈਪਟ ਕੀਤੀ ਹੋਈ ਹੈ। ਮੂਮੈਂਟ ਜਿਹੜੀ ਮਨੁੱਖਤਾ ਇਸ ਗੱਲ ਤੋਂ ਬਾਗੀ ਹੋ ਜਾਵੇ, ਜਵਾਬ ਦੇ ਦੇਵੇ ਕਿ ਤੁਸੀਂ ਸਾਡੀ ਹਵਾ ਨੂੰ ਖਰਾਬ ਕਰਨ ਵਾਲੇ ਕੌਣ ਹੁੰਦੇ ਹੋ। ਕੋਈ ਬੰਦਾ ਆਪਣੇ ਪ੍ਰੋਫਿਟ ਵਾਸਤੇ, ਆਪਣੇ ਨਿੱਜੀ ਹਿੱਤਾਂ ਲਈ ਹਵਾ ਨੂੰ ਪੋਲੂਟ ਕਰ ਰਿਹਾ, ਉਹਨੂੰ ਬਰਦਾਸ਼ਤ ਹੀ ਨਹੀਂ ਕਰਨਾ ਚਾਹੀਦਾ। ਉਹਨੂੰ ਬਰਦਾਸ਼ਤ ਕਰਨ ਦਾ ਕੋਈ ਮਤਲਬ ਨਹੀਂ ਹੈ। ਔਰ ਵੈਸਟਰਨ ਕੰਟਰੀ 'ਚ ਝਲਕ ਤੁਹਾਨੂੰ ਮਿਲ ਜਾਂਦੀ ਹੈ। ਤੁਸੀਂ ਵੈਸਟਰਨ ਕੰਟਰੀ ਲੋਹੜੀ ਬਾਲ ਕੇ ਦਿਖਾ ਦਿਓ, ਉਹ ਡਰਦੇ ਅੰਦਰ ਬੱਠਲਾਂ 'ਚ ਲੋਹੜੀ ਬਾਲਦੇ। ਤੁਹਾਨੂੰ ਪਤਾ ਅਮਰੀਕਾ 'ਚ ਲੋਹੜੀ ਬਾਲਣੀ ਹੋਵੇ ਤਾਂ ਉਹ ਅੰਦਰ ਤਸਲੇ ਤੁਸਲੇ ਇਹੋ ਜਿਹਾ ਕੁਛ ਰੱਖ ਕੇ ਘਰ 'ਚ ਮਾੜੀ ਮੋਟੀ ਚੋਰੀ ਜੇ ਬਾਲਦੇ ਆ। ਨਹੀਂ ਤਾਂ ਨਾਲ ਦੀ ਪੁਲਿਸ ਨੂੰ ਰਿਪੋਰਟ ਹੋ ਜਾਂਦੀ ਵੀ ਇਹ ਹਵਾ ਪੋਲੂਟ ਕਰ ਰਹੇ ਆ, ਹਵਾ ਪੋਲੂਟ ਕਰ ਰਹੇ ਆ। ਜੇ ਉੱਥੇ ਕੋਈ ਉਹ ਚਲਾਉਣੀ ਹੁੰਦੀ ਇਹਨਾਂ ਨੇ ਉੱਥੇ ਕੁਛ ਦਿਨਾਂ 'ਤੇ ਉਹ ਵੀ ਕਰਦੇ ਆ ਜਿਹੜੀ ਆ ਆਤਿਸ਼ਬਾਜ਼ੀ ਤੁਸੀਂ ਘਰਾਂ 'ਚ ਨਹੀਂ ਕਰ ਸਕਦੇ ਬਿਨਾਂ ਪਰਮਿਸ਼ਨ ਦੇ। ਤੁਸੀਂ ਆਤਿਸ਼ਬਾਜ਼ੀ ਪ੍ਰੋਡਿਊਸ ਕਰ ਸਕਦੇ ਹੋ। ਆਤਿਸ਼ਬਾਜ਼ੀ ਲਈ ਉਹਨਾਂ ਦਿਨ ਰੱਖੇ ਹੋਏ ਆ। ਉਹਨਾਂ ਦਾ ਜਿਹੜਾ ਕੋਈ ਇੰਡੀਪੈਂਡੈਂਸ ਡੇ ਹੁੰਦਾ ਉਹਦੇ 'ਚ ਉਹ ਆਤਿਸ਼ਬਾਜ਼ੀ ਕੁਛ ਸੀਮਤ ਥਾਵਾਂ 'ਤੇ ਹੁੰਦੀ ਹੈ, ਬੜੀ ਨੀਟ ਐਂਡ ਕਲੀਨ ਟਾਈਪ ਦੀ ਹੁੰਦੀ ਹੈ। ਲੋਕ ਉੱਥੇ ਦੇਖਣ ਜਾਂਦੇ ਆ। ਮੈਂ ਅਮਰੀਕਾ ਦੇ ਜਿਹੜਾ ਆਜ਼ਾਦੀ ਦਾ ਦਿਨ ਸੀਗਾ ਉਹਦੇ ਅਸੀਂ ਆਇਆ ਸੀ, ਮੇਰੇ ਇੱਥੇ ਹੁੰਦੇ ਆ ਮੈਨੂੰ ਯਾਦ। ਅਸੀਂ ਪਤਾ ਨਹੀਂ 100 ਕਿਲੋਮੀਟਰ ਜਾ ਕੇ ਇੱਕ ਬੰਨੇ ਦੇ ਜਿਵੇਂ ਪਹਾੜਾ ਡੈਮ ਹੈ ਇੱਦਾਂ ਦਾ ਉਹਨਾਂ ਦਾ ਬੰਨ੍ਹ ਸੀਗਾ, ਉੱਥੇ ਉਹਨਾਂ ਨੇ ਆਤਿਸ਼ਬਾਜ਼ੀ ਕੀਤੀ ਜਿਹੜੀ ਹੈ। ਬਸ ਉਹ ਮਿੰਟ ਫਿਕਸ ਹੁੰਦੇ ਆ ਵੀ ਆਹ 20 ਮਿੰਟ 25 ਮਿੰਟ ਤੁਸੀਂ ਆਤਿਸ਼ਬਾਜ਼ੀ ਕਰਨੀ ਹੈ, ਇਸ ਤੋਂ ਬਿਯੋਂਡ ਨਹੀਂ ਕਰ ਸਕਦੇ। ਤਾਂ ਇਹ ਜਿਹੜਾ ਇੱਦਾਂ ਦਾ ਵਰਤਾਰਾ ਹੈ ਕਿ ਇੱਕ ਤਾਂ ਹਵਾ ਦੀ ਸ਼ੁੱਧਤਾ ਨੂੰ
ਨੂੰ ਖਰਾਬ ਕਰਨ ਵਾਲੇ ਬੰਦੇ ਨੂੰ ਬਰਦਾਸ਼ਤ ਕਿਉਂ ਕੀਤਾ ਜਾਵੇ। ਇਸੇ ਤਰ੍ਹਾਂ ਪਾਣੀ ਦਾ ਤਾਂ ਇਹ ਜਿਹੜਾ ਸਾਡੀ ਜਿਹੜੀ ਮਤਲਬ ਜਿਹੜੀ ਟੋਲਰੈਂਸ ਹੈ, ਜਿਹਨੂੰ ਕਹਿੰਦੇ ਸਹਿਣ ਸ਼ਕਤੀ ਹੈ, ਆਪਾਂ ਬੜਾ ਮਾਣ ਨਾਲ ਕਹਿੰਦੇ ਵੀ ਮੇਰੀ ਸਹਿਣ ਸ਼ਕਤੀ ਬਹੁਤ ਹੈ, ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈ। ਜੇ ਕੋਈ ਨੁਕਸਾਨ ਕਰ ਰਿਹਾ ਬੰਦਾ ਤਾਂ ਉਹਦੇ ਖਿਲਾਫ ਸਹਿਣ ਸ਼ਕਤੀ ਨਹੀਂ ਹੋਣੀ ਚਾਹੀਦੀ, ਉਸ ਬੰਦੇ ਨੂੰ ਰੋਕਣਾ ਬਹੁਤ ਜ਼ਰੂਰੀ ਆ। ਕਿਉਂਕਿ ਜੇ ਗਲਤ ਕੰਮ ਕਰ ਰਿਹਾ ਜਿਹੜਾ ਕਿ ਸਾਰਿਆਂ ਨੂੰ ਨੁਕਸਾਨ ਕਰ ਰਿਹਾ, ਤਾਂ ਅੱਜ ਅਸੀਂ ਇਹੋ ਜਿਹੀ ਥਾਂ 'ਤੇ ਪਹੁੰਚ ਚੁੱਕੇ ਹਾਂ ਜਿੱਥੇ ਕਿ ਪ੍ਰਦੂਸ਼ਣ ਜਿਹੜਾ ਉਹ ਤੁਹਾਡੀਆਂ ਜਿਹੜੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ, ਔਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦਾ ਜਿਹੜਾ ਭਵਿੱਖ ਹੈ ਬਿਲਕੁਲ ਧੁੰਦਲਾ ਕਰ ਰਿਹਾ। ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇਸ ਗੱਲ ਨੂੰ ਬਰਦਾਸ਼ਤ ਕਰਨਾ ਚਾਹੀਦਾ, ਔਰ ਹਵਾ ਦੀ ਪ੍ਰਦੂਸ਼ਣ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਔਰ ਉਹ ਹਵਾ ਜਿਹੜੀ ਸਾਨੂੰ ਪਰਮਾਤਮਾ ਨਾਲ ਮਿਲਾ ਸਕਦੀ ਹੈ, ਦੇਖੋ ਕਿੰਨੀ ਪਵਿੱਤਰ ਚੀਜ਼ ਹੈ। ਔਰ ਗੁਰੂ ਸਾਹਿਬ ਨੇ ਉਹਨੂੰ ਗੁਰੂ ਦਾ ਰਸਤਾ ਦਰਜਾ ਦਿੱਤਾ, ਬੜਾ ਸੋਚ ਸਮਝ ਕੇ ਦਿੱਤਾ ਕਿ ਗੁਰੂ ਜਿਹੜਾ ਉਹ ਗੁਰੂ ਦਾ ਸ਼ਬਦ ਜਿਹੜਾ ਹੁੰਦਾ ਉਹਦੀ ਕਿੰਨੀ ਮਹੱਤਤਾ ਹੁੰਦੀ ਹੈ। ਤਾਂ ਉਸੇ ਤਰ੍ਹਾਂ ਹਵਾ ਨੂੰ ਤਾਂ ਹਵਾ ਵਰਗੀ ਪਵਿੱਤਰ ਚੀਜ਼ ਜਿਹੜੀ ਹੈ ਜਿਹੜੀ ਸਾਡੀ ਗੁਰੂ ਹੈ, ਉਹਦੀ ਸ਼ੁੱਧਤਾ ਦੇ ਉੱਪਰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਾਕਮਾਲ ਜਾਣਕਾਰੀ ਦਿੱਤੀ ਹੈ। ਔਰ ਮੈਨੂੰ ਲੱਗਦਾ ਕਿ ਇਸ ਜਾਣਕਾਰੀ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਆਪੋ ਆਪਣੇ ਅੰਦਰ ਦੇ ਜਿਹੜੇ ਸਮੱਸਿਆਵਾਂ ਦਾ ਹੱਲ ਜ਼ਰੂਰ ਲੱਭ ਲੈਣਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਹਵਾ ਬਾਰੇ, ਰੈਡੀਕਲ ਬਾਰੇ, ਫ੍ਰੀ ਰੈਡੀਕਲ ਬਾਰੇ, ਆਕਸੀਡੈਂਟਸ ਬਾਰੇ ਅਤੇ ਐਂਟੀਆਕਸੀਡੈਂਟਸ ਬਾਰੇ। ਕਿਸ ਤਰੀਕੇ ਦੇ ਨਾਲ ਬਾਡੀ ਦੇ ਅੰਦਰ ਖਰਾਬੀਆਂ ਪੈਦਾ ਹੁੰਦੀਆਂ ਨੇ, ਕਿਹੜੇ ਉਹ ਕਾਰਨ ਨੇ ਜਿਨ੍ਹਾਂ ਦੇ ਨਾਲ ਖਰਾਬੀਆਂ ਪੈਦਾ ਹੁੰਦੀਆਂ ਨੇ, ਕਿੱਦਾਂ ਅਸੀਂ ਹਵਾ ਨੂੰ ਆਪਣੀ ਜਿਹੜੀ ਇਲਾਜ ਦਾ ਇੱਕ ਜ਼ਰੀਆ ਬਣਾ ਸਕਦੇ ਹਾਂ, ਹਵਾ ਨਾਲ ਅਸੀਂ ਕਿਸ ਤਰ੍ਹਾਂ ਆਪਣਾ ਬਾਡੀ ਦੇ ਅੰਦਰ ਦੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ, ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ, ਉਹ ਵੀ ਇੱਕ ਸਹਿਜ ਢੰਗ ਨਾਲ। ਕੋਈ ਇਹ ਨਹੀਂ ਦੱਸਿਆ ਵੀ ਆਹ ਯੋਗ ਦਾ ਆਹ ਕਰੋ, ਕੋਈ ਯੋਗ ਕਰੋ, ਬਸ ਇੱਕ ਸਿੱਧਾ ਸਿੰਪਲ ਤਰੀਕਾ ਦੱਸਿਆ ਵੀ ਐਂ ਸਾਹ ਲੈ ਲਓ ਅਤੇ ਤੁਹਾਡੇ ਅੰਦਰ ਦੇ ਰੋਗ ਭੱਜ ਜਾਣਗੇ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਲੋੜ ਹੈ ਅਜਿਹੀਆਂ ਵੀਡੀਓ ਸ਼ੇਅਰ ਕਰਨ ਦੀ, ਤਾਂ ਕਿ ਜਿੰਨੀਆਂ ਜ਼ਿਆਦਾ ਵੀਡੀਓ ਤੁਸੀਂ ਇਹ ਵਾਲੀਆਂ ਸ਼ੇਅਰ ਕਰੋਗੇ, ਪਬਲਿਕ ਨੂੰ ਮੁਫਤ ਦਾ ਇੱਕ ਹੱਲ ਮਿਲੇਗਾ। ਮੁਫਤ ਦਾ ਹੱਲ ਲੈ ਕੇ ਘਰ ਬੈਠੇ ਹੀ ਜੇਕਰ ਉਹ ਆਪਣਾ ਕੋਈ ਰੋਗ ਆਪਣਾ ਠੀਕ ਕਰ ਲੈਂਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ, ਸਾਡੇ ਚੈਨਲ ਨਿਊਜ਼ ਏਸ਼ੀਆ ਹਿੰਦੀ, ਆਵਾਜ਼ੇ ਪੰਜਾਬ ਅਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।